अजूब अजूब दा परतावा। चैप्टर 1। अजूब नामे उस देश विच एक आदमी सी। ਉਹ ਪੂਰਾ ਤੇ ਖਰਾ ਮਨੁੱਖ ਸੀ ਜੋ ਪਰਮੇਸ਼ਵਰ ਤੋਂ ਡਰਦਾ ਤੇ ਬਦੀ ਤੋਂ ਪਰੇ ਰਹਿੰਦਾ ਸੀ। ਉਸਦੇ 7 ਪੁੱਤਰ ਤੇ 3 ਧੀਆਂ ਜੰਮੇ। ਉਹਦਾ ਮਾਲ 1000 ਭੇਡਾਂ, 7000 ਭੇਡਾਂ, 3000 ਊਠ, 500 ਜੋੜੀ ਬਲਦ, 500 ਗਧੀਆਂ ਤੇ ਉਸਦੇ ਬਹੁਤ ਸਾਰੇ ਨੌਕਰ ਤੇ ਚਾਕਰ ਸਨ। ਇਉਂ ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਆਦਮੀ ਸੀ। ਉਸਦੇ ਪੁੱਤਰ ਜਾ ਕੇ ਆਪਣੇ ਆਪਣੇ ਦਿਨਾਂ ਤੇ ਆਪਣੇ ਘਰਾਂ ਵਿੱਚ ਦਾਵਤਾਂ ਕਰਦੇ ਹੁੰਦੇ ਸਨ ਤੇ ਉਹ ਆਪਣੀਆਂ 3 ਭੈਣਾਂ ਨੂੰ ਖਾਣ ਪੀਣ ਲਈ ਅਤੇ ਆਪਣੇ ਕੋਲ ਸੱਦ ਘੱਲਦੇ ਸਨ। ਅਤੇ ਉਹ ਇਉਂ ਹੁੰਦਾ ਸੀ ਕਿ ਉਹਨਾਂ ਦੀ ਦਾਵਤ ਦੇ ਦਿਨ ਜਦੋਂ ਬੀਤ ਜਾਂਦੇ ਸਨ ਤਾਂ ਅਜੂਬ ਉਹਨਾਂ ਨੂੰ ਸੱਦ ਲੈਂਦਾ ਸੀ ਤੇ ਉਹਨਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ। ਸਵੇਰੇ ਹੀ ਉੱਠ ਕੇ ਉਹਨਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜਾਉਂਦਾ ਸੀ, ਕਿਉਂ ਜੋ ਅਜੂਬ ਕਹਿੰਦਾ ਸੀ ਕਿ ਕਿਤੇ ਮੇਰੇ ਪੁੱਤਰਾਂ ਨੇ ਪਾਪ ਨਾ ਕੀਤਾ ਹੋਵੇ ਤੇ ਆਪਣੇ ਮਨ ਹੀ ਮਨ ਵਿੱਚ ਪਰਮੇਸ਼ਰ ਨੂੰ ਫਟਕਾਰ ਨਾ ਦਿੱਤਾ ਹੋਵੇ। ਅਜੂਬ ਆਪਣੇ ਸਾਰੇ ਦਿਨ ਇਉਂ ਹੀ ਕਰਦਾ ਹੁੰਦਾ ਸੀ। ਤੇ ਇੱਕ ਦਿਨ ਇਉਂ ਹੋਇਆ ਕਿ ਅਜੂਬ ਪਰਮੇਸ਼ਵਰ ਦੇ ਪੁੱਤਰ ਜਦੋਂ ਆਏ ਤਾਂ ਯਹੋਵਾ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ ਲਈ ਤਾਂ ਸ਼ੈਤਾਨ ਵੀ ਉਹਨਾਂ ਦੇ ਵਿੱਚ ਆ ਗਿਆ। ਤੇ ਯਹੋਵਾ ਨੇ ਸ਼ੈਤਾਨ ਨੂੰ ਕਿਹਾ, ਤੂੰ ਕਿੱਧਰੋਂ ਆਇਆ? ਤੇ ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਕਿਹਾ, ਮੈਂ ਧਰਤੀ ਤੇ ਘੁੰਮ ਫਿਰ ਕੇ ਸੈਰ ਸਪਾਟਾ ਕਰਕੇ ਆਇਆ। ਤਾਂ ਯਹੋਵਾ ਨੇ ਸ਼ੈਤਾਨ ਨੂੰ ਕਿਹਾ, ਕੀ ਤੂੰ ਮੇਰੇ ਦਾਸ ਅਜੂਬ ਵੱਲ ਦੇਖਿਆ? ਕਦੀ ਆਪਣੇ ਮਨ 'ਚ ਗੌਰ ਕੀਤਾ? ਕਿਉਂਕਿ ਧਰਤੀ ਵਿੱਚ ਉਹਦੇ ਜਿਹਾ ਕੋਈ ਨਹੀਂ। ਉਹ ਖਰਾ ਤੇ ਨੇਕ ਆਦਮੀ ਹੈ ਜੋ ਹਰ ਵੇਲੇ ਪਰਮੇਸ਼ਵਰ ਤੋਂ ਡਰਦਾ ਤੇ ਹਰ ਬੁਰਾਈ ਤੋਂ ਦੂਰ ਰਹਿੰਦਾ ਹੈ। ਤਾਂ ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਕਿਹਾ, ਅਜੂਬ ਪਰਮੇਸ਼ਰ ਤੋਂ ਐਵੇਂ ਨਹੀਂ ਡਰਦਾ, ਹਾੜੇ ਕੱਢੀ ਨਹੀਂ ਉਹ ਡਰਦਾ। ਕੀ ਤੂੰ ਉਹਦੇ ਆਲੇ ਦੁਆਲੇ ਤੇ ਉਹਦੇ ਘਰ ਦੇ ਤੇ ਉਹਦੇ ਸਾਰੇ ਕਾਸੇ ਦੇ ਆਲੇ ਦੁਆਲੇ ਇੱਕ ਵਾੜ ਨਹੀਂ ਲਾ ਰੱਖੀ? ਤੈਂ ਉਹਦੇ ਹੱਥ ਦੇ ਕੰਮਾਂ ਵਿੱਚ ਬਰਕਤ ਨਹੀਂ ਦੇ ਛੱਡੀ? ਉਹਦਾ ਮਾਲ ਧਰਤੀ ਉੱਤੇ ਵੱਧ ਗਿਆ ਹੈ, ਜ਼ਰਾ ਤੂੰ ਆਪਣਾ ਹੱਥ ਤਾਂ ਵਧਾ, ਜੋ ਕੁਛ ਉਸਦਾ ਹੈ ਉਸਨੂੰ ਛੇੜ ਤਾਂ ਸਹੀ, ਫਿਰ ਤੇਰੇ ਮੂੰਹ ਤੇ ਜੋ ਨਾ ਫਟਕਾਰਾਂ ਪਾਵੇ। ਤਾਂ ਯਹੋਵਾ ਨੇ ਸ਼ੈਤਾਨ ਨੂੰ ਕਿਹਾ ਕਿ ਵੇਖ, ਤੂੰ ਸਭ ਕੁਛ ਉਹਦਾ ਤੇਰੇ ਹੱਥ ਵਿੱਚ ਹੈ, ਕੇਵਲ ਉਸ ਨੂੰ ਹੱਥ ਨਾ ਲਾਈ। ਤਾਂ ਸ਼ੈਤਾਨ ਯਹੋਵਾ ਦੇ ਹਜ਼ੂਰੋਂ ਚਲੇ ਗਿਆ। ਇਹ ਹੋਇਆ ਕਿ ਇੱਕ ਦਿਨ ਉਹਦੇ ਪੁੱਤਰ ਤੇ ਧੀਆਂ ਆਪਣੇ ਘਰ ਦੇ ਵਿੱਚ ਵੱਡੇ ਭਰਾ ਦੇ ਘਰੇ ਖਾਂਦੇ ਪੀਂਦੇ ਸਨ ਤੇ ਖਾਂਦੇ ਸਨ। ਤਾਂ ਦੂਤ ਅਜੂਬ ਦੇ ਕੋਲੇ ਆਇਆ ਤੇ ਉਹਨੂੰ ਕਹਿਣ ਲੱਗਾ, ਬਲਦ ਹਾਲੀ ਜੁੜੇ ਹੋਏ ਸਨ ਅਤੇ ਗਧੀਆਂ ਉਹਨਾਂ ਦੇ ਕੋਲ ਚੁਗ ਰਹੀਆਂ ਸਨ ਤੇ ਸਭਾ ਦੇ ਲੋਕ ਉਹਨਾਂ ਤੇ ਆ ਪਏ ਤੇ ਉਹਨਾਂ ਨੂੰ ਖੋਹ ਕੇ ਲੈ ਗਏ, ਪਰ ਜਵਾਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ। ਮੈਂ ਇਕੱਲਾ ਹੀ ਬਚਿਆ ਵੀ ਮੈਂ ਤੁਹਾਨੂੰ ਸੁਨੇਹਾ ਦੇ ਸਕਾਂ। ਅਜੂ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਤੇ ਕਹਿਣ ਲੱਗਾ, ਪਰਮੇਸ਼ਵਰ ਦੀ ਅੱਗ ਆਕਾਸ਼ੋਂ ਉਤਰੀ ਤੇ ਉਹਨੇ ਭੇਡਾਂ ਔਰ ਜਵਾਨਾਂ ਨੂੰ ਖਾ ਕੇ ਭਸਮ ਕਰ ਲਿਆ। ਮੈਂ ਹੀ ਇਕੱਲਾ ਬਚਿਆ ਜੋ ਤੁਹਾਨੂੰ ਦੱਸ ਸਕਾਂ। ਉਹ ਹਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਤੇ ਕਹਿਣ ਲੱਗਾ, ਕਸ਼ਤੀ 3 ਟੋਲੀਆਂ ਬਣਾ ਕੇ ਆਏ, ਊਠਾਂ ਉੱਤੇ ਆ ਪਏ, ਉਹਨਾਂ ਨੂੰ ਖੋਹ ਕੇ ਲੈ ਗਏ, ਜਵਾਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਗਏ। ਮੈਂ ਹੀ ਇਕੱਲਾ ਬਚਿਆ ਜੋ ਤੁਹਾਨੂੰ ਦੱਸ ਸਕਾਂ। ਤੇ ਅਜੇ ਉਹ ਵੀ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆਇਆ ਤੇ ਕਹਿਣ ਲੱਗਾ, ਤੇਰੇ ਪੁੱਤਰ ਧੀਆਂ ਆਪਣੇ ਵੱਡੇ ਭਰਾ ਦੇ ਘਰੇ ਖਾਂਦੇ ਪੀਂਦੇ ਸਨ ਤੇ ਵੇਖੋ ਜੀ, ਇੱਕ ਵੱਡੀ ਹਵਾ ਉਜਾੜ ਵੱਲੋਂ ਆਈ ਤੇ 4 ਪਾਸਿਆਂ ਦੇ ਉੱਤੇ ਟੱਕਰ ਇਹੋ ਜਿਹੀ ਮਾਰੀ ਕਿ ਉਹਨਾਂ ਜਵਾਨਾਂ ਉੱਤੇ ਉਹ ਡਿੱਗ ਪਿਆ ਤੇ ਉਹ ਮਰ ਗਏ ਤੇ ਮੈਂ ਇਕੱਲਾ ਹੀ ਬਚਿਆ ਜੋ ਤੁਹਾਨੂੰ ਦੱਸ ਸਕਾਂ। ਅਜੂਬ ਉੱਠਿਆ ਤੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁੰਨਾਇਆ, ਧਰਤੀ ਤੇ ਡਿੱਗ ਕੇ ਮੱਥਾ ਟੇਕਿਆ ਤੇ ਆਖਿਆ, ਮੈਂ ਆਪਣੀ ਮਾਤਾ ਦੇ ਪੇਟੋਂ ਨੰਗਾ ਹੀ ਆਇਆ ਸੀ ਤੇ ਨੰਗਾ ਹੀ ਮੁੜ ਰਿਹਾ। ਯਹੋਵਾ ਨੇ ਦਿੱਤਾ, ਯਹੋਵਾ ਨੇ ਲੈ ਲਿਆ, ਯਹੋਵਾ ਦਾ ਨਾਮ ਮੁਬਾਰਕ ਹੋਵੇ। ਇਹ ਸਾਰੇ ਵਿੱਚ ਅਜੂਬ ਨੇ ਨਾ ਤਾਂ ਕੋਈ ਪਾਪ ਕੀਤਾ ਤੇ ਨਾ ਹੀ ਪਰਮੇਸ਼ਵਰ ਤੇ ਬੇਅਕਲੀ ਦਾ ਕੋਈ ਦੋਸ਼ ਲਾਇਆ। ਚੈਪਟਰ 2। ਅਜੂਬ ਦੀ ਬਿਮਾਰੀ ਤੇ ਉਸਦੇ ਦੋਸਤ। ਫਿਰ ਇਹ ਹੋਇਆ ਕਿ ਪਰਮੇਸ਼ਵਰ ਦੇ ਪੁੱਤਰ ਆਏ ਤਾਂ ਆਪਣੇ ਆਪ ਨੂੰ ਯਹੋਵਾ ਦੇ ਸਨਮੁਖ ਹਾਜ਼ਰ ਕਰਨ ਲਈ ਸ਼ੈਤਾਨ ਵੀ ਉਹਨਾਂ ਦੇ ਵਿੱਚ ਆਇਆ ਤਾਂ ਉਹ ਵੀ ਆਪਣੇ ਆਪ ਨੂੰ ਯਹੋਵਾ ਦੇ ਸਨਮੁਖ ਹਾਜ਼ਰ ਕਰਨ ਲੱਗਿਆ। ਯਹੋਵਾ ਨੇ ਸ਼ੈਤਾਨ ਨੂੰ ਕਿਹਾ ਕਿ ਤੂੰ ਕਿੱਥੋਂ ਆਇਆ? ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ, ਮੈਂ ਫਿਰ ਧਰਤੀ ਵਿੱਚ ਘੁੰਮ ਫਿਰ ਕੇ ਤੇ ਉਸ ਵਿੱਚ ਸੈਰ ਸਪਾਟਾ ਕਰਕੇ ਆਇਆ। ਤੇ ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਕੀ ਤੂੰ ਮੇਰੇ ਦਾਸ ਅਜੂਬ ਵੱਲ ਆਪਣੇ ਮਨ ਵਿੱਚ ਗੌਰ ਕੀਤਾ, ਜੋ ਉਹ ਧਰਤੀ ਦੇ ਵਿੱਚ ਉਹਦੇ ਵਰਗਾ ਕੋਈ ਹੈ? ਤੇ ਉਹ ਇੱਕ ਖਰਾ ਤੇ ਨੇਕ ਆਦਮੀ ਹੈ ਜੋ ਪਰਮੇਸ਼ਵਰ ਤੋਂ ਡਰਦਾ ਤੇ ਹਰ ਬੁਰਾਈ ਤੋਂ ਦੂਰ ਰਹਿੰਦਾ ਹੈ। ਭਾਵੇਂ ਤੂੰ ਮੈਨੂੰ ਚੁੱਕਿਆ ਕਿ ਤਗਾਣੇ ਉਸਨੂੰ ਨਾਸ ਕਰਾਂ, ਅੱਜ ਤੀਕ ਉਸਨੇ ਆਪਣੀ ਖਰਿਆਈ ਨੂੰ ਤਕੜਾ ਕਰਕੇ ਫੜਿਆ ਹੋਇਆ। ਤਾਂ ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਕਿਹਾ, ਖਲ ਦੇ ਬਦਲੇ ਖਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਜਰਾ ਹੱਥ ਵਧਾ, ਉਸਦੀ ਹੱਡੀ ਤੇ ਮਾਸ ਨੂੰ ਛੇੜ ਤਾਂ ਸਹੀ ਕਿ ਉਹ ਤੇਰਾ ਮੂੰਹ ਫਟਕਾਰੇਗਾ ਕਿ ਨਹੀਂ। ਯਹੋਵਾ ਨੇ ਸ਼ੈਤਾਨ ਨੂੰ ਕਿਹਾ, ਵੇਖ, ਉਹ ਤੇਰੇ ਹੱਥ ਵਿੱਚ ਹੈ, ਪਰ ਤੂੰ ਉਹਦੇ ਪ੍ਰਾਣਾਂ ਨੂੰ, ਤੂੰ ਉਹਦੀ ਜਾਨ ਨੂੰ ਬਚਾਈ ਰੱਖੀ। ਤਾਂ ਸ਼ੈਤਾਨ ਯਹੋਵਾ ਦੇ ਅੱਗੇ ਚਲਾ ਗਿਆ ਤੇ ਅਜੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਬੁਰੇ ਫੋੜਿਆਂ ਨਾਲ ਮਾਰਿਆ ਤੇ ਇੱਕ ਠੀਕਰਾ ਲੈ ਕੇ ਉਸਨੇ ਆਪਣੇ ਆਪ ਨੂੰ ਉਸਦੇ ਨਾਲ ਖੁਰ ਕੇ ਸੁਆਹ ਵਿੱਚ ਬੈਠ ਗਿਆ। ਉਸਦੀ ਪਤਨੀ ਨੇ ਉਸਨੂੰ ਕਿਹਾ ਕਿ ਤੇ ਅਜੇ ਵੀ ਆਪਣੀ ਖਰਿਆਈ ਨੂੰ ਫੜਿਆ ਹੋਇਆ, ਘੁੱਟ ਕੇ ਤੂੰ ਖਰਾ ਪਰਮੇਸ਼ਰ ਨੂੰ ਫਟਕਾਰ ਤੇ ਮਰ ਜਾ, ਕਿਉਂਕਿ ਉਸਨੇ ਤੈਨੂੰ ਆਖਿਆ ਕਿ ਜਿਵੇਂ ਝੱਲੀਆਂ ਔਰਤਾਂ ਗੱਲ ਕਰਦੀਆਂ ਹਨ ਇਵੇਂ ਤੂੰ ਬੋਲਦੀ ਹੈ। ਤੇ ਕੀ ਚੰਗਾ ਅਸੀਂ ਲੈ ਲਈਏ ਰੱਬ ਕੋਲੋਂ ਤੇ ਬੁਰਾ ਨਾ ਲਈਏ?
ਇਹ ਸਾਰੇ ਵਿੱਚ ਵੀ ਅਯੂਬ ਨੇ ਆਪਣੇ ਬੁੱਲਾਂ ਨਾਲ ਕੋਈ ਪਾਪ ਨਾ ਕੀਤਾ। ਤਦ ਅਯੂਬ ਨੇ ਆਪਣੇ ਤਿੰਨਾਂ ਮਿੱਤਰਾਂ ਦੇ ਕੋਲ ਇਹ ਸਾਰੇ ਵਿਪਤਾ ਜੋ ਉਸਤੇ ਆਏ ਪਈ ਸੀ ਸੁਣੀ। ਤਾਂ ਉਹ ਆਦਮੀ ਆਪੋ ਆਪਣੇ ਥਾਂ ਤੋਂ ਚੱਲੇ, ਅਰਥਾਤ ਅਲੀਫਜ਼ ਤੇ ਮਾਨੀ, ਬਿਲਦਦ ਸ਼ੂਹੀ ਔਰ ਸੋਫਰ ਨਾਮਾਤੀ ਇਕੱਠੇ ਹੋਏ ਤੇ ਉਹਦਾ ਦੁੱਖ ਵੰਡਾਉਣ ਤੇ ਉਹਨੂੰ ਦਿਲਾਸਾ ਦੇਣ। ਜਦ ਉਹਨਾਂ ਤੋਂ ਦੂਰ ਤੋਂ ਆਪਣੀਆਂ ਅੱਖਾਂ ਚੁੱਕੀਆਂ ਤੇ ਉਹਨਾਂ ਨੂੰ ਉਹਨੂੰ ਨਾ ਪਛਾਣਿਆ ਤਾਂ ਉਹਨਾਂ ਨੇ ਰੋਣ ਲਈ ਆਪਣੀ ਆਵਾਜ਼ ਚੁੱਕੀ। ਤਾਂ ਹਰ ਆਦਮੀ ਆਪਣੇ ਕੱਪੜੇ ਪਾੜ ਕੇ ਆਪਣੇ ਸਿਰਾਂ ਉੱਤੇ ਆਕਾਸ਼ ਵੱਲ ਸੁਆਹ ਉਡਾ ਕੇ 7 ਦਿਨ ਤੇ 7 ਰਾਤਾਂ ਧਰਤੀ ਉੱਤੇ ਉਹਦੇ ਨਾਲ ਬੈਠਾ ਰਿਹਾ ਤੇ ਕਿਸੇ ਨੇ ਉਹਦੇ ਨਾਲ ਗੱਲ ਨਾ ਕੀਤੀ, ਕਿਉਂ ਜੋ ਉਹਨਾਂ ਨੇ ਵੇਖਿਆ ਕਿ ਉਹਦੀ ਪੀੜ ਬਹੁਤ ਡਾਢੀ ਹੈ। ਅਯੂਬ ਦਾ ਆਪਣੇ ਜਨਮ ਉੱਤੇ ਸ਼ਰਾਪ ਤੇ ਚੈਪਟਰ 3। ਇਹਦੇ ਮਗਰੋਂ ਅਯੂਬ ਨੇ ਆਪਣਾ ਮੂੰਹ ਖੋਲ ਕੇ ਆਪਣੇ ਦਿਨ ਨੂੰ ਸ਼ਰਾਪ ਦਿੱਤਾ ਤੇ ਅਯੂਬ ਕਹਿਣ ਲੱਗਾ, ਨਾਸ ਹੋਵੇ ਉਸ ਦਿਨ ਦਾ ਜਿਸ ਵਿੱਚ ਮੈਂ ਜੰਮਿਆ ਤੇ ਰਾਤ ਜਦ ਉਸ ਕਿਹਾ ਚਣ ਮੈਂ ਗਰਭ ਵਿੱਚ ਪਿਆ। ਉਹ ਦਿਨ ਹਨੇਰਾ ਹੋ ਜਾਵੇ, ਪਰਮੇਸ਼ਵਰ ਉੱਪਰੋਂ ਉਹਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ, ਹਨੇਰਾ ਤੇ ਮੌਤ ਦਾ ਸਾਇਆ ਉਹਨੂੰ ਅਪਣਾ ਲੈਣ, ਉਹਦੇ ਉੱਤੇ ਬੱਦਲ ਛਾਇਆ ਰਵੇ, ਦਿਨ ਦੀ ਕਾਲ ਉਹਨੂੰ ਡਰਾਵੇ, ਉਹ ਰਾਤ ਘੁੱਪ ਹਨੇਰੇ ਨੂੰ ਆ ਫੜੇ, ਉਹ ਸਾਲ ਦੇ ਦਿਨਾਂ ਵਿੱਚ ਜੋੜੀ ਨਾ ਜਾਵੇ, ਮਹੀਨਿਆਂ ਦੀ ਗਿਣਤੀ ਵਿੱਚ ਨਾ ਆਵੇ। ਵੇਖੋ ਉਹ ਰਾਤ ਬਾਂਝ ਰਹਿ ਜਾਵੇ, ਉਸ ਵਿੱਚ ਕੋਈ ਜਕਾਰਾ ਨਾ ਹੋਵੇ, ਦਿਨ ਦੇ ਫਟਕਾਰਨ ਵਾਲੇ ਉਹਨੂੰ ਤਿਤਕਾਰਨ ਅਤੇ ਲਿਵ ਯਾਥਾਨ ਦੇ ਛੇੜਨ ਲਈ ਤਿਆਰ ਹਨ ਤੇ ਉਹਦੇ ਤਰਕਾਲਾਂ ਦੇ ਤਾਰੇ ਕਾਲੇ ਹੋ ਜਾਣ। ਤੇ ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ, ਤੇ ਫਜਰ ਦੀਆਂ ਪਲਕਾਂ ਨੂੰ ਨਾ ਵੇਖੇ, ਕਿਉਂ ਜੋ ਉਹਨੇ ਮੇਰੀ ਮਾਂ ਦੇ ਕੁੱਖ ਦੀ ਦਰਾਂ ਨੂੰ ਬੰਦ ਨਾ ਕੀਤਾ ਤੇ ਮੇਰੀਆਂ ਅੱਖਾਂ ਤੋਂ ਦੁੱਖ ਛਿਪਾਇਆ। ਮੈਂ ਕੁੱਖੋਂ ਹੀ ਕਿਉਂ ਨਾ ਮਰ ਗਿਆ, ਮਾਂ ਦੇ ਪੇਟੋਂ ਨਿਕਲਦੇ ਕਿਉਂ ਨਾ ਮੈਂ ਪ੍ਰਾਣ ਦੇ ਦਿੱਤੇ। ਗੋਡਿਆਂ ਤੋਂ ਮੈਨੂੰ ਉਸਨੇ ਕਿਉਂ ਲਿਆ, ਮੈਂ ਦੁੱਧਿਆਂ ਨੇ ਕਿਉਂ ਕਿ ਮੈਂ ਚੁੰਘਦਾ, ਨਹੀਂ ਤਾਂ ਮੈਂ ਹੁਣ ਚੈਨ ਵਿੱਚ ਪਿਆ ਹੁੰਦਾ, ਮੈਂ ਸੁੱਤਾ ਹੁੰਦਾ ਤਦ ਮੈਨੂੰ ਆਰਾਮ ਹੁੰਦਾ। ਧਰਤੀ ਦੇ ਰਾਜਿਆਂ ਤੇ ਦਰਬਾਰੀਆਂ ਨਾਲ ਆਪਣੇ ਲਈ ਥੇਹਾਂ ਨੂੰ ਉਸਾਰਦੇ ਹਨ, ਜਾਂ ਸਰਦਾਰਾਂ ਨਾਲ ਜਿਨ੍ਹਾਂ ਦੇ ਕੋਲ ਸੋਨਾ ਹੈ, ਜਾਂ ਜਿਹੜੇ ਘਰਾਂ ਨੂੰ ਚਾਂਦੀ ਨਾਲ ਭਰ ਲੈਂਦੇ ਹਨ, ਜਾਂ ਛੁਪਾਏ ਗਰਭਪਾਤ ਵਾਂਗੂ ਮੈਂ ਹੁੰਦਾ ਹੀ ਨਾ, ਮਾਸੂਮਾਂ ਵਾਂਗੂ ਜਿਨ੍ਹਾਂ ਨੂੰ ਚਾਨਣ ਵੇਖਿਆ ਹੀ ਨਹੀਂ। ਉੱਥੇ ਦੁਸ਼ਟ ਛੇੜਖਾਨੀ ਤੋਂ ਰੁਕੇ ਰਹਿੰਦੇ ਹਨ, ਉੱਥੇ ਥੱਕੇ ਮੰਨਦੇ ਆਰਾਮ ਪਾਉਂਦੇ ਹਨ, ਬੰਧੂਏ ਉੱਠ ਕੇ ਵਿਸਮ ਲੈਂਦੇ ਹਨ, ਦਰੋਗੇ ਦੀ ਆਵਾਜ਼ ਫਿਰ ਨਹੀਂ ਸੁਣਦੇ। ਛੋਟਾ ਤੇ ਵੱਡਾ ਉੱਥੇ ਹਨ, ਗੋਲਾ ਤੇ ਮਾਲਕ ਤੋਂ ਆਜ਼ਾਦ ਹੈ। ਦੁਖਿਆਰੇ ਨੂੰ ਚਾਨਣ ਕਿਉਂ ਦਿੱਤਾ ਜਾਂਦਾ ਤੇ ਕੌੜੀ ਜਾਨ ਜਿਉਣ। ਜਿਹੜੇ ਮੌਤ ਉਡੀਕਦੇ ਹਨ ਪਰ ਆਉਂਦੀ ਨਹੀਂ, ਤੇ ਉਹ ਦੱਬਿਆ ਹੋਇਆ ਨੂੰ ਖਜ਼ਾਨੇ ਤੋਂ ਵੱਧ ਉਹਦੀ ਖੋਜ ਕਰਦੇ ਹਨ। ਜਿਹੜੇ ਡਾਢੇ ਆਨੰਦ ਹੁੰਦੇ ਹਨ ਤੇ ਖੁਸ਼ੀ ਕਰਦੇ ਹਨ ਤੇ ਕਬਰ ਨੂੰ ਪਾ ਲੈਂਦੇ ਹਨ। ਉਸ ਪੁਰਖ ਨੂੰ ਵੀ ਜਿਸ ਦਾ ਰਾਹ ਲੁਕਿਆ ਹੋਇਆ ਹੈ ਤੇ ਜਿਹਦੇ ਲਈ ਪਰਮੇਸ਼ਰ ਨੇ ਵਾੜ ਗੱਡੀ ਹੋਈ ਹੈ। ਮੇਰੇ ਰੋਟੀ ਖਾਣ ਤੋਂ ਪਹਿਲਾਂ ਮੇਰੇ ਹੌਕੇ ਨਿਕਲਦੇ ਹਨ ਤੇ ਮੇਰੇ ਹੁੰਗੇ ਪਾਣੀ ਵਾਂਗੂ ਵਗਦੇ ਹਨ। ਜਿਸ ਤੋਂ ਮੈਂ ਹੌਲ ਖਾਂਦਾ ਹਾਂ ਉਹ ਮੇਰੇ ਉੱਤੇ ਆ ਪੈਂਦਾ ਹੈ, ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦਾ ਹੈ। ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਆਰਾਮ, ਸਗੋਂ ਬੇਚੈਨੀ ਹੀ ਆਉਂਦੀ ਹੈ। ਚੈਪਟਰ 4 ਅਲੀਫਜ਼ ਪਰਮੇਸ਼ਵਰ ਦਾ ਨਿਆਂ। ਅਲੀਫਜ਼ ਤੇ ਮਾਨੀ ਨੇ ਉੱਤਰ ਦੇ ਕੇ ਆਖਿਆ, ਜੇ ਤੇਰੇ ਨਾਲ ਕੋਈ ਗੱਲ ਕਰਨ ਦੀ ਦਲੇਰੀ ਕਰੇ ਤਾਂ ਭਲਾ ਤੂੰ ਗਰੰਜ ਹੋਵੇਗਾ, ਪਰ ਬੋਲਣ ਤੋਂ ਕੌਣ ਆਪਣੇ ਆਪ ਨੂੰ ਰੋਕ ਸਕਦਾ ਹੈ। ਵੇਖ ਤੈਂ ਬਹੁਤਿਆਂ ਨੂੰ ਸਿਖਾਇਆ, ਢਿੱਲੇ ਹੱਥਾਂ ਨੂੰ ਤਕੜਾ ਕੀਤਾ, ਤੇਰੀਆਂ ਗੱਲਾਂ ਨੇ ਡਗਮਾਉਂਦਿਆਂ ਨੂੰ ਥੰਮਿਆ, ਤੈਂ ਭਿੜਦਿਆਂ ਗੋਡਿਆਂ ਨੂੰ ਮਜ਼ਬੂਤ ਕੀਤਾ, ਪਰ ਹੁਣ ਤੇਰੇ ਉੱਤੇ ਆ ਪਈ ਤੇ ਤੂੰ ਫੁੱਸ ਗਿਆ ਹੈ। ਉਹਨੇ ਤੈਨੂੰ ਛੂਹਿਆ ਤੇ ਤੂੰ ਘਾਬਰ ਗਿਆ। ਭਲਾ ਪਰਮੇਸ਼ਵਰ ਦਾ ਡਰ ਤੇਰਾ ਆਸਰਾ ਨਹੀਂ ਹੈ, ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸਾ ਨਹੀਂ ਹੈ। ਚੇਤੇ ਦਾ ਘਰ ਕਿਹੜਾ ਬਦੋਸ਼ਾ ਕਦੀ ਨਾਸ਼ ਹੋਇਆ, ਜਾਂ ਨੇਕ ਜਨ ਕਿੱਥੇ ਮਿਟਾਏ ਗਏ। ਮੇਰੇ ਵੇਖਣ ਵਿੱਚ ਬਦੀ ਤਾਂ ਵਾਹੁਣ ਵਾਲੇ ਤੇ ਕਸ਼ਟ ਦੇ ਬੀਜਣ ਵਾਲੇ ਉਹੀ ਕੁਝ ਵੱਢਦੇ ਹਨ। ਪਰਮੇਸ਼ਰ ਦੇ ਸਵਾਸ ਨਾਲ ਉਹ ਨਾਸ਼ ਹੋ ਜਾਂਦੇ ਹਨ ਤੇ ਉਹਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ। ਸ਼ੇਰ ਬੱਬਰ ਦੀ ਗਰਜ ਤੇ ਮਾਰੂ ਸ਼ੇਰ ਦੀ ਬੱਬਰ ਦੀ ਆਵਾਜ਼ ਤੇ ਜਵਾਨ ਬੱਬਰਾਂ ਦੇ ਦੰਦ ਭੰਨੇ ਜਾਂਦੇ ਹਨ। ਬੁੱਢਾ ਬੱਬਰ ਸ਼ਿਕਾਰ ਥੋੜ੍ਹਾ ਨਾਸ਼ ਹੁੰਦਾ ਤੇ ਸ਼ੇਰਨੀ ਦੇ ਬੱਚੇ ਖਿੰਡ ਪੁੱਜ ਜਾਂਦੇ ਹਨ। ਇੱਕ ਗੱਲ ਚੋਰੀ ਛਿਪੇ ਮੇਰੇ ਕੋਲ ਪਹੁੰਚਾਈ ਗਈ ਤੇ ਉਹਦੀ ਭਿਣਕ ਮੇਰੇ ਕੰਨਾਂ ਵਿੱਚ ਆਈ, ਰਾਤ ਦੀਆਂ ਦ੍ਰਿਸ਼ਟੀਆਂ ਦੀਆਂ ਚਿਤਮਣੀਆਂ ਵਿੱਚ। ਤੇ ਸਾਰੀ ਨੀਂਦ ਇਨਸਾਨ ਤੇ ਜਦ ਆਉਂਦੀ ਹੈ ਤੇ ਹੌਲ ਤੇ ਕੰਬਾ ਮੇਰੇ ਉੱਤੇ ਆ ਪਿਆ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ। ਇੱਕ ਰੂਹ ਮੇਰੇ ਮੂੰਹ ਅੱਗੇ ਉਹਦੀ ਲੰਘੀ, ਮੇਰੇ ਪਿੰਡੇ ਦੀ ਲੋਈ ਖੜੀ ਹੋ ਗਈ, ਉਹ ਖਲੋ ਗਈ ਤੇ ਮੈਂ ਉਹਦੀ ਸ਼ਕਲ ਪਛਾਣ ਨਾ ਸਕਿਆ। ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ। ਖਾਮੋਸ਼ੀ, ਫਿਰ ਇੱਕ ਆਵਾਜ਼ ਮੈਂ ਸੁਣੀ, ਕੀ ਇੱਕ ਮਨੁੱਖ ਆਦਮੀ ਨਾਲੋਂ ਧਰਮੀ ਹੈ, ਜਾਂ ਪੁਰਖ ਆਪਣੇ ਕਰਤਾਰ ਨਾਲੋਂ ਪਾਕ ਪਵਿੱਤਰ। ਵੇਖ, ਉਹ ਆਪਣੇ ਸੇਵਕਾਂ ਤੇ ਭਰੋਸਾ ਨਹੀਂ ਰੱਖਦਾ, ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ। ਕਿੰਨਾ ਵਾਧੂ ਜਿਹੜੇ ਕੱਚੇ ਘਰਾਂ ਵਿੱਚ ਵਸਦੇ ਹਨ, ਜਿਨ੍ਹਾਂ ਦੀਆਂ ਨੀਹਾਂ ਖਾਕ ਵਿੱਚ ਹਨ, ਜਿਹੜੇ ਭਵੱਕੜ ਤੋਂ ਅੱਗੇ ਰਹੀ ਪੀਏ ਜਾਂਦੇ ਹਨ, ਸਵੇਰ ਤੋਂ ਸ਼ਾਮ ਤੱਕ ਟੁੱਟੇ ਹੋ ਜਾਂਦੇ ਹਨ, ਕਿਸੇ ਦੇ ਸੋਚੇ ਬਿਨਾਂ ਉਹ ਸਦਾ ਲਈ ਨਾਸ਼ ਹੋ ਜਾਂਦੇ ਹਨ। ਕੀ ਉਹਨਾਂ ਦੇ ਤੰਬੂ ਦਾ ਕਿੱਲਾ ਉਹਨਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ, ਉਹ ਬੁੱਝ ਤੋਂ ਬਿਨਾਂ ਹੀ ਮਰ ਜਾਂਦੇ ਹਨ। ਅਲੀਫਜ਼ ਪਰਮੇਸ਼ਵਰ ਦੇ ਝਿੜਕਣ ਦਾ ਕੀ ਲਾਭ। ਜ਼ਰਾ ਚੈਪਟਰ 5 ਜ਼ਰਾ ਪੁਕਾਰ, ਤੈਨੂੰ ਕੋਈ ਉੱਤਰ ਵੀ ਦੇਵੇਗਾ, ਜਾਂ ਪਵਿੱਤਰਾਂ ਵਿੱਚੋਂ ਤੂੰ ਕਿਹਦੇ ਵੱਲ ਮੁੜੇਗਾ।
ਉੜਨਾ ਤਾਂ ਮੂਰਖ ਨੂੰ ਵੱਢ ਸੁੱਟਣਾ ਹੈ ਤੇ ਜਲਨ ਭੋਲਿਆਂ ਭਾਲਿਆਂ ਨੂੰ ਮਾਰ ਦਿੰਦੀ ਹੈ। ਮੈਂ ਮੂਰਖ ਨੂੰ ਜੜ ਫੜਦੇ ਵੇਖਿਆ, ਪਰ ਮੈਂ ਅਚਨਚੱਕ ਉਹਦੇ ਵਸੇਬੇ ਨੂੰ ਤਿਤਕਾਰਿਆ। ਉਹਦੇ ਬੱਚੇ ਬਚਾਓ ਤੋਂ ਦੂਰ ਸਨ ਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ ਤੇ ਛੁਡਾਉਣ ਵਾਲਾ ਕੋਈ ਨਹੀਂ। ਜਿਹਦੀ ਫਸਲ ਭੁੱਖਾ ਖਾ ਲੈਂਦਾ ਹੈ, ਸਗੋਂ ਕੰਡਿਆਂ ਵਿੱਚੋਂ ਵੀ ਕੱਢ ਲੈਂਦਾ ਤੇ ਫਾਇ ਉਹਨਾਂ ਦੇ ਮਾਲ ਨੂੰ ਹੜੱਪ ਕਰ ਲੈਂਦੀ ਹੈ। ਦੁੱਖ ਤਾਂ ਖਾਕ ਵਿੱਚੋਂ ਨਹੀਂ ਨਿਕਲਦਾ, ਨਾ ਕਸ਼ਟ ਮਿੱਟੀ ਵਿੱਚੋਂ, ਪਰ ਆਦਮੀ ਕਸ਼ਟ ਵਿੱਚ ਹੀ ਜੰਮਦਾ ਹੈ। ਜਿਵੇਂ ਚਿੰਗਾੜੇ ਉਤਾਹਾਂ ਉੱਡਦੇ ਹਨ, ਪਰ ਮੈਂ ਪਰਮੇਸ਼ਵਰ ਦਾ ਤਾਲਬ ਰਹਾਂਗਾ। ਆਪਣਾ ਮੁਕੱਦਮਾ ਪਰਮੇਸ਼ਵਰ ਦੇ ਸਪੁਰਦ ਕਰਾਂਗਾ, ਜਿਹੜਾ ਵੱਡੇ ਵੱਡੇ ਤੇ ਅਥਾਹ ਕੰਮ ਤੇ ਅਣਗਿਣਤ ਚਰਚ ਕਰਦਾ ਹੈ, ਜਿਹੜਾ ਮੀਂਹ ਧਰਤੀ ਤੇ ਪਾਉਂਦਾ, ਪੈਲੀਆਂ ਵਿੱਚ ਪਾਣੀ ਘੱਲਦਾ ਤੇ ਉਹ ਨੀਚਿਆਂ ਨੂੰ ਉੱਚਾ ਕਰੇ। ਮਾਤਮ ਕਰਨ ਵਾਲੇ ਨੂੰ ਚੈਨ ਵਿੱਚ ਉੱਚੇ ਕੀਤੇ ਜਾਂਦੇ ਹਨ। ਉਹ ਚਲਾਕਾਂ ਦੀਆਂ ਜੁਗਤੀਆਂ ਨੂੰ ਅਕਾਰਥ ਕਰ ਦਿੰਦਾ ਹੈ ਤੇ ਉਹਦੇ ਹੱਥ ਸਫਲ ਨਹੀਂ ਹੁੰਦੇ। ਉਹਨਾਂ ਦੇ ਬੁੱਧਵਾਨਾਂ ਨੂੰ ਉਹਨਾਂ ਦੀ ਦੁੱਧ ਚਤੁਰਾਈ ਵਿੱਚ ਫਸਾਉਂਦਾ ਹੈ ਤੇ ਫਲ ਛਲਬਾਜ਼ਾਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ। ਦਿਨੇ ਉਹਨਾਂ ਉੱਤੇ ਹਨੇਰ ਪੈ ਜਾਂਦਾ ਹੈ, ਦੁਪਹਿਰ ਨੂੰ ਉਹ ਟੋਂਦੇ ਫਿਰਦੇ ਹਨ ਜਿਵੇਂ ਰਾਤ ਵਿੱਚ। ਇਉਂ ਉਹ ਕੰਗਾਲਾਂ ਨੂੰ ਉਹਨਾਂ ਦੇ ਮੂੰਹ ਦੀ ਤਲਵਾਰ ਤੋਂ ਤੇ ਤਕੜੇ ਤੇ ਹੱਥੋਂ ਬਚਾਉਂਦਾ ਹੈ ਤੇ ਗਰੀਬ ਦੇ ਲਈ ਆਸ ਹੈ ਤੇ ਵਧੀਆ ਆਪਣਾ ਮੂੰਹ ਬੰਦ ਰੱਖਦੀ ਹੈ। ਵੇਖ, ਧੰਨ ਉਹ ਆਦਮੀ ਹੈ ਜਿਸ ਨੂੰ ਪਰਮੇਸ਼ਰ ਦਬਾਉਂਦਾ ਹੈ। ਤੂੰ ਸਰਵਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ। ਉਹ ਤਾਂ ਘਾਇਲ ਕਰਦਾ, ਫਿਰ ਪੱਟੀ ਬੰਨ੍ਹਦਾ, ਉਹ ਸੱਟ ਲਾਉਂਦਾ, ਫਿਰ ਉਹਦੇ ਹੱਥ ਚੰਗਾ ਕਰਦੇ ਹਨ। 6 ਦੁੱਖਾਂ ਤੋਂ ਉਹ ਤੈਨੂੰ ਛੁਡਾਏਗਾ, ਸਗੋਂ 7 ਵਿੱਚ ਕੋਈ ਬਦੀ ਤੈਨੂੰ ਨਾ ਛੋਏਗੀ। ਕਾਲ ਵਿੱਚ ਉਹ ਤੈਨੂੰ ਮੌਤ ਤੋਂ ਨਿਸਤਾਰਾ ਦੇਵੇਗਾ ਤੇ ਲੜਾਈ ਵਿੱਚ ਤਲਵਾਰ ਦੀ ਮਾਰ ਤੋਂ ਜੀਭ ਦੇ ਕੋਰੜ ਤੋਂ ਤੂੰ ਛੁਪਾਇਆ ਜਾਵੇਗਾ। ਤੇ ਜਦ ਤਬਾਹੀ ਆਵੇਗੀ ਤੂੰ ਉਸ ਤੋਂ ਨਾ ਡਰੇਂਗਾ। ਤਬਾਹੀ ਦੇ ਔੜ ਤੇ ਤੂੰ ਹੱਸੇਂਗਾ, ਧਰਤੀ ਦੇ ਦਰਿੰਦਿਆਂ ਤੋਂ ਤੂੰ ਨਾ ਡਰੇਂਗਾ, ਕਿਉਂਕਿ ਮੈਦਾਨ ਦੇ ਪੱਥਰਾਂ ਨਾਲ ਤੇਰਾ ਨਾਮ ਹੋਵੇਗਾ, ਰੜ ਦੇ ਦਰਿੰਦਿਆਂ ਨਾਲ ਤੇਰਾ ਮੇਲ। ਤੇ ਤੂੰ ਜਾਣੇਗਾ ਕਿ ਤੇਰਾ ਤੰਬੂ ਸਲਾਮਤ ਹੈ। ਜਾਂ ਤੂੰ ਆਪਣਾ ਵਸੇਬਾ ਵੇਖੇਂਗਾ ਤਾਂ ਕੋਈ ਚੀਜ਼ ਗੁਆਚੀ ਹੋਈ ਨਾ ਹੋਵੇਗੀ। ਤੂੰ ਇਹ ਵੀ ਜਾਣੇਗਾ ਕਿ ਤੇਰੀ ਨਸਲ ਬਹੁਤ ਹੈ, ਤੇਰੀ ਅੰਸ਼ ਧਰਤੀ ਦੇ ਘਾਹ ਜਿੰਨੀ ਹੈ। ਤੂੰ ਹੀ ਕਬਰ ਵਿੱਚ ਪੂਰੀ ਉਮਰ ਨਾਲ ਜਾਵੇਂਗਾ, ਜਿਵੇਂ ਅੰਨ ਦੀਆਂ ਭਰੀਆਂ ਦੇ ਵੇਲੇ ਸਿਰ। ਵੇਖ, ਇਹ ਸਾਰਾ ਇਹਨੂੰ ਖੋਜਿਆ, ਇਹ ਇਵੇਂ ਹੀ ਹੈ। ਤੂੰ ਇਹਨੂੰ ਸੁਣ ਲੈ ਤੇ ਆਪਣੀ ਜਾਨ ਆਪਣੇ ਲਈ ਜਾਨ ਰੱਖ। ਅਯੂਬ ਆਪਣੇ ਮਿੱਤਰਾਂ ਨੂੰ ਲਾਂਭਾ ਦਿੰਦਾ ਹੈ। ਚੈਪਟਰ 6। ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ, ਕਾਸ਼ ਕਿ ਮੇਰੀ ਤਕਲੀਫ ਚੰਗੀ ਤਰ੍ਹਾਂ ਬੋਲੀ ਜਾਂਦੀ ਤੇ ਮੇਰੀ ਸਾਰੀ ਵਿਪਤਾ ਤਕੜੀ ਵਿੱਚ ਤੋਲੀ ਜਾਂਦੀ, ਤੇ ਹੁਣ ਤਾਂ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਹੁੰਦੀ। ਤੇ ਇਸ ਲਈ ਮੇਰੀਆਂ ਗੱਲਾਂ ਜੋਸ਼ ਵਾਲੀਆਂ ਸਨ, ਕਿਉਂ ਜੋ ਸਰਵਸ਼ਕਤੀਮਾਨ ਦੇ ਬਾਣ ਮੇਰੇ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਦੀ ਵਿਸ ਮੇਰਾ ਆਤਮਾ ਪੀਂਦਾ ਹੈ। ਪਰਮੇਸ਼ਵਰ ਦੇ ਕੋਲ ਮੇਰੇ ਵਿਰੁੱਧ ਪਾਲਾਂ ਬੰਨੀ ਖੜੇ ਹਨ। ਭਲਾ ਜੰਗਲੀ ਗਧਾ ਘਾਹ ਉੱਤੇ ਵੀ ਰਿੰਗਦਾ ਹੈ ਤੇ ਬਲਦ ਆਪਣੇ ਪੱਠਿਆਂ ਉੱਤੇ ਉਡਿੰਗਦਾ ਹੈ। ਭਲਾ ਫਿੱਕੀ ਚੀਜ਼ ਲੂਣ ਤੋਂ ਬਿਨਾਂ ਖਾਈਦੀ ਹੈ? ਕੀ ਆਂਡੇ ਵਿੱਚ ਸਫੇਦੀ ਵਿੱਚ ਸਵਾਦ ਹੈ? ਮੇਰਾ ਜੀ ਉਹਨਾਂ ਦੇ ਛੋਹਣ ਤੋਂ ਇਨਕਾਰ ਕਰਦਾ ਹੈ। ਇਹ ਮੇਰੇ ਲਈ ਘਿਨਾਉਣੀ ਰੋਟੀ ਹਨ। ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਤੇ ਪਰਮੇਸ਼ਵਰ ਮੇਰੀ ਤਾਂਘ ਮੁਤਾਬਕ ਮੈਨੂੰ ਦਿੰਦਾ। ਬਈ ਪਰਮੇਸ਼ਵਰ ਨੂੰ ਇਹ ਭਾਵੇ ਕਿ ਮੈਨੂੰ ਚਿੱਤ ਸੁੱਟੇ ਤੇ ਆਪਣਾ ਹੱਥ ਚਲਾ ਕੇ ਮੈਨੂੰ ਕੱਟ ਸੁੱਟੇ, ਤਦ ਇਹ ਮੇਰੀ ਤਸੱਲੀ ਹੁੰਦੀ ਤੇ ਮੈਂ ਮਿੱਠ ਤੜਫਣ ਵਿੱਚ ਵੀ ਖੁਸ਼ੀ ਨਾਲ ਕਦ ਉੱਠਦਾ। ਬਈ ਪਵਿੱਤਰ ਪੁਰਖ ਦੀਆਂ ਗੱਲਾਂ ਦਾ ਇਨਕਾਰ ਨਹੀਂ ਕੀਤਾ ਸੀ। ਮੇਰਾ ਬਲ ਤਾਂ ਹੈ ਹੀ ਕਿ ਮੈਂ ਉਡੀਕ ਰੱਖਾਂ, ਤਾਂ ਜਾਂ ਮੇਰਾ ਓੜਕ ਤਾਂ ਹੈ ਹੀ ਕਿ ਮੈਂ ਸਬਰ ਕਰਾਂ। ਕੀ ਮੇਰਾ ਬਲ ਪੱਥਰਾਂ ਦਾ ਬਲ, ਜਾਂ ਮੇਰਾ ਸਰੀਰ ਪਿੱਤਲ ਦਾ ਹੈ? ਕੀ ਇਹ ਨਹੀਂ ਕਿ ਮੇਰੀ ਸਫਰ ਮੇਰੇ ਵਿੱਚ ਨਹੀਂ ਤੇ ਕਾਮਯਾਬੀ ਮੈਥੋਂ ਦੂਰ ਹਟਾਈ ਗਈ। ਹੁਸਨ ਵਾਲੇ ਲਈ ਮਿੱਤਰ ਵੱਲੋਂ ਦਇਆ ਹੋਣੀ ਚਾਹੀਦੀ ਹੈ, ਭਾਵੇਂ ਸਰਬ ਸ਼ਕਤੀਮਾਨ ਦਾ ਭੈ ਵੀ ਛੱਡ ਬੈਠਾ ਹੋਵੇ। ਮੇਰੇ ਭਰਾ ਨਦੀ ਵਾਂਗੂ ਉਛਾਲਦੇ ਹਨ, ਉਹਨਾਂ ਨਦੀਆਂ ਤੇ ਥਲਾਂ ਵਾਂਗੂ ਜਿਹੜੇ ਵਗ ਹਟਦੇ ਹਨ ਅਤੇ ਬਰਫ਼ ਦੇ ਕਾਰਨ ਜਿਹੜੀਆਂ ਕਾਲੀਆਂ ਹਨ, ਜਿਨ੍ਹਾਂ ਦੀ ਹਿਮ ਲੁਕੀ ਰਹਿੰਦੀ ਹੈ। ਤਪਾਂ ਦੀ ਰੁੱਤੇ ਉਹ ਅਲੋਪ ਹੋ ਜਾਂਦੀਆਂ ਹਨ, ਗਰਮੀ ਪੈਂਦਿਆਂ ਹੀ ਉਹਨਾਂ ਥਾਂ ਵਿੱਚ ਸੁੱਕ ਜਾਂਦੀਆਂ ਹਨ। ਕਾਫਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਉਹ ਸੁੰਨੇ ਥਾਂ ਵਿੱਚ ਜਾ ਕੇ ਨਾਸ਼ ਹੋ ਜਾਂਦੇ ਹਨ। ਤੇਮਾਂ ਦੇ ਕਾਫਲੇ ਵੇਖਦੇ ਰਹੇ, ਸਭਾ ਦੇ ਜੱਥੇ ਉਹਨਾਂ ਨੂੰ ਉਡੀਕਦੇ ਰਹੇ। ਉਹ ਭਰੋਸਾ ਰੱਖਣ ਵਾਲੇ ਦੇ ਕਾਰਨ ਲੱਜਾਵਾਨ ਹੋਏ, ਉਹ ਅਜੇ ਤੀਕ ਆਏ ਤੇ ਨਿਰਾਸ਼ ਹੋਏ। ਹੁਣ ਤੁਸੀਂ ਮੇਰੇ ਲਈ ਏਦਾਂ ਹੀ ਹੋ, ਤੁਸੀਂ ਭਿਆਨਕ ਚੀਜ਼ ਨੂੰ ਵੇਖਦੇ ਹੀ ਡਰ ਜਾਂਦੇ ਹੋ। ਕੀ ਮੈਂ ਆਖਿਆ ਕਿ ਮੈਨੂੰ ਕੁਛ ਦਿਓ, ਜਾਂ ਆਪਣੇ ਮਾਲ ਧਨ ਵਿੱਚੋਂ ਮੇਰੇ ਲਈ ਵੱਢੀ ਦਿਓ? ਜਾਂ ਵਿਰੋਧੀਆਂ ਦੇ ਹੱਥੋਂ ਮੈਨੂੰ ਛੁਡਾਓ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਨਾਲ ਮੇਰਾ ਛੁਟਕਾਰਾ ਕਰਾਓ। ਮੈਨੂੰ ਸਿਖਾਓ ਤਾਂ ਮੈਂ ਚੁੱਪ ਹੋ ਜਾਵਾਂਗਾ, ਜਿੱਥੇ ਮੈਂ ਭੁੱਲਿਆ ਮੈਨੂੰ ਸਮਝਾਓ। ਸ਼ਾਂਤੀ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਸੱਚਾਈ ਦੀਆਂ। ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ? ਤੁਸੀਂ ਕਿੰਨੀਆਂ ਗੱਲਾਂ ਵਿੱਚ ਮੈਨੂੰ ਝਿੜਕਣਾ ਚਾਹੁੰਦੇ ਹੋ, ਪਰ ਨਿਰਾਸ਼ੀ ਦੀਆਂ ਗੱਲਾਂ ਹਵਾਲੇ ਹੀ ਹਨ। ਤੁਸੀਂ ਯਤੀਮਾਂ ਤੋਂ ਗੁਣਾ ਪਾਉਂਦੇ ਹੋ, ਹਾਂ, ਆਪਣੇ ਦੋਸਤ ਉੱਤੇ ਸੌਦਾਗਰੀ ਕਰਦੇ ਹੋ। ਹੁਣ ਤਾਂ ਕਿਰਪਾ ਕਰਕੇ ਮੇਰੀ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਹੀਂ ਬੋਲਦਾ। ਮੁੜੋ ਕਿ ਬੇਇਨਸਾਫੀ ਨਾ ਹੋਵੇ, ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ। ਕੀ ਮੇਰੀ ਜੀਭ ਉੱਤੇ ਬੇਇਨਸਾਫੀ ਹੈ? ਕੀ ਮੇਰਾ ਤਾਲੂ ਵਿਪਤਾ ਨਹੀਂ ਪਛਾਣ ਸਕਦਾ? ਅਯੂਬ ਆਪਣਾ ਦੁਖੀ ਜੀਵਨ ਦੱਸਦਾ ਹੈ। ਚੈਪਟਰ 7। ਕੀ ਮਨੁੱਖ ਲਈ ਧਰਤੀ ਉੱਤੇ ਕਸ਼ਟ ਨਹੀਂ?
ਜਾਂ ਕੀ ਉਹਦੇ ਦਿਨ ਮਜ਼ਦੂਰ ਦੇ ਨਹੀਂ ਦਿਨ? ਜਿਵੇਂ ਗੋਲਾ ਸ਼ਾਨ ਲੋਚਦਾ ਹੈ ਤੇ ਮਜ਼ਦੂਰ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ, ਤੇ ਵੀ ਮੈਂ ਅਨਰਥ ਦੇ ਮਹੀਨੇ ਦਾ ਮਾਲਕ ਬਣਾਇਆ ਗਿਆ ਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ। ਜਦ ਮੈਂ ਲੰਮਾ ਪੈਂਦਾ ਤੇ ਕਹਿੰਦਾ ਮੈਂ ਕਦ ਉੱਠੂੰਗਾ, ਪਰ ਰਾਤ ਲੰਮੀ ਹੁੰਦੀ ਹੈ ਤੇ ਮੈਂ ਪੈ ਫੁੱਟੇ ਤੀਕਰ ਪਾਸੇ ਲੈਂਦਾ ਥੱਕ ਜਾਂਦਾ। ਮੇਰਾ ਸਰੀਰ ਕੀੜਿਆਂ ਦੇ ਖਾਕ ਦੇ ਢੇਲਿਆਂ ਨਾਲ ਢਕਿਆ ਹੋਇਆ ਹੈ, ਮੇਰੀ ਖਾਲ ਆਕੜ ਜਾਂਦੀ ਹੈ ਤੇ ਪਾਕ ਵਗ ਪੈਂਦੀ ਹੈ। ਮੇਰੇ ਦਿਨ ਜੁਲਾਈ ਦੀ ਜਾਲ ਨਾਲੋਂ ਵੀ ਕਾਲੇ ਹਨ ਤੇ ਮੇਰੇ ਆਸ ਤੋਂ ਬਿਨਾਂ ਬੀਤਦੇ ਹਨ। ਚੇਤੇ ਰੱਖ ਕੇ ਮੇਰਾ ਜੀਵਨ ਸਾਹ ਹੀ ਹੈ ਅਤੇ ਮੇਰੀ ਅੱਖ ਫਿਰ ਭਲਾਈ ਨਹੀਂ ਵੇਖੇਗੀ, ਮੇਰੇ ਵੇਖਣ ਵਾਲੀ ਦੀ ਅੱਖ ਮੈਨੂੰ ਫਿਰ ਨਹੀਂ ਵੇਖੇਗੀ। ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਹੀਂ ਹੋਵਾਂਗਾ। ਜਿਵੇਂ ਬੱਦਲ ਪਾਟ ਕੇ ਮੁੱਕ ਜਾਂਦਾ ਤੇ ਜਿਹੜਾ ਪਤਾਲ ਵਿੱਚ ਉਤਰਦਾ ਹੈ ਫਿਰ ਨਹੀਂ ਉਤਾਂ ਆਉਂਦਾ, ਪਰ ਆਪਣੇ ਘਰ ਨੂੰ ਫਿਰ ਨਹੀਂ ਮੁੜਦਾ, ਉਹਦਾ ਥਾਂ ਫਿਰ ਉਹਨੂੰ ਨਹੀਂ ਪਛਾਣੇਗਾ। ਇਸ ਲਈ ਮੈਂ ਆਪਣਾ ਮੂੰਹ ਬੰਦ ਨਹੀਂ ਕਰੂੰਗਾ। ਮੈਂ ਆਪਣੇ ਆਤਮਿਕ ਦੁੱਖ ਵਿੱਚ ਬੋਲਦਾ ਜਾਊਂਗਾ ਅਤੇ ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਗਿਲਾ ਕਰਦਾ ਰਹੂੰਗਾ। ਕੀ ਸਮੁੰਦਰ ਹਾਂ ਮੈਂ ਜਾਂ ਜਲ ਜੰਤੂ ਵੀ ਤੂੰ ਮੇਰੇ ਉੱਤੇ ਪਹਿਰਾ ਬਿਠਾਉਣਾ? ਜਦ ਮੈਂ ਆਖਦਾ ਹੈ ਕਿ ਮੇਰੀ ਮੰਜੀ ਮੈਨੂੰ ਤਸੱਲੀ ਦੇਵੇਗੀ, ਮੇਰਾ ਵਿਛੋਣਾ ਮੇਰੇ ਗਿਲੇ ਨੂੰ ਚੁੱਕ ਲਵੇਗਾ, ਤਦ ਤੂੰ ਮੈਨੂੰ ਸੁਪਨੇ ਨਾਲ ਘਬਰਾ ਦਿੰਦਾ ਤੇ ਮੈਨੂੰ ਦਰਸ਼ਨਾਂ ਨਾਲ ਡਰਾ ਦਿੰਦਾ। ਸੋ ਮੇਰੀ ਜਾਨ ਫਾਂਸੀ ਨੂੰ ਤੇ ਮੌਤ ਨੂੰ ਮੇਰੀਆਂ ਹੱਡੀਆਂ ਨਾਲ ਅਦਿੱਖ ਚੁਣਦੀ ਹੈ। ਮੈਂ ਤੁੱਛ ਹਾਂ, ਮੈਂ ਸਦਾ ਤੱਕ ਜਿਉਂਦਾ ਨਹੀਂ ਰਵਾਂਗਾ। ਮੈਨੂੰ ਛੱਡ ਦੇ, ਕਿਉਂ ਜੋ ਮੇਰੇ ਦਿਨ ਸਵਾਸ ਹੀ ਹਨ। ਇਨਸਾਨ ਹੈ ਹੀ ਕਿ ਤੂੰ ਉਹਨੂੰ ਵਡਿਆਵੇਂ ਤੇ ਆਪਣਾ ਦਿਲ ਉਸ ਤੇ ਲਾਵੇਂ, ਹਰ ਸੁਬਹ ਉਹਦੀ ਖਬਰ ਲਵੇਂ ਤੇ ਪਲ ਪਲ ਤੈਨੂੰ ਜਾਂਚੇ। ਤੂੰ ਕਦ ਤੱਕ ਮੇਰੇ ਵੱਲ ਵੇਖਣੋਂ ਨਾ ਹਟੇਗਾ ਅਤੇ ਮੈਨੂੰ ਨਾ ਛੱਡੇਗਾ ਵੀ ਮੈਂ ਆਪਣੇ ਥੁੱਕ ਨਿਗਲ ਲਵਾਂ? ਜਿਵੇਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਕੀਤਾ? ਹੇ ਆਦਮੀ ਦੇ ਰਾਖੇ, ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾਇਆ? ਵੀ ਮੈਂ ਆਪਣੇ ਲਈ ਬੋਝ ਹੋ ਗਿਆ ਹਾਂ ਤੇ ਮੇਰਾ ਅਪਰਾਧ ਕਿਉਂ ਮਾਫ ਨਹੀਂ ਕਰਦਾ? ਮੇਰੀ ਬਦੀ ਦੂਰ ਕਿਉਂ ਨਹੀਂ ਕਰਦਾ? ਮੈਂ ਤਾਂ ਹੁਣ ਖਾਕ ਵਿੱਚ ਜਾ ਲੇਟਾਂਗਾ ਤੇ ਤੂੰ ਮੈਨੂੰ ਢੂੰਡੇਂਗਾ ਪਰ ਮੈਂ ਨਹੀਂ ਹੋਵਾਂਗਾ। ਬਿਲਦਦ ਧਰਮੀ ਸੁਖੀ ਤੇ ਪਾਪੀ ਦੁਖੀ। ਚੈਪਟਰ 8। ਤਦ ਬਿਲਦਦ ਸ਼ੁਭੀ ਨੇ ਉੱਤਰ ਦੇ ਕੇ ਆਖਿਆ, ਤੂੰ ਕਿੰਨਾ ਚਿਰ ਇਹਨਾਂ ਗੱਲਾਂ ਨੂੰ ਕਰਦਾ ਜਾਏਗਾ? ਤੇਰੇ ਸ਼ਬਦ ਮੂੰਹ ਦੇ ਇੱਕ ਤੂਫਾਨੀ ਹਵਾ ਹੋਣਗੇ। ਕਿ ਪਰਮੇਸ਼ਰ ਨਿਆਂ ਨੂੰ ਵਿਗਾੜਦਾ ਹੈ ਜਾਂ ਸਰਵ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ? ਜਾਂ ਤੇਰੇ ਪੁੱਤਾਂ ਨੇ ਉਹਦਾ ਪਾਪ ਕੀਤਾ? ਜੇ ਤੇਰੇ ਪੁੱਤਾਂ ਨੇ ਉਹਦਾ ਪਾਪ ਕੀਤਾ ਤਾਂ ਉਹਨੂੰ ਉਹਨਾਂ ਦੇ ਅਪਰਾਧ ਦੇ ਵੱਸ ਕਰ ਦਿੱਤਾ। ਜੇ ਤੂੰ ਪਰਮੇਸ਼ਰ ਨੂੰ ਗੌਰ ਨਾਲ ਭਾਲਦਾ ਤੇ ਸਰਵ ਸ਼ਕਤੀ ਅੱਗੇ ਬੇਨਤੀ ਕਰਦਾ, ਜੇ ਤੂੰ ਪਾਕ ਤੇ ਨੇਕ ਹੁੰਦਾ, ਜੇ ਹੁਣ ਤੇਰੇ ਲਈ ਉਹ ਜਾਗ ਉੱਠਦਾ ਅਤੇ ਤੇਰੇ ਧਰਮ ਦਾ ਵਸੇਬਾ ਬਚਾਈ ਰੱਖਦਾ, ਤੇਰਾ ਆਦ ਭਾਵੇਂ ਛੋਟਾ ਹੀ ਸੀਗਾ ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ। ਤੂੰ ਪਹਿਲੀ ਪੀੜ੍ਹੀ ਤੋਂ ਪੁੱਛਦਾ, ਉਹਨਾਂ ਦੇ ਪਿਓ ਦਾਦੇ ਨੇ ਖੋਜਾਂ ਉੱਤੇ ਧਿਆਨ ਦੇ। ਆਪਾਂ ਤਾਂ ਕੱਲ ਦੇ ਹਾਂ ਤੇ ਕੁਛ ਵੀ ਨਹੀਂ ਜਾਣਦੇ, ਕਿਉਂਕਿ ਸਾਡੇ ਦਿਨ ਧਰਤੀ ਉੱਤੇ ਸਾਇਆ ਹੀ ਹਨ। ਕੀ ਉਹ ਤੈਨੂੰ ਨਾ ਸਿਖਾਉਣਗੇ ਤੇ ਤੈਨੂੰ ਨਾ ਦੱਸਣਗੇ? ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ? ਭਲਾ ਬਿਨਾਂ ਚਿੱਕੜ ਤੋਂ ਜਲ ਕਰਨਾ ਉੱਗੂ, ਬਿਨਾਂ ਪਾਣੀ ਤੋਂ ਦੱਬ ਵਧੂ? ਜਦੋਂ ਉਹ ਅਜੇ ਹਰਾ ਹੀ ਆ, ਵੱਢਣ ਤੋਂ ਪਹਿਲਾਂ ਤੇ ਦੂਜਾ ਘਾਵਾਂ ਨਾਲ ਪਹਿਲਾਂ ਹੀ ਸੁੱਕ ਜਾਂਦਾ ਹੈ। ਇਹ ਵੀ ਪਰਮੇਸ਼ਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ ਤੇ ਧਰਮ ਦੀ ਆਸ਼ਾ ਟੁੱਟ ਜਾਂਦੀ ਹੈ। ਜਿਹਦਾ ਬਨਵਾਸ ਵਿਸ਼ਵਾਸ ਟੁੱਟ ਜਾਂਦਾ ਹੈ ਤੇ ਜਿਹਦਾ ਭਰੋਸਾ ਮੱਕੜੀ ਦਾ ਜਾਲਾ ਹੈਗਾ ਤੇ ਉਹ ਆਪਣੇ ਘਰ ਦੇ ਉੱਤੇ ਟੇਕ ਲਾਊਗਾ ਤੇ ਉਹ ਖੜਾ ਨਹੀਂ ਰਹੂਗਾ ਤੇ ਉਹਨੂੰ ਤਕੜਾਈ ਨਾਲ ਫੜ ਲਊਗਾ ਪਰ ਉਹ ਕਾਇਮ ਨਹੀਂ ਰਹੂਗਾ। ਉਹ ਧੁੱਪ ਵਿੱਚ ਹਰਾ ਭਰਾ ਹੈਗਾ ਤੇ ਉਹਦੀਆਂ ਡਾਲੀਆਂ ਉਹਦੇ ਬਾਗ ਉੱਤੇ ਜਾਂਦੀਆਂ ਹਨ। ਉਹਦੇ ਜਿਹੜੇ ਪੱਥਰ ਦੇ ਢੇਰ ਵਿੱਚ ਲਿਪਟੀਆਂ ਹੋਈਆਂ ਹਨ, ਉਹ ਪੱਥਰ ਦੇ ਘਰ ਤੋਂ ਪਾਸ ਲੈਂਦਾ ਹੈ। ਉਹ ਆਪਣੇ ਥਾਂ ਤੋਂ ਭੱਖ ਲਿਆ ਜਾਵੇ ਤੇ ਉਹ ਉਹਦਾ ਇਨਕਾਰ ਕਰੂਗਾ ਤੇ ਮੈਂ ਤੈਨੂੰ ਵੇਖਿਆ ਹੀ ਨਹੀਂ। ਵੇਖ, ਉਹਦੇ ਰਾਤ ਦੀ ਖੁਸ਼ੀ ਹੈਗਾ ਤੇ ਉਹ ਦੂਜੇ ਖਾਕ ਚੋਂ ਨਿਕਲਣਗੇ। ਵੇਖ, ਆਦਮੀ ਖਰੇ ਆਦਮੀ ਨੂੰ ਪਰਮੇਸ਼ਰ ਨਹੀਂ ਤਿਆਗੂਗਾ ਤੇ ਬੁਰਿਆਰਾਂ ਦੇ ਹੱਥ ਨੂੰ ਨਹੀਂ ਥੰਮੂਗਾ। ਉਹ ਅਜੇ ਵੀ ਤੇਰੇ ਮੂੰਹ ਨੂੰ ਹਾਸੇ ਨਾਲ ਤੇ ਤੇਰੇ ਬੁੱਲਾਂ ਨੂੰ ਜਕਾਰੇ ਨਾਲ ਭਰੂਗਾ। ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ ਤੇ ਦੁਸ਼ਟਾਂ ਦਾ ਤੰਬੂ ਹੋਊਗਾ ਹੀ ਨਾ। ਅਜੂਬ ਪਰਮੇਸ਼ਰ ਖਰੇ ਤੇ ਖੋਟੇ ਨੂੰ ਇੱਕੋ ਜਿਹੇ ਮੁਕਾ ਦਿੰਦਾ ਹੈ। ਚੈਪਟਰ 9। ਅਜੂਬ ਨੇ ਉੱਤਰ ਦੇ ਕੇ ਆਖਿਆ, ਮੈਂ ਸੱਚਮੁੱਚ ਜਾਣਦਾ ਵੀ ਇਹ ਇਵੇਂ ਹੈ, ਪਰ ਆਦਮੀ ਪਰਮੇਸ਼ਰ ਅੱਗੇ ਕਿਵੇਂ ਧਰਮੀ ਠਹਿਰੇ? ਜੇ ਉਹਦੇ ਨਾਲ ਬਹਿਸ ਵੀ ਕਰਨਾ ਚਾਹਵੇ ਤਾਂ 1000 ਵਿੱਚੋਂ ਇੱਕ ਗੱਲ ਦਾ ਜਵਾਬ ਨਹੀਂ ਦੇ ਸਕੇਗਾ। ਤੇ ਦਿਲੋਂ ਬੁੱਧੀਮਾਨ ਤੇ ਅਤ ਬਲਵੰਤ ਹੈ ਉਹ, ਤੇ ਕਿਹਨੇ ਉਹਦਾ ਸਾਹਮਣਾ ਕੀਤਾ ਤੇ ਉਹ ਕਮਜ਼ੋਰ ਹੋਇਆ? ਉਹ ਜੋ ਪਹਾੜਾਂ ਨੂੰ ਹਟਾ ਦਿੰਦਾ ਤੇ ਉਹ ਨਹੀਂ ਜਾਣਦੇ, ਜਦ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਉਲਟ ਦਿੰਦਾ। ਉਹ ਜੋ ਧਰਤੀ ਨੂੰ ਉਹ ਥਾਂ ਤੋਂ ਹਿਲਾ ਦਿੰਦਾ ਤੇ ਉਹਦੇ ਥੰਮ ਕੰਬ ਉੱਠਦੇ ਹਨ। ਉਹ ਜੋ ਸੂਰਜ ਨੂੰ ਹੁਕਮ ਦਿੰਦਾ ਤੇ ਉਹ ਚੜ੍ਹਦਾ ਨਹੀਂ। ਉਹ ਜੋ ਤਾਰਿਆਂ ਉੱਤੇ ਮੋਹਰ ਲਾਉਂਦਾ ਤੇ ਜੋ ਇਕੱਲਾ ਹੀ ਆਕਾਸ਼ਾਂ ਨੂੰ ਤਾਣ ਦਿੰਦਾ ਤੇ ਸਮੁੰਦਰ ਦੇ ਠਾਠਾਂ ਉੱਤੇ ਚੱਲਦਾ, ਜੋ ਸਭ ਤਿਰਖ ਜਬਾਰ ਖੇਤੀਆਂ ਉਹਦੇ ਦੱਖਣ ਦੇ ਕੋਟੜੀਆਂ ਦਾ ਸਿਰਜਣਹਾਰ ਹੈ।
जो वड्डे वड्डे काम जिहड़े अथाह हन ते अचरज ते अणगिणत हन करदा है। वेखो मेरे कोल ते लंघ जांदा पर मैं उहनूं वेखदा नहीं, वो अगे चलदा है पर मैं उहनूं पछाणदा नहीं। वेखो झपट मारदा ते कौन उहनूं हटाऊगा, वो कौन उहनूं आखूगा कि तू की करदा। परमेश्वर अपना क्रोध नहीं रोकेगा। रहत दे सहायक ਉਹਦੇ ਹੇਠ ਝੁਕ ਜਾਂਦੇ ਹਨ ਤੇ ਮੈਂ ਕਿੱਦਾਂ ਨੂੰ ਜਵਾਬ ਦੇ ਸਕਦਾ। ਤਾਂ ਉਹਦੇ ਲਈ ਆਪਣਾ ਦਲੀਲਾਂ ਚੁਣ ਸਕਦਾ। ਜਿਹਨੂੰ ਧਰਮੀ ਹੁੰਦਿਆਂ ਵੀ ਮੈਂ ਜਵਾਬ ਨਹੀਂ ਦੇ ਸਕਦਾ। ਮੈਂ ਆਪਣੀ ਨਿਆਂ ਦੇ ਅੱਗੇ ਦੁਹਾਈ ਦਿੰਦਾ, ਮੈਂ ਪੁਕਾਰਦਾ ਤੇ ਉੱਤਰ ਹੀ ਨਹੀਂ ਦਿੰਦਾ। उत्तर भी दिंदा तो मैं निश्चय ना करदा, फिर उस मेरी आवाज ते कान धरिया क्यों जो उस मैनू तूफान नाल तोड़ सकता ਅਤੇ ਦਗਾਣੇ ਮੇਰੇ ਫੱਟਾਂ ਨੂੰ ਵਧਾਉਂਦਾ। ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ। ਜੇ ਬਲ ਨੂੰ ਲਈਏ ਤਾਂ ਸ਼ਕਤੀਮਾਨ ਵੇਖੋ, ਜੇ ਨਿਆਂ ਲਈਏ ਤਾਂ ਕੌਣ ਮੇਰਾ ਸਾਮਨ ਕਢਾ ਸਕਦਾ। ਤਾਂ ਵੀ ਮੈਂ ਧਰਮੀ ਹੋਵਾਂ ਤਾਂ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ। ਜੇ ਮੈਂ ਖਰਾ ਵੀ ਹੋਵਾਂ ਤਾਂ ਮੈਨੂੰ ਕਿਹੜਾ ਸਾਬਤ ਕਰੇਗਾ। ਮੈਂ ਖਰਾ ਤਾਂ ਹਾਂ ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ। ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ। ਇਹ ਇੱਕੋ ਹੀ ਗੱਲ ਹੈ ਜਿਹੜੀ ਇਸ ਲਈ ਮੈਂ ਆਖਦਾ ਖਰੇ ਤੇ ਕੋਟੇ ਨੂੰ ਉਹ ਮੁਕਾ ਦਿੰਦਾ ਹੈ। ਜਦ ਕੋਰੜਾ ਅਚਾਨਕ ਮਾਰ ਸੁੱਟੇ ਤਦ ਉਹ ਬੇਦੋਸ਼ੀਆਂ ਦੀ ਉਦਾਸੀ ਉੱਤੇ ਠੱਠਾ ਮਾਰਦਾ। ਧਰਤੀ ਦੁਸ਼ਟਾਂ ਦੇ ਹੱਥ ਦਿੱਤੀ ਗਈ ਹੈ, ਉਹ ਨਿਆਂਇਆਂ ਦੇ ਚਿਹਰੇ ਨੂੰ ਢੱਕ ਦਿੰਦਾ ਹੈ। ਜੇ ਨਹੀਂ ਤਾਂ ਹੋਰ ਕੌਣ। ਮੇਰੇ ਦਿਲ ਹਲਕਾਰੇ ਤੋਂ ਵੀ ਤੇਜ਼ ਹਨ, ਮੇਰੇ ਦਿਲ ਹਲਕਾਰੇ ਤੋਂ ਵੀ ਤੇਜ਼ ਹਨ। ਉਹ ਉੱਡ ਜਾਂਦੇ ਹਨ, ਉਹ ਭਲਾਈ ਨਹੀਂ ਵੇਖਦੇ, ਉਹ ਕਾਗਜ਼ਾਂ ਦੀ ਬੇੜੀ ਵਾਂਗੂ ਚਲੇ ਜਾਂਦੇ ਹਨ ਜਿਵੇਂ ਬਾਜ਼ शिकार से झपटा मारदा है। जे मैं आखा भी मेरा अपना गिला भुल में जावांगा, मैं अपना मुंह बदलांगा तो उन्हें खुशी भी खावांगा। मैं अपने सारे दुखों तो डरदा हाँ, मैं जानदा भी मैनू तू बरी नहीं करेगा, मैं दोषी ठहरांगा। मैं क्यों व्यर्थ कष्ट झल्ला, मैं अपने आप में बर्फ के पानी नाल धोवां जो अपने अग हत्थां नूं सोडना साफ करा। कम कि मैनू पोए विच डोब देगा ते मेरे कपड़े मैथों घिरना करनगे ते ओह मेरे जिहा मनुख नहीं भी मैं ਉਹਨੂੰ ਉਤਰਦਾ ਤੇ ਅਸੀਂ ਨਿਆਂ ਵਿੱਚ ਇਕੱਠੇ ਪਈਏ। ਸਾਡੇ ਦੋਹਾਂ ਵਿੱਚ ਕੋਈ ਸਾਲਿਸ ਨਹੀਂ ਜੋ ਸਾਡੇ ਦੋਹਾਂ ਉੱਤੇ ਹੱਥ ਰੱਖੇ। ਉਹ ਆਪਣੀ ਸੋਟੀ ਮੇਰੇ ਤੋਂ ਹਟਾ ਲਵੇ, ਜੇ ਉਹਦਾ ਹੌਲ ਮੈਨੂੰ ਨਾ ਡਰਾਵੇ। ਮੈਂ ਤਾਂ ਬੋਲਾਂਗਾ, ਮੈਂ ਉਸ ਤੋਂ ਨਾ ਡਰਾਂਗਾ ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ। ਅਯੂਬ ਪਰਮੇਸ਼ਵਰ ਦੀ ਕਠੋਰਤਾ ਉੱਤੇ ਗਿਲਾ। ਚੈਪਟਰ 10। मेरी जान मेरी हयाती तो थकी हुई है, मैं अपने गिले नूं खोल के दसांगा। मैं अपनी जान की कुड़त्तन विच बोलांगा, मैं परमेश्वर नूं आखांगा मैनूं दोषी ना ठहरा। तू मैनूं दस नहीं मैं तेरे नाल क्यों इट कड़का करदा है, तू क्यों मेरे नाल ये करदा है। भला ये तेरे लिए चंगा है कि तू धक्केशाही करे। तू अपने हत्थां दे हासिल नूं तुस जाणे ते दुष्टां दी सलाह ते चमके। भला तेरी अखां मासदियां हन जद तू उवें वेखदा जिवें इंसान वेखदा। कि तेरे दिन इंसान दे दिन हन ते तेरे बड़े आदमी दे दिनां वर्गे हन भी तू मेरी बदी नूं भालदा, मेरे पाप दी पड़ताल करदा। भावें तू जानदा है भी मैं दोषी नहीं ते तेरे हत्थों कोई छुड़ाउण वाला भी नहीं। तेरे हत्थां ने मैनूं साजिया ते बनाया, चौं पासियां तो हुण तू मैनूं नाश करेगा। चेते कर भी तैं मैनूं गुन्नी हुई मिट्टी वांगू बनाया, कि तू मैनूं खाक विच मोड़ देवेगा। भला तैं मैनूं दुध वांगू नहीं बोलिया ते दही वांगू नहीं जमाया। तू खाल ते मास मैनूं नहीं पलाया, मैनूं पलाया ते हड्डियां ते नसां नाल मैनूं जोड़िया। जीवन ते दया मैनूं बख्शी ते तेरी निगरानी ने मेरे आत्मा दी पालना कीती। ਇਹ तैं अपने दिल विच लुका रखिया सी पर मैं जानदा हां भी तेरे अंदर सी। जे मैं पाप करां तां तू मेरी राखी करदा है, तू मेरी बदी तो मैनूं बरी ना करेगा। जे मैं दोषी हुआ तो हाय मेरे उत्ते, जे मैं धर्मी हुआ तो अपना सिर ना चुक सकांगा। मैं शर्म भरिया होया तो अपना दुख फेंकदा, जे सिर चुकिया भी जाए तो तू शी वांगू मेरा शिकार करदा है ते फिर अपने आप में मेरे विरुद्ध अचरज होके विखाउणा। तू अपने नवे गवाह मेरे उत्ते लियाना ते अपना कहर मेरे उत्ते वधाउणा। सैना ते सैना मेरे विरुद्ध हन ते तू मैनूं कुख तो क्यों बाहर लिआंदा। मैं प्राण छड़ दिंदा ते मैनूं कोई आखी ना वेखदी। मैं ਇਹ ਹੁੰਦਾ ਜਿਵੇਂ ਹੋਇਆ ਹੀ ਨਹੀਂ। मैं पेट तो ही कबर नूं ले जाया जांदा कि मेरे दिन थोड़े नहीं। हुण तां हट मैनूं छड्ड भी मैं थोड़ी जी तो शांति पावां। इस तो पहला कि मैं जावां इत्थों मुड़ना फिर मुड़ा हनेरे ते मौत दे साए दे देश नूं, अर्थात उस देश नूं जिथे अद्धी रात च हनेरा, जिथे मौत दा साया ते कोई तरतीब नहीं ते लो भी अद्धी रात दे हनेरे वांगू है। सोफर पछताउण लई मत रहिंदा है। चैप्टर 11। ते सोफर ने माथे नूं उत्तर दे के आखिया कि इन्हां गल्लां दी वाफे दा उत्तर ना दित्ता जावे या बकवासी मनुख धर्मी ठहराया जावे। कि तेरियां गप्पां मनुखां नूं चुप करा सकदियां हन।
जब तू ठट्ठे मारे तो तेन कोई शर्मिंदा ना करे। तू कहना है कि मेरी सिक्ख्या पाक है तो मेरी अखां विच मैं शुद्ध हाँ। काश के परमेश्वर आप बोले तो तेरे विरुद्ध अपने बुल खोले और बुद्ध दे भेद तेन दसे। वो तो समझ विच बहुगुण है। तू जान ले भी परमेश्वर तेरे दोष नूं भुला दिंदा है, भला तू खोज नाल परमेश्वर नूं लभ सकदा है या सर्वशक्तिमान नूं संपूर्णता तक पा सकदा है। वो आकाश तो उच्चा है, तू की कर सकदा है? वो पताल तो डूंगा, तू की जान सकदा है? ओदा नाप धरती तो लम्मा ते सागर तो चौड़ा है। जो लंघ के बंद कर दे ते सवे बुलावे तो कौन नहीं मुड़े। वो तो फोकट आदमी नहीं जानदा है ते बदी नहीं वेखदा है, भावें उस उत्ते गौर नहीं करदा। पर मूर्ख तद बुद्धवान होगा जब जंगली गधे का बच्चा आदमी होके जमे। जे तू अपने दिल नूं सुधारे तो ओदे अगे अपना हाथ अड्ड। जे तेरे विच बदी होवे तो ओनू दूर कर। जे बुराई तेरे तंबू विच ना वसे तो जरूर अपना मुंह बेदाग चुकेगा तो स्थिर होके कदी ना डरेगा। तू तो अपना कष्ट भूल जाएगा। तू लंघ गया पानी वांगू उन्हें चेते करेगा। फिर जीवन दोपहर तो भी तेज बन होगा, अंधेरा फजर वांगू होगा। इसलिए तेनों इतबार होगा कि आशा है। तू इधर उधर वेख के इतबार नाल लेटेगा। तू लम्मा पेगा, तेन कोई डराएगा नहीं। तेरे मुंह वल बहुते तकणगे पर दुष्टां दी अखां रह जाणगियां ते उन्हां दा नठण दा राह मुक जाएगा ते प्राण त्यागना उन्हां दी आशा हो। अजूब परमेश्वर दी समर्था चैप्टर 12। तो अजूब ने उत्तर दे के आख्या, बेशक तुसीं तां ओह लोक हो जिन्हां ने मेरी बुद्ध मारी जावेगी, जिन्हां दे नाल पर मेरा भी तुहाडे जिहा मन है। मैं तुहाडे नालों रिहा होया नहीं ते कौन है जो जिहियां गल्लां नहीं जानदा। मैं अपने गुआढ़ियां लई हासी हां अते अपने परमेश्वर नूं पुकारिया ते उस उत्तर दिता। मैं धर्मी ते खरा जन हासी ही हां। बिपता लई सुखी दे ख्याल विच किन है। ਉਹ ਉਹਨਾਂ ਲਈ ਤਿਆਰ ਹੈ ਜਿਨ੍ਹਾਂ ਦੇ ਪੈਰ ਤਿਲਕਣ ਹਨ। ਲੁਟੇਰਿਆਂ ਦੇ ਤੰਬੂ ਸਫਲ ਰਹਿੰਦੇ ਹਨ ਪਰ ਪਰਮੇਸ਼ਰ ਨੂੰ ਗੁੱਸਾ ਚੜਾਉਣ ਤੇ ਸਲਾਮਤ ਰਹਿੰਦੇ ਹਨ। ਜਿਨ੍ਹਾਂ ਦੇ ਹੱਥ ਵਿੱਚ ਪਰਮੇਸ਼ਰ ਬਹੁਤ ਦਿੰਦਾ ਹੈ, ਪਰੰਤੂ ਡੰਗਰਾਂ ਤੋਂ ਪੁੱਛ ਅਤੇ ਉਹ ਤੈਨੂੰ ਸਿਖਾਉਣਗੇ ਤੇ ਆਕਾਸ਼ ਦੇ ਪੰਛੀਆਂ ਤੋਂ ਤੈਨੂੰ ਦੱਸਣਗੇ। ਜਾਂ ਧਰਤੀ ਨਾਲ ਗੱਲ ਕਰੋ ਤੈਨੂੰ ਸਿਖਾਏਗੀ। ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਣਾ ਕਰਨਗੀਆਂ। ਇਹਨਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ ਵੀ ਜੋ ਉਹਦੇ ਹੱਥ ਨੇ ਇਹ ਕੀਤਾ ਹੈ, ਜਿਹਦੇ ਹੱਥ ਵਿੱਚ ਹਰ ਇੱਕ ਜਿਉਂਦੇ ਦੇ ਪ੍ਰਾਣ ਹਨ ਤੇ ਹਰ ਇੱਕ ਬਸ਼ਰ ਦਾ ਆਤਮਾ ਵੀ। ਭਲਾ ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸਵਾਦ ਚੱਖ ਲੈਂਦਾ। ਬੁੱਢਿਆਂ ਵਿੱਚ ਬੁੱਧੀ ਹੁੰਦੀ ਹੈ ਤੇ ਦਿਨ ਦੀ ਲੰਬਾਈ ਵਿੱਚ ਸਮਝ ਹੈ। ਪਰਮੇਸ਼ਰ ਦੇ ਨਾਲ ਬੁੱਧ ਤੇ ਸਮਰੱਥਾ ਤੇ ਉਹਦੇ ਕੋਲ ਸਲਾਹ ਤੇ ਸਮਝ ਹੈ। ਵੇਖੋ ਉਹ ਫਾਹ ਸੁੱਟਦਾ, ਢਾਹ ਸੁੱਟਦਾ ਤੇ ਬਣਾਇਆ ਹੀ ਨਹੀਂ ਜਾ ਸਕਦਾ ਤੇ ਮਨੁੱਖ ਉੱਤੇ ਬੰਧਨ ਪਾਉਂਦਾ ਤੇ ਉਹ ਖੁੱਲ ਨਹੀਂ ਸਕਦਾ। ਵੇਖੋ ਪਾਣੀਆਂ ਨੂੰ ਰੋਕ ਲੈਂਦਾ ਤੇ ਸੁੱਕ ਜਾਂਦੇ ਹਨ ਤੇ ਉਹਨਾਂ ਨੂੰ ਘਾਲਦਾ ਤੇ ਧਰਤੀ ਨੂੰ ਉਲਟ ਦਿੰਦੇ ਹਨ। ਤੇ ਉਹਦੇ ਨਾਲ ਸ਼ਕਤੀ ਤੇ ਦਿਲਾਈ ਹੈ। ਧੋਖਾ ਦੇਣ ਵਾਲਾ ਧੋਖਾ ਖਾਣ ਵਾਲਾ ਉਹਦੇ ਹਨ। ਅਤੇ ਜੋ ਦਰਬਾਰੀਆਂ ਨੂੰ ਨੰਗੇ ਪੈਰੀਂ ਤੁਰਾਉਂਦਾ ਤੇ ਨਿਆਂਇਆਂ ਨੂੰ ਬੁੱਧੂ ਬਣਾਉਂਦਾ ਤੇ ਰਾਜਿਆਂ ਦੇ ਬੰਧਨਾਂ ਨੂੰ ਖੋਲ ਦਿੰਦਾ ਤੇ ਇਲਾਕਾ ਉੱਤੇ ਲੰਗੋਟੀਆਂ ਬੰਨ੍ਹ ਦਿੰਦਾ। ਜਾਜਕਾਂ ਨੂੰ ਨੰਗੇ ਪੈਰੀਂ ਤੁਰਾਉਂਦਾ ਤੇ ਤਕੜਿਆਂ ਨੂੰ ਉਲਟਾ ਦਿੰਦਾ। ਵਫ਼ਾਦਾਰਾਂ ਦੇ ਬੁੱਲ ਬੰਦ ਕਰ ਦਿੰਦਾ ਤੇ ਬਜ਼ੁਰਗਾਂ ਦਾ ਵਿਵੇਕ ਲੈ ਲੈਂਦਾ। ਪਤਵੰਤਾਂ ਉੱਤੇ ਘਿਣ ਡੋਲ ਦਿੰਦਾ ਤੇ ਜ਼ੋਰਾਵਰਾਂ ਦਾ ਕਮਰ ਕੱਸਾ ਢਿੱਲਾ ਕਰ ਦਿੰਦਾ। ਹਨੇਰੇ ਦੀਆਂ ਡੂੰਘੀਆਂ ਗੱਲਾਂ ਨੰਗੀਆਂ ਕਰ ਦਿੰਦਾ ਤੇ ਮੌਤ ਦੇ ਸਾਏ ਨੂੰ ਚਾਨਣ ਵਿੱਚ ਬਾਹਰ ਲੈ ਆਉਂਦਾ। ਉਹ ਕੌਮਾਂ ਨੂੰ ਵਧਾਉਂਦਾ ਤੇ ਉਹਨਾਂ ਨੂੰ ਨਾਸ਼ ਕਰਦਾ, ਕੌਮਾਂ ਨੂੰ ਫੈਲਾਉਂਦਾ ਤੇ ਉਹਨਾਂ ਨੂੰ ਮੋੜ ਲਿਆਉਂਦਾ। ਦੇਸ਼ ਦੇ ਲੋਕਾਂ ਦੇ ਮੁਖੀਆਂ ਦੀ ਮੱਤ ਨੂੰ ਲੈ ਲੈਂਦਾ ਤੇ ਉਹਨਾਂ ਨੂੰ ਸੁੰਨੇ ਥਾਂ 'ਚ ਭਟਕਾਉਂਦਾ ਜਿੱਥੇ ਕੋਈ ਰਾਹ ਹੀ ਨਹੀਂ। ਉਹ ਹਨੇਰੇ ਵਿੱਚ ਬਿਨਾਂ ਚਾਨਣ ਤੋਂ ਟੋਹਦੇ ਫਿਰਦੇ ਹਨ ਤੇ ਉਹਨਾਂ ਨੂੰ ਉਹ ਸ਼ਰਾਬੀ ਵਾਂਗੂ ਭਟਕਾਉਂਦਾ ਹੈ। परमेश्वर अगे न्याय दी अजूब दी अरजोई चैप्टर 13। देखो मेरी अख ने सब कुछ वेख्या, मेरे कन्नां ने सुनिया ते समझिया। जिवें तुसीं जाणदे मैं भी जानदा तुहाडे नालों रिहा होया नहीं, परंतु मैं सर्वशक्ति नाल बोलना, अपने परमेश्वर नाल बहस करना चाहना। परंतु तुसीं तो झूठ दे घड़न वाले हो, तुसीं तो नकम्मे वैदे हो। काश के तुसीं बिल्कुल चुप रहिंदे। तुहाडी बुद्धि यही तुहाडी बुद्धि हुंदी। ਹੁਣ ਤੁਸੀਂ ਮੇਰੀ ਦਲੀਲ ਸੁਣੋ, ਮੇਰੇ ਬੋਲਣ ਦੇ ਦਾਅਵੇ ਉੱਤੇ ਕੰਨ ਲਾਓ। ਕਿ ਤੁਸੀਂ ਪਰਮੇਸ਼ਰ ਲਈ ਕੋਈ ਧਰਮ ਦੀਆਂ ਗੱਲਾਂ ਕਰੋਗੇ? ਕਿ ਤੁਸੀਂ ਉਹਦੇ ਨਿਸ਼ਾਨ ਦੀਆਂ ਗੱਲਾਂ ਬੋਲੋਗੇ? ਕਿ ਤੁਸੀਂ ਉਹਦਾ ਪੱਖਪਾਤ ਕਰੋਗੇ ਜਾਂ ਪਰਮੇਸ਼ਰ ਨੂੰ ਮੁਕੱਦਮਾ ਚਲਾਓਗੇ? ਭਲਾ ਇਹ ਚੰਗਾ ਵੀ ਉਹ ਤੁਹਾਨੂੰ ਜਾਚੇ ਜਾਂ ਤੁਸੀਂ ਉਹਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ? ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ ਜੇ ਤੁਸੀਂ ਲੁੱਕ ਕੇ ਉਹਦਾ ਪੱਖਪਾਤ ਕਰੋਗੇ। ਭਲਾ ਉਹਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਤੇ ਫਿਰ ਉਹਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ? ਉਹਦੇ ਨਸਲੇ ਖਾਕ ਦੀਆਂ ਕਹੌਤਾਂ ਤੁਹਾਡੇ ਹਨ, ਤੁਹਾਡੇ ਧੂੜਕੋਟ ਮਿੱਟੀ ਦੇ ਧੂੜਕੋਟ ਹਨ। ਮੇਰੇ ਅੱਗੇ ਚੁੱਪ ਰਹੋ ਵੀ ਮੈਂ ਗੱਲ ਕਰਾਂ ਤੇ ਫਿਰ ਜੋ ਹੋਵੇ ਸੋ ਹੋਵੇ। ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਵਿੱਚ ਲਵਾਂ ਤੇ ਆਪਣੀ ਜਾਨ ਤਲੀ ਉੱਤੇ ਰੱਖਾਂ? ਵੇਖੋ ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਆਸਾ ਨਹੀਂ, ਤਾਂ ਵੀ ਮੈਂ ਆਪਣੇ ਚਾਲਾਂ ਲਈ ਉਹਦੇ ਅੱਗੇ ਬਹਿਸ ਕਰਾਂਗਾ। ਇਹ ਵੀ ਮੇਰੀ ਮੁਕਤੀ ਦਾ ਕਾਰਨ ਹੈ ਵੀ ਕੋਈ ਕੁਧਰਮੀ ਉਹਦੇ ਹਜ਼ੂਰ ਨਹੀਂ ਜਾ ਸਕਦਾ।
मेरे वखाण नूं गौर नाल सुनो ते मेरा बयान अपने तुहाडे कन्नां विच पवे। वेखो मैं अपना मुकदमा तैयार कर लिया है ते मैं जानदा भी मैं धर्मी ठहरांगा। कौन मेरे नाल बहस करेगा? तब मैं चुप रहिंदा ते प्राण त्याग दिंदा। दो ही काम मेरे नाल ना कर ते तद मैं तेरे हुजूरों नहीं लुकांगा। अपना हाथ मेरे तो दूर कर ले अते तेरा भै मैनूं ना डरावे। तां मैनूं बुलाए ते मैं उत्तर देंगा, या मैं बोलांगा तो तू जवाब दे। मेरी बुराइयां ते पाप किन्ने हन? मेरा अपराध ते मेरा पाप मैनूं दस। क्योंकि तू अपना मुंह लुकाउणा है ते मैनूं अपना वैरी गिणदा है। भला तू उड़दे पत्ते नूं डरावेंगा ते नाल सुके वड दा पिछा करेगा? क्यों जो तू मेरे विरुद्ध कौड़ियां गल्लां लिखदा ते मेरी जवानी दियां बदियां मेरे पल्ले पाउंदा है? तू मेरे पैरां नूं काट नाल ठोकदा ते नाल मेरे सारे राहां दी निगहबानी करदा है ते मेरे पैरां नूं कील दिंदा है। तो सड़ी हुई चीज वर्गा हाँ मैं जो हंडाई हुई है, या उस कपड़े वर्गा जो लोहे ने खा लिया है। चैप्टर 14 मनुख की कमजोरी। आदमी जो औरत तो जमदा है ते थोड़े ही दिनों का ते विपता नाल भरिया हुआ है। फुल वांगू निकलदा ते फिर तोड़िया जांदा है। वो साए वांगू निकल टहकदा ढल जांदा ते ठहरदा नहीं। कि अजिहे उत्ते तू अपनी अखां खोलदा है ते मैनूं अपने नाल न्याय विच लिआउणा। कौन अशुद्ध विच शुद्ध निकाल सकदा? कोई भी नहीं। जो उहदे दिन ठहराए हुए हैं ते उहदे महीने तेरे नाल गिणे हुए हैं ते उहदियां हद्दां नहीं गिणिया भी वो ना लंघे, जां उहदे वल्लों अपनी निगाह हटा ले भी वो विसम लवे। जब तक वो मजूर वांगू अपने दिन विच मौज ना कर लवे। रुख लई तां आस है पर जो कट्टा जावे तो फिर फुटेगा ते उहदियां कुंबलां ना मुकणियां। भावें उहदी जड़ धरती विच पुरानी पै जावे तां उहदा टुंड मिट्टी विच गल जावे तां भी पानी दी वास्ते उहदियां कुंबलां फुट निकलणगीਆਂ ते बूटे वांगू टहनियां कढेगा। पर पुरख मर जांदा है ते निसल हो जांदा ते आदमी प्राण छड्ड दिंदा है ते ਉਹ है ही किथे? पानी समुंदर तो जांदा रहिंदा है ते दरिया ते सुੱਟ ते मुक जांदा है ते मनुख लेटदा है ते फिर उठदा नहीं। जाति के आकाश टल ना जान ਉਹ नहीं जागणगे, ना अपनी नींद तो जगाए जाणगे। काश के तू मैनूं पताल विच लुका देवे ते मैनूं छुपा रखे जद तक तेरा क्रोध ना हटे ते मेरे लिए खास वेला ठहरावे ते मैनूं चेते रखे। जो पुरख मर जावे तां फिर जीवेगा। अपने युद्ध सारे दिन मैं उड़ीक विच रहांगा जद तक मेरी वारी ना आवे। तू पुकारेगा तो मैं तेनूं उत्तर देवांगा। तू अपने हत्थां दे कंमां नूं चाहेगा पर हुण मेरे कदमां नूं गिणदा है। कि तू मेरे पाप उत्ते ताड़ नहीं रखदा? मेरा अपराध मुड़ लगी थैली विच बंद है तो मेरी बदी नूं सिउं के रखिया होया है। परंतु पहाड़ डिगदा डिगदा घस जांदा ते चट्टान अपने थां तो सरक जांदी है। पानी पत्थरां नूं घसा सुੱਟਦਾ, ਉਹਦਾ हड़ धरती दी मिट्टी नूं वहा ले जांदा। इउं तू मनुख दी आशा मिटा दिंदा है। तू सदा ਉਹਨੂੰ ਜਿੱਤ ਲੈਣਾ ਤੇ ਉਹ ਚਲਾ ਜਾਂਦਾ। तू ਉਹਦਾ ਚਿਹਰਾ ਬਦਲ ਕੇ ਉਹਨੂੰ ਕੱਢ ਦਿੰਦਾ ਤੇ ਉਹਦੇ ਪੁੱਤਰ पत प्राप्त करते हैं पर वो जानता नहीं। वो हल्के पै जाते हैं पर उन्होंने हाल समझता नहीं। सगों उसका उपरला मास दुखी रहता है तो अंदरली जान सूप करती रहती। अलीफस अजूब की गुस्साखी में झिड़कता है। चैप्टर 15 तो अलीफस के मन में उतरदा क्या आख्या, भला बुद्धिमान हवाई ज्ञान विच उतर गए। तू अपना पेट पूरब की हवा नहीं भरे कि वह बेफायदा बकवास में बहस करे ते होछियां गल्लां बके। पर तू भैन नूं मिटा दिंदा है ते परमेश्वर दे हज़ूर ध्यान हटा लैंदा। तेरी बदी तो तेरे मुंह नूं सिखाउंदी है। तू छलियां दी जुबान चुनदा है। तेरे मुंह तैनूं दोषी ठहराउंदा है ना कि मैं। तेरे बुल तेरे विरुद्ध गवाही दिंदे हैं कि पहला आदमी तू ही जन्मिया या पहाड़ों तो पहला तू पैदा होया। कि तू परमेश्वर दे गुप्त मते नूं सुणदा जद तैं बुद्ध दा ठेका ला के रखिया। कि तू जानदा है जो असीं नहीं जानदे। कि तू समझदा साडे कोल नहीं। साडे विच धौलियां वाले भी साडे नाल बुढ़े बुढ़े भी हन ਜਿਹੜੇ तेरे कोल तो भी वड्डी उम्र दे हन। भला परमेश्वर दी तसल्लियां ते नाल नरमी दा बचन तेरे लिए हल्के हन। तेरा मन क्यों तैनूं खिंची जांदा है? तेरी अखां क्यों टड्डियां होईयां हन? भाई तू अपना आत्मा परमेश्वर दे विरुद्ध करदा है ते अपने मुंह तो गल्लां बकदा है। इंसान है ही की भी वो पाक होवे ते वो औरत तो जम्मिया है कि बेधर्मी ठहरे। वेखो अपने पवित्र जना उत्ते विश्वास नहीं रखदा ते आकाश भी उहदे अखां विच पाक नहीं। भला ओ की जो घिनौना ते मलीन है। एक आदमी जो पानी वांगू बुराई पींदा है ते मैं तेनूं समझा दियां तू मेरी सुन ते जिहनूं मैं दस्सिया उहदा वर्णन मैं करूंगा। ਅਤੇ जो कुछ बुद्धिमानों ने दस्सिया अपने को दादा तो सुन के ते ना छुपाया। जिन्हें कलियां नूं निर्देश दिता गया तो कोई परदेसी उन्हां दे विचों दी ना लंघिया। दुष्ट जीवन
ਭਰ ਤੜਫਦਾ ਹੈ ਤੇ ਜ਼ਾਲਮ ਦੇ ਲਈ ਵਰੇ ਗਿਣ ਕੇ ਰੱਖੇ ਹੋਏ ਹਨ। ਭੇਜਲ ਦੀ ਆਵਾਜ਼ ਉਹਦੇ ਕੰਨਾਂ ਵਿੱਚ ਹੈ, ਭਾਗਵਾਨੀ ਵਿੱਚ ਵੀ ਲੁਟੇਰਾ ਉਹਦੇ ਤੇ ਆ ਪੈਂਦਾ ਹੈ ਤੇ ਉਹ ਵਿਸ਼ਵਾਸ ਨਹੀਂ ਵੀ ਉਹਨੂੰ ਹਨੇਰੇ ਵਿੱਚੋਂ ਮੁੜ ਆਊਗਾ ਤੇ ਤਲਵਾਰ ਉਹਨੂੰ ਤੱਕ ਰਹੀ ਹੈ। ਉਹ ਰੋਟੀ ਲਈ ਮਰਿਆ ਮਰਿਆ ਫਿਰਦਾ ਹੈ ਵੀ ਉਹ ਕਿੱਥੇ ਹੈ। ਉਹ ਜਾਣਦਾ ਵੀ ਮੇਰੇ ਦਿਨ ਨੇੜੇ ਹੀ ਤਿਆਰ ਹੈ। ਪੀੜ ਦੇ ਦੁੱਖ ਉਹਨੂੰ ਡਰਾਉਂਦੇ ਹਨ। ਉਹ ਰਾਜੇ ਵਾਂਗੂ ਜੋ ਯੁੱਧ ਲਈ ਤਿਆਰ ਹੈ, ਉਹ ਉਹਨੂੰ ਜਿੱਤ ਲੈਂਦੇ ਹਨ, ਕਿਉਂ ਜੋ ਉਹਨੇ ਆਪਣਾ ਹੱਥ ਪਰਮੇਸ਼ਰ ਦੇ ਵਿਰੁੱਧ ਚੁੱਕਿਆ ਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਨਸਲ ਚੁੱਕਦਾ। ਉਹ ਉਹਦੇ ਤੇ ਟੇਢੀ ਧੌਣ ਨਾਲ ਆਪਣੀ ਮੋਟੀ ਮੋਟੀ ਨੋਕ ਦਾ ਢਾਲ ਨਾਲ ਦੌੜਦਾ। ਉਹਨੇ ਆਪਣੇ ਚਿਹਰੇ ਚਰਬੀ ਨਾਲ ਕੱਜ ਲਿਆ ਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤਹਿ ਜਮਾਈਆਂ ਤੇ ਉਹ ਜਦੋਂ ਉਹ ਨਗਰਾਂ ਵਿੱਚ ਵਸ ਗਿਆ ਹੈ। ਘਰਾਂ ਵਿੱਚ ਜਿੱਥੇ ਕੋਈ ਵਸਿਆ ਨਹੀਂ, ਜਿਹੜੇ ਥੇ ਹੋਣ ਨੂੰ ਤਿਆਰ ਹਨ, ਉਹ ਧਨੀ ਨਾ ਹੋਊਗਾ ਤੇ ਨਾ ਉਹਦਾ ਮਾਲ ਬਣਿਆ ਰਹੇਗਾ, ਨਾ ਉਹਦੀ ਉਪਜ ਧਰਤੀ ਵੱਲ ਝੁਕੂਗੀ ਤੇ ਉਹ ਹਨੇਰੇ ਤੋਂ ਨਾ ਨਿਕਲੂਗਾ। ਲਾਟਾਂ ਉਹਦੀਆਂ ਟਹਿਣੀਆਂ ਨੂੰ ਸੁਕਾ ਦੇਣਗੀਆਂ ਤੇ ਉਹਦੇ ਮੂੰਹ ਦੇ ਸਵਾਸ ਨਾਲ ਉਹ ਜਾਂਦਾ ਰਹੂਗਾ। ਉਹ ਧੋਖੇ ਨਾਲ ਆਪਣੇ ਵਿਅਰਥ ਉੱਤੇ ਵਿਸ਼ਵਾਸ ਨਾ ਕਰੇ ਅਤੇ ਜੋ ਵਿਅਰਥ ਉਹੀ ਉਸ ਦਾ ਅਜ਼ਰ ਹੋਏਗਾ, ਕਿਉਂ ਜੋ ਉਹਦੇ ਉਸ ਦਿਨ ਤੋਂ ਪਹਿਲਾਂ ਹੀ ਪੂਰਾ ਹੋ ਜਾਊਗਾ ਤੇ ਉਸ ਦੀ ਟਹਿਣੀ ਹਰੀ ਨਹੀਂ ਰਹੂਗੀ। ਉਹ ਆਪਣੀ ਕੱਚੀ ਦਾਖ ਨੂੰ ਬੇਲ ਵਾਂਗੂ ਝਾੜ ਸੁੱਟੂਗਾ ਤੇ ਜਿੱਤੋਂ ਲੋਕ ਆਪਣੇ ਫੁੱਲਾਂ ਨੂੰ ਡੇਗ ਦੇਊਗਾ। ਧਰਮੀਆਂ ਦੀ ਮੰਡਲੀ ਨਿਸਫਲ ਹੁੰਦੀ ਹੈ ਤੇ ਵੱਡੇ ਲੈਣ ਵਾਲਿਆਂ ਦੇ ਡੇਰੇ ਨੂੰ ਅੱਗ ਭਸਮ ਕਰ ਦਿੰਦੀ ਹੈ। ਉਹਨਾਂ ਦੇ ਗਰਭ ਵਿੱਚ ਸ਼ਰਾਰਤ ਪੈਂਦੀ ਤੇ ਬਦੀ ਜਨਮਦੀ ਹੈ ਤੇ ਪੇਟ ਵਿੱਚ ਛਲ ਤਿਆਰ ਹੋ ਜਾਂਦਾ ਹੈ। ਚੈਪਟਰ 16 ਸੁਖਦਾਇਕ ਤਸੱਲੀ ਦੇਣ ਵਾਲੇ ਦੁਖਦਾਇਕ। ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ, ਮੈਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ, ਤੁਸੀਂ ਸਭ ਦੇ ਸਭ ਦੁਖਦਾਇਕ ਤਸੱਲੀ ਦੇਣ ਵਾਲੇ ਹੋ। ਹਵਾਈ ਗੱਲਾਂ ਕਦੇ ਮੁੱਕਣੀਆਂ ਨਹੀਂ। ਜਾਂ ਤੈਨੂੰ ਕੀ ਖਿਝ ਹੈ ਜੋ ਤੂੰ ਉਤਰ ਦਿੰਦਾ ਹੈ? ਮੈਂ ਵੀ ਤੁਹਾਡੇ ਵਾਂਗੂ ਬੋਲ ਸਕਦਾ। ਜੋ ਤੁਹਾਡੀ ਜਾਨ ਮੇਰੀ ਜਾਨ ਦੀ ਥਾਂ ਹੁੰਦੀ ਤਾਂ ਮੈਂ ਤੁਹਾਡੇ ਵਿਰੁੱਧ ਗੱਲਾਂ ਕੱਢ ਸਕਦਾ, ਆਪਣਾ ਸਿਰ ਤੁਹਾਡੇ ਉੱਤੇ ਹਿਲਾ ਸਕਦਾ, ਪਰ ਮੈਂ ਤੁਹਾਨੂੰ ਆਪਣੇ ਮੂੰਹ ਨਾਲ ਤਕੜਿਆਂ ਕਰਦਾ। ਆਪਣੇ ਬੁੱਲਾਂ ਦਾ ਹਿਲਣਾ ਸਿਧਰਤਾ ਦਿੰਦਾ ਹੈ। ਤਾਂ ਵੀ ਮੈਂ ਬੋਲਾਂ ਤਾਂ ਵੀ ਸੋਗ ਤੋਂ ਮੈਨੂੰ ਸਿਧਰਤਾ ਨਹੀਂ ਤੇ ਮੈਂ ਚੁੱਪ ਰਹਾ ਤਾਂ ਮੈਨੂੰ ਕੀ ਆਰਾਮ ਹੁੰਦਾ। ਪਰ ਹੁਣ ਜੇ ਮੈਨੂੰ ਉਹਨੇ ਥਕਾ ਦਿੱਤਾ ਹੈ ਤੇ ਮੇਰੇ ਸਾਰੇ ਆਰ ਪਰਿਵਾਰ ਨੂੰ ਬਰਬਾਦ ਕੀਤਾ। ਤੂੰ ਮੈਨੂੰ ਘੁੱਟ ਕੇ ਫੜ ਲਿਆ ਇਹ ਗਵਾਹੀ ਲਈ। ਮੇਰਾ ਮੜੱਪਣ ਮੇਰੇ ਵਿਰੁੱਧ ਉੱਠ ਕੇ ਮੇਰੇ ਮੂੰਹ ਤੇ ਸਾਖੀ ਦਿੰਦਾ ਹੈ। ਉਹਨੇ ਕ੍ਰੋਧ ਨੇ ਵਿੱਚ ਮੈਨੂੰ ਪਾੜਿਆ ਤੇ ਸਤਾਇਆ ਹੈ। ਉਹਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ ਹਨ। ਮੇਰਾ ਵਿਰੋਧੀ ਮੈਨੂੰ ਅੱਖਾਂ ਵਿਖਾਉਂਦਾ। ਉਹਨੇ ਮੇਰੇ ਉੱਤੇ ਆਪਣੇ ਮੂੰਹ ਅੜਦੇ ਹਨ। ਛਿੱਬੀਆਂ ਲੈ ਕੇ ਉਹਨੇ ਮੇਰੇ ਚਪੇੜਾਂ ਮਾਰੀਆਂ। ਉਹ ਮੇਰੇ ਵਿਰੁੱਧ ਡਰਾ ਕੇ ਇਕੱਠੇ ਹੁੰਦੇ ਹਨ। ਪਰਮੇਸ਼ਰ ਮੈਨੂੰ ਕੁਧਰਮੀਆਂ ਦੇ ਵੱਸ ਪਾਉਂਦਾ ਤੇ ਦੁਸ਼ਟਾਂ ਦੇ ਹੱਥਾਂ ਵਿੱਚ ਮੈਨੂੰ ਸੁੱਟਦਾ। ਮੈਂ ਸੁਖੀ ਸਾਂ ਪਰ ਉਹਨੇ ਮੈਨੂੰ ਚੂਰ ਚਾਰ ਕਰ ਸੁੱਟਿਆ। ਮੈਨੂੰ ਧੌਣੋਂ ਫੜ ਲਿਆ ਤੇ ਪਟਕਾ ਕੇ ਮੈਨੂੰ ਭੰਨ ਸੁੱਟਿਆ। ਉਹਨੇ ਮੈਨੂੰ ਆਪਣੇ ਨਿਸ਼ਾਨੇ ਦੇ ਲਈ ਖੜਾ ਕੀਤਾ। ਉਹਦੇ ਤੀਰ ਅੰਦਾਜ਼ ਮੈਨੂੰ ਆਲੇ ਦੁਆਲੇ ਘੇਰ ਲੈਂਦੇ ਹਨ। ਉਹ ਮੇਰੇ ਗੁਰਦਿਆਂ ਨੂੰ ਚੀਰਦਾ ਤੇ ਸਰਫਾਈ ਨਹੀਂ ਕਰਦਾ। ਉਹ ਮੇਰੇ ਪਿੱਤ ਨੂੰ ਧਰਤੀ ਤੇ ਡੋਲ ਦਿੰਦਾ ਤੇ ਉਹ ਤੇੜਾ ਤੇ ਤੇੜਾ ਪਾ ਕੇ ਮੈਨੂੰ ਤੋੜ ਸੁੱਟਦਾ। ਉਹ ਮੇਰੇ ਤੇ ਸੁਰਮੇ ਵਾਂਗੂ ਦੌੜਦਾ। ਮੈਂ ਆਪਣੇ ਖੱਲ ਉੱਤੇ ਤੱਪੜ ਨੂੰ ਸਿਉਂ ਲਿਆ ਹੈ। ਮੈਂ ਆਪਣੇ ਸਿੰਘ ਨੂੰ ਖਾਕ ਵਿੱਚ ਗੋਥ ਲਿਆ ਹੈ। ਮੈਂ ਆਪਣਾ ਮੂੰਹ ਰੋਣ ਨਾਲ ਮੇਰਾ ਲਾਲ ਹੋ ਗਿਆ। ਮੇਰੀਆਂ ਪਲਕਾਂ ਉੱਤੇ ਮੌਤ ਦਾ ਸਾਇਆ। ਭਾਵੇਂ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ ਤੇ ਮੇਰੀ ਪ੍ਰਾਰਥਨਾ ਪਾਕ ਹੈ। ਇਹ ਧਰਤੀ ਮੇਰੇ ਲਹੂ ਨੂੰ ਨਾ ਲੁਕਾ ਤੇ ਮੇਰੀ ਦੁਹਾਈ ਲਈ ਕੋਈ ਥਾਂ ਨਾ ਹੋਵੇ। ਪਰ ਹੁਣ ਵੇਖੋ, ਸੁਰਗ ਵਿੱਚ ਮੇਰੀ ਸਾਖੀ ਹੈ ਤੇ ਮੇਰਾ ਗਵਾਹ ਉਚਾਈਆਂ ਉੱਤੇ ਹੈ। ਮੇਰੇ ਮਿੱਤਰ ਮੇਰਾ ਮਖੌਲ ਉਡਾਉਂਦੇ ਨੇ। ਮੇਰੀ ਅੱਖ ਪਰਮੇਸ਼ਰ ਦੇ ਅੱਗੇ ਰੋਂਦੀ ਹੈ ਵੀ ਕੋਈ ਪਰਮੇਸ਼ਰ ਨਾਲ ਪੁਰਖ ਲਈ ਬਹਿਸ ਕਰੇ ਜਿਵੇਂ ਆਦਮ ਵੰਸ਼ੀ ਆਪਣੇ ਮਿੱਤਰ ਲਈ ਕਰਦਾ ਹੈ। ਕਿਉਂ ਜੋ ਥੋੜੇ ਵਰ੍ਹੇ ਦੇ ਆਉਣ ਤੇ ਮੈਂ ਉਸ ਰਾਹ ਚਲਾ ਜਾਵਾਂਗਾ ਜਿੱਥੋਂ ਮੈਂ ਨਹੀਂ ਮੁੜਾਂਗਾ। ਅਯੂਬ ਕਬਰ ਨੂੰ ਉਡੀਕਦਾ ਹੈ। ਚੈਪਟਰ 17 ਮੇਰਾ ਆਤਮਾ ਤਬਾਹ ਹੋ ਗਿਆ, ਮੇਰੇ ਦਿਨ ਮੁੱਕ ਗਿਆ। ਕਬਰ ਮੇਰੇ ਲਈ ਤਿਆਰ ਹੈ। ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ। ਮੇਰੀ ਨਿਗਾਹ ਉਹਨਾਂ ਦੀ ਛੇੜਛਾੜ ਤੇ ਟਿਕੀ ਹੋਈ ਹੈ। ਜ਼ਮਾਨਤ ਦੇ, ਤੂੰ ਆਪਣੇ ਤੇ ਮੇਰੇ ਵਿੱਚ ਜਾਮਨ ਹੋ। ਕੌਣ ਹੈ ਜੋ ਮੇਰੇ ਹੱਥ ਤੇ ਹੱਥ ਧਰੇ? ਤੈਂ ਤਾਂ ਉਹਨਾਂ ਦਾ ਮਨ ਸਮਝ ਤੋਂ ਉਹਲੇ ਰੱਖਿਆ ਹੋਇਆ, ਇਸ ਲਈ ਵੀ ਤੂੰ ਉਹਨਾਂ ਨੂੰ ਉੱਚਾ ਨਾ ਕਰੇਗਾ। ਜਿਹੜਾ ਆਪਣੇ ਮਿੱਤਰਾਂ ਦੀ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹਦੇ ਬੱਚਿਆਂ ਦੀਆਂ ਅੱਖਾਂ ਰਹਿ ਜਾਣਗੀਆਂ। ਪਰ ਉਹਨੇ ਮੈਨੂੰ ਲੋਕਾਂ ਲਈ ਅਖਾਣ ਬਣਾ ਦਿੱਤਾ। ਮੈਂ ਉਹ ਹਾਂ ਜਿਹਦੇ ਮੂੰਹ ਤੇ ਥੁੱਕਦੇ ਹਨ। ਮੇਰੀ ਅੱਖ ਸੋਗ ਦੇ ਕਾਰਨ ਧੁੰਦਲੀ ਹੋ ਗਈ ਤੇ ਮੇਰੇ ਸਾਰੇ ਅੰਗ ਸਾਏ ਵਾਂਗੂ ਹਨ।
नेक लोग ਇਹਦੇ ਉੱਤੇ ਹੈਰਾਨ ਹੁੰਦੇ ਹਨ ਤੇ ਵਿਦੋਸ਼ੀ ਆਪਣੇ ਆਪ ਨੂੰ ਧਰਮੀ ਦੇ ਵਿਰੁੱਧ ਪ੍ਰੇਰਦੇ ਹਨ। ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ ਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ। ਪਰੰਤੂ ਤੁਸੀਂ ਸਾਰੇ ਹੀ ਮੁੜ ਕੇ ਆਓ, ਮੈਂ ਤੁਹਾਡੇ ਵਿੱਚ ਇੱਕ ਵੀ ਬੁੱਧੀਵਾਨ ਨਹੀਂ ਲੱਭੂਗਾ। ਅਤੇ ਮੇਰੇ ਦਿਨ ਬੀਤ ਗਏ, ਮੇਰੇ ਪਰੋਜਨ ਮੇਰੇ ਦਿਲ ਦੀਆਂ ਲੋਚਾਂ ਮਿਟ ਗਈਆਂ ਤੇ ਉਹ ਰਾਤ ਨੂੰ ਦਿਨ ਕਰ ਲੈਂਦੇ ਹਨ। ਅਚਾਨਨ ਹਨੇਰੇ ਦੇ ਕੋਲ ਹੀ ਹੈ, ਜੇ ਮੈਂ ਆਸ ਰੱਖਾਂ ਵੀ ਪਤਾਲ ਮੇਰਾ ਘਰ ਹੈ, ਜੇ ਮੈਂ ਹਨੇਰੇ ਵਿੱਚ ਆਪਣਾ ਬਿਸਤਰ ਵਿਛਾਵਾਂ, ਜੇ ਮੈਂ ਸੜਿਆਣ ਨੂੰ ਪੁਕਾਰਾਂ ਕਿ ਤੂੰ ਮੇਰਾ ਪਿਓ ਹੈ ਤੇ ਕੀੜੇ ਨੂੰ ਕਿ ਤੂੰ ਮੇਰੀ ਮਾਂ ਤੇ ਭੈਣ ਹੈ, ਤੇ ਮੇਰੀ ਆਸ਼ਾ ਫਿਰ ਹੈ ਕਿੱਥੇ? ਮੇਰੀ ਆਸ਼ਾ ਕੌਣ ਵੇਖੇਗਾ? ਉਹ ਪਤਾਲ ਦੇ ਅਰਲਾਂ ਵਿੱਚ ਉਤਰ ਜਾਵੇਗੀ ਤੇ ਅਸੀਂ ਇਕੱਠੇ ਖਾ ਕੇ ਵਿੱਚ ਆਰਾਮ ਪਾਵਾਂਗੇ। ਬਲਦੇਵ ਅਤੇ ਧਰਮੀਆਂ ਦੀ ਦੁਰਦਸ਼ਾ, ਚੈਪਟਰ 18। ਤੇ ਬਲਦੇਵ ਸ਼ਿਵ ਨੇ ਪੁੱਤਰ ਦੇ ਕੇ ਆਖਿਆ, ਤੁਸੀਂ ਕਦ ਤੱਕ ਗੱਲਾਂ ਨੂੰ ਫੰਦੇ ਲਾਓਗੇ? ਸਮਝੋ, ਫਿਰ ਆਪਾਂ ਗੱਲ ਕਰਾਂਗੇ। ਆਪਾਂ ਕਿਉਂ ਡੰਗਰ ਜਿਹੇ ਗਿਣੇ ਜਾਂਦੇ ਆ? ਕਿਉਂ ਜੋ ਤੁਹਾਡੀ ਨਿਗਾਹ ਵਿੱਚ ਭ੍ਰਿਸ਼ਟ ਹੋ ਗਿਆ? ਤੂੰ ਜੋ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈ, ਕੀ ਤੇਰੇ ਲਈ ਧਰਤੀ ਤਿਆਗੀ ਜਾਏਗੀ ਤੇ ਚਟਾਨ ਆਪਣੇ ਥਾਂ ਤੋਂ ਸਿਰ ਪਿਆਗੀ? ਜਾਂ ਦੁਸ਼ਟਾਂ ਦਾ ਦੀਵਾ ਗੁਲ ਹੋ ਜਾਊਗਾ, ਉਹਦੀ ਅੱਗ ਦੀ ਲਾਟ ਨਾ ਚਮਕੇਗੀ, ਉਹਦੇ ਤੰਬੂ ਵਿੱਚ ਚਾਨਣ ਹਨੇਰਾ ਹੋ ਜਾਊਗਾ ਤੇ ਉਹਦੇ ਉੱਪਰ ਦਾ ਦੀਵਾ ਗੁਲ ਹੋ ਜਾਊਗਾ, ਉਹਦੇ ਬਲਵੰਤ ਕਦਮ ਰੋਕੇ ਜਾਣਗੇ ਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਊਗਾ। ਉਹ ਤਾਂ ਆਪਣੇ ਹੀ ਪੈਰਾਂ ਨਾਲ ਜਾਲ ਵਿੱਚ ਸੁੱਟਿਆ ਜਾਂਦਾ, ਉਹ ਆਪ ਫੰਦੇ ਉੱਤੇ ਚੱਲਦਾ ਹੈਗਾ। ਕੁੜਕੀ ਉਹਦੀ ਅੱਡੀ ਨੂੰ ਫੜਦੀ ਤੇ ਫਾਹੀ ਉਹਨੂੰ ਫਾ ਲੈਂਦੀ, ਕਮਾਂਡ ਉਹਦੇ ਲਈ ਧਰਤੀ ਵਿੱਚ ਲੁਕਾਈ ਜਾਂਦੀ ਤੇ ਉਹਦੇ ਰਸਤੇ ਉੱਤੇ ਫਾਂਸੀ। ਭੈਜਲ ਆਲੇ ਦੁਆਲੇ ਉਹਨੂੰ ਡਰਾਉਂਦੇ ਹਨ ਤੇ ਉਹ ਖੁਰਿਆਂ ਤੋਂ ਉਹਨੂੰ ਬਿਠਾਉਂਦੇ ਹਨ। ਉਹਦਾ ਜ਼ੋਰ ਨਾਲ ਮਾਰਿਆ ਹੋਇਆ ਉਹ ਜਾਊਗਾ ਤੇ ਵਕਤਾ ਉਹਦੇ ਪਾਸੇ ਤੇ ਤਿਆਰ ਹੋਊਗੀ ਤੇ ਉਹਦੇ ਸਰੀਰ ਦੇ ਅੰਗ ਖਾ ਜਾਊਗੀ। ਮੌਤ ਦਾ ਜਿੱਠਾ ਉਹਦੇ ਅੰਗਾਂ ਨੂੰ ਭਾਖ ਲਊਗਾ। ਉਹ ਆਪਣੇ ਤੰਬੂ ਤੋਂ ਜਿਹਦੇ ਉੱਤੇ ਉਹ ਭਰੋਸਾ ਰੱਖਦਾ ਸੀ ਪੁੱਟਿਆ ਜਾਊਗਾ ਤੇ ਤੂੰ ਉਹਨੂੰ ਭੈਜਲ ਦੇ ਰਾਜੇ ਕੋਲ ਪੜਾਏਂਗਾ। ਜਿਹੜਾ ਉਹਦਾ ਨਹੀਂ, ਤੂੰ ਉਹਨੂੰ ਉਸ ਤੰਬੂ ਵਿੱਚ ਉਹ ਵਸੂਗਾ, ਅਤੇ ਜਿਹੜਾ ਉਹਦਾ ਨਹੀਂ ਉਹ ਉਸ ਤੰਬੂ ਵਿੱਚ ਵਸੂਗਾ ਤੇ ਉਸਦੇ ਵਸੇਬੇ ਦੀ ਉੱਤੇ ਗੰਧਕ ਸੁੱਟੀ ਜਾਊਗੀ। ਹੇਠੋਂ ਉਹਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਤੋਂ ਉਹਦੇ ਟਾਣੇ ਕੁਮਲਾ ਜਾਣਗੀਆਂ, ਉਹਦੀ ਯਾਦ ਧਰਤ ਤੋਂ ਮਿਟ ਜਾਊਗੀ ਤੇ ਉਹਦਾ ਨਾਮ ਵਿਚਾਰ ਵਿੱਚ ਨਹੀਂ ਰਹੂਗਾ। ਉਹ ਉਹਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ ਤੇ ਜਗਤ ਤੋਂ ਖਦੇੜ ਦੇਣਗੇ ਤੇ ਉਹਦੇ ਲੋਕਾਂ ਵਿੱਚ ਉਹਦਾ ਨਾ ਪੁੱਤਰ ਹੋਊਗਾ ਨਾ ਪੋਤਾ ਹੋਊਗਾ ਤੇ ਨਾ ਉਹਦੇ ਟਿਕਾਣਿਆਂ ਵਿੱਚ ਕੋਈ ਬਚੂਗਾ ਬਾਕੀ ਰਹੂਗਾ। ਤੇ ਉਹਦੇ ਪਿੱਛੇ ਆਉਣ ਵਾਲੇ ਉਹਦੇ ਦਿਨ ਉੱਤੇ ਹੈਰਾਨ ਹੋਣਗੇ ਤੇ ਜਿਹੜੇ ਉਹ ਤੋਂ ਪਹਿਲਾਂ ਜੰਮੇ ਉਹ ਡੰਬਰ ਜਾਣਗੇ। ਨਿਸ਼ੰਗ ਇਹੋ ਜਿਹੇ ਕੁਕ ਧਰਮੀਆਂ ਦੇ ਵਸੇਬੇ ਹਨ ਤੇ ਇਹ ਉਸਦਾ ਅਸਥਾਨ ਹੈ ਜੋ ਪਰਮੇਸ਼ਰ ਨੂੰ ਨਹੀਂ ਜਾਣਦਾ। ਅਜੂਬ ਆਪਣਾ ਬੁਰਾ ਹਾਲ ਤੇ ਆਪਣੀ ਪੱਕੀ ਨਿਸ਼ਚਾ ਦੱਸਦਾ। ਚੈਪਟਰ 19। ਤਾਂ ਅਜੂਬ ਨੇ ਉੱਤਰ ਦੇ ਕੇ ਆਖਿਆ, ਤੁਸੀਂ ਕਦ ਤੱਕ ਮੇਰੀ ਜਾਨ ਨੂੰ ਸਤਾਓਗੇ ਤੇ ਮੈਨੂੰ ਗੱਲਾਂ ਕਰ ਕਰਕੇ ਚੋਰ ਚਾਰ ਕਰੋਗੇ? ਹੁਣ 10 ਵਾਰੀ ਤੁਸੀਂ ਮੈਨੂੰ ਲੱਜਾਵਾਨ ਕੀਤਾ। ਤੁਸੀਂ ਸ਼ਰਮ ਨਹੀਂ ਖਾਂਦੇ ਜੋ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ? ਸੱਚ ਮੰਨੋ ਵੀ ਮੈਥੋਂ ਭੁੱਲ ਹੋਈ, ਵੀ ਮੇਰੀ ਕੁੱਲ ਮੇਰੇ ਨਾਲ ਹੀ ਰਹਿੰਦੀ ਹੈ, ਮੇਰੀ ਭੁੱਲ। ਤੁਸੀਂ ਸੱਚਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ ਤੇ ਮੇਰੇ ਉੱਤੇ ਹਰਫ ਲਾ ਕੇ ਬਹਿਸ ਕਰਦੇ ਹੋ। ਤੇ ਹੁਣ ਜਾਣ ਲਓ ਕਿ ਪਰਮੇਸ਼ਰ ਨੇ ਹੀ ਮੈਨੂੰ ਲਵਾਇਆ ਤੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ। ਮੈਂ ਪੁਕਾਰਦਾ ਜ਼ੁਲਮ ਪਰ ਕੋਈ ਉੱਤਰ ਨਹੀਂ। ਮੈਂ ਦੁਆਈ ਦਿੰਦਾ ਹਾਂ ਪਰ ਨਿਆਂ ਨਹੀਂ। ਉਹਨੇ ਮੇਰੇ ਰਾਹ ਨੂੰ ਬੰਦ ਕੀਤਾ ਵੀ ਮੈਂ ਲੰਘ ਨਾ ਸਕਾਂ, ਮੇਰੇ ਰਸਤੇ ਨੂੰ ਹਨੇਰ ਕਰ ਦਿੱਤਾ। ਉਹਨੇ ਮੇਰਾ ਪ੍ਰਤਾਪ ਮੇਰੇ ਤੋਂ ਲਾ ਲਿਆ ਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਤੇ ਮੈਨੂੰ ਚੌਂ ਪਾਸੇ ਤੋਂ ਤੋੜ ਸੁੱਟਿਆ ਤੇ ਮੈਂ ਚੱਲਦਾ ਹੋਇਆ ਆਪਣੇ ਮੇਰੇ ਵਿਸ਼ਵਾਸ ਨੂੰ ਰੁੱਖ ਵਾਂਗੂ ਪੁੱਟਿਆ ਤੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ। ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਤੇ ਜੱਥੇ ਵਿੱਚ ਇਕੱਠੇ ਹੋ ਕੇ ਉਹ ਆਉਂਦੇ ਤੇ ਮੇਰੇ ਵਿਰੁੱਧ ਆਪਣਾ ਘਰ ਰਾਹ ਤਿਆਰ ਕਰਦੇ, ਮੇਰੇ ਤੰਬੂ ਦੇ ਆਲੇ ਦੁਆਲੇ ਡੇਰੇ ਲਾਉਂਦੇ। ਉਹਨੇ ਮੇਰੇ ਭਰਾ ਮੈਥੋਂ ਦੂਰ ਕਰ ਦਿੱਤੇ, ਮੇਰੇ ਜਾਣੂ ਪਛਾਣੂ ਮੈਥੋਂ ਬਿਲਕੁਲ ਬੇਗਾਨੇ ਹੋ ਗਏ। ਮੇਰੇ ਅੰਗ ਸਾਕ ਕੰਮ ਨਾ ਆਏ, ਮੇਰੇ ਜਾਣ ਪਛਾਣ ਵਾਲੇ ਮੈਨੂੰ ਭੁੱਲ ਗਏ। ਮੇਰੇ ਘਰ ਦੇ ਰਹਿਣ ਵਾਲੇ ਸਗੋਂ ਮੇਰੀਆਂ ਗੋਲੀਆਂ ਵੀ ਮੈਨੂੰ ਉੱਪਰ ਗਿਣਦੇ। ਉਹਨਾਂ ਦੀ ਨਿਗਾਹ ਵਿੱਚ ਮੈਂ ਪਰਦੇਸੀ ਹਾਂ ਤੇ ਆਪਣੇ ਨੌਕਰ ਨੂੰ ਮੈਂ ਜਦੋਂ ਬੁਲਾਉਂਦਾ ਤਾਂ ਜਵਾਬ ਨਹੀਂ ਦਿੰਦਾ। ਮੈਨੂੰ ਆਪਣੇ ਮੂੰਹ ਨਾਲ ਉਹਦੀ ਮਿਹਨਤ ਕਰਨੀ ਪੈਂਦੀ ਹੈ। ਮੇਰਾ ਸਾਹ ਮੇਰੀ ਪਤਨੀ ਲਈ ਵੀ ਬਣਾਉਣਾ ਤੇ ਮੇਰੀ ਅਰਜ਼ੋਈ ਮੇਰੀ ਮਾਂ ਦੇ ਬੱਚਿਆਂ ਲਈ। ਮੁੰਡੇ ਮੈਨੂੰ ਤੁੱਛ ਜਾਣਦੇ ਤੇ ਮੈਂ ਉਠਾਂ ਤਾਂ ਉਹ ਮੇਰੇ ਤੇ ਬੋਲੀਆਂ ਮਾਰਦੇ। ਮੇਰੇ ਸਾਰੇ ਬੁੱਕਲ ਦੇ ਯਾਰ ਮੇਰੇ ਤੋਂ ਸੂਗ ਮੰਨਦੇ ਤੇ ਮੇਰੇ ਪੈਰੇ ਮੈਥੋਂ ਫਿਰ ਗਏ। ਮੇਰੇ ਹੱਡੀਆਂ ਮੇਰੀ ਖਲ ਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਤੇ ਮੈਂ ਆਪਣੇ ਦੰਦਾਂ ਦੀ ਖਲ ਨਾਲ ਬਚ ਗਿਆ। ਮੇਰੇ ਮਿੱਤਰੋ, ਮੇਰੇ ਤਰਸ ਖਾਓ ਕਿ ਪਰਮੇਸ਼ਰ ਦੇ ਹੱਥ ਨੇ ਮੈਨੂੰ ਛੋਇਆ ਹੈ ਅਤੇ ਤੁਸੀਂ ਪਰਮੇਸ਼ਰ ਵਾਂਗ ਕਿਉਂ ਮੇਰੇ ਪਿੱਛੇ ਪਏ ਹੋਏ ਹੋ ਤੇ ਮੇਰੇ ਮਾਸ ਉੱਤੇ ਕਿਉਂ ਬਸ ਨਹੀਂ ਕਰਦੇ? ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ, ਕਾਸ਼ ਕਿ ਪੋਥੀ ਵਿੱਚ ਉਹਨਾਂ ਦੀ ਲਿਖਤ ਹੁੰਦੀ। ਉਹ ਲੋਹੇ ਦੇ ਲਿਖਣ ਤੇ ਸਿੱਕੇ ਨਾਲ ਸਦਾ ਦੀ ਚਟਾਨਾਂ ਚੁੱਕੀਆਂ ਜਾਂਦੀਆਂ। ਮੈਂ ਤਾਂ ਜਾਣਦਾ ਵੀ ਮੇਰਾ ਨਿਸਤਾਰਾ ਦੇਣ ਵਾਲਾ ਜਿਉਂਦਾ ਹੈ
ਤੇ ओड़क ਨੂੰ ਖਾ ਕੇ ਤੇ ਖੜਾ ਹੋਵੇਗਾ ਅਤੇ ਇਸ ਖਾਲਿਦ ਦੇ ਨਾਸ਼ ਹੋਣ ਦੇ ਮਗਰੋਂ ਮੈਂ ਆਪਣੇ ਮਾਸ ਤੋਂ ਬਿਨਾਂ ਪਰਮੇਸ਼ਵਰ ਨੂੰ ਵੇਖਾਂਗਾ, ਜਿਹਨੂੰ ਮੈਂ ਆਪਣੇ ਵੱਲ ਵੇਖਾਂਗਾ ਤੇ ਮੇਰੀਆਂ ਅੱਖਾਂ ਵੇਖਣੀਆਂ ਕਿ ਉਹ ਗੈਰ ਨਹੀਂ। ਮੇਰੇ ਗੁਰਦੇ ਮੇਰੇ ਉੱਤੇ ਨਾਸ ਹੋ ਗਏ ਤੇ ਤੁਸੀਂ ਆਖੋ ਵੀ ਕਿੱਦਾਂ ਅਸੀਂ ਉਹਦੇ ਪਿੱਛੇ ਪਵਾਂਗੇ। ਭਾਵੇਂ ਮੁੱਢ ਦੀ ਗੱਲ ਮੇਰੇ ਵਿੱਚ ਪਾਈ ਜਾਵੇ ਤਾਂ ਵੀ ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂਕਿ ਕਹਿਰ ਤਲਵਾਰ ਦੇ ਡੰਨਾ ਯੋਗ ਹੈ, ਤਾਂ ਜੋ ਤੁਸੀਂ ਜਾਣ ਲਓ ਜੋ ਅਦਾਲਤ ਹੁੰਦੀ ਹੈ। ਚੈਪਟਰ 20 ਸੋਫਰ, ਦੁਸ਼ਟਾਂ ਦੀ ਸਜ਼ਾ। ਤਦ ਸੋਫਰ ਨਾਮਾਤੀ ਨੇ ਉੱਤਰ ਦੇ ਕੇ ਆਖਿਆ, ਤਦ ਮੇਰੇ ਸੋਚ ਮੈਨੂੰ ਜਵਾਬ ਦਿੰਦੇ ਹਨ, ਮੇਰੇ ਅੰਦਰ ਦੇ ਸ਼ੋਲੇਪਨ ਦੇ ਕਾਰਨ ਮੈਂ ਉਹ ਝਿੜਕੀ ਸੁਣਨਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ ਅਤੇ ਮੇਰਾ ਆਤਮਾ ਮੇਰੀ ਬੁੱਧੀ ਨਾਲ ਮੈਨੂੰ ਉੱਤਰ ਦਿੰਦਾ ਹੈ ਕਿ ਤੂੰ ਇਹ ਮੁੱਢ ਤੋਂ ਨਹੀਂ ਜਾਣਦਾ ਜਦ ਤੂੰ ਆਦਮੀ ਧਰਤੀ ਤੇ ਰੱਖਿਆ ਗਿਆ ਵੀ ਦੁਸ਼ਟਾਂ ਦਾ ਜਕਾਰਾ ਥੋੜੇ ਚਿਰ ਲਈ ਧਰਮੀਆਂ ਦਾ ਆਨੰਦ ਇੱਕ ਪਲਕਦਾ ਹੈ ਤੇ ਉਹਦੀ ਸੱਚਾਈ ਆਕਾਸ਼ ਤੱਕ ਵੀ ਪੁੱਜੇ ਤੇ ਉਹਦਾ ਸਿਰ ਬੱਦਲਾਂ ਨੂੰ ਜਾ ਲੱਗੇ ਤਾਂ ਵੀ ਆਪਣੇ ਬਿਸ਼ਤੇ ਵਾਂਗੂ ਸਦਾ ਵੀ ਨਾਸ਼ਟ ਹੋ ਜਾਏਗਾ। ਉਹਦੇ ਵੇਖਣ ਵਾਲੇ ਆਖਣਗੇ ਹੈ ਕਿੱਥੇ, ਸੁਪਨੇ ਵਾਂਗੂ ਉੱਡ ਜਾਵੇਗਾ ਤੇ ਲੱਭੇਗਾ ਨਾ ਤੇ ਰਾਤ ਦੀ ਦ੍ਰਿਸ਼ਟੀ ਵਿੱਚੋਂ ਭੱਜ ਜਾਵੇਗਾ ਤੇ ਅੱਖ ਨੇ ਉਦੋਂ ਝਾਕਿਆ ਤੇ ਫਿਰ ਨਹੀਂ ਝਾਕੇਗੀ ਤੇ ਉਹਦੀ ਥਾਂ ਨੂੰ ਫਿਰ ਨਾ ਵੇਖੇਗੀ ਤੇ ਉਹਦੇ ਬੱਚੇ ਗਰੀਬਾਂ ਤੋਂ ਮਦਦ ਮੰਗਣਗੇ ਤੇ ਉਹਦੇ ਹੀ ਹੱਥ ਦਾ ਮਾਲ ਧਨ ਮੋੜਨਗੇ ਤੇ ਉਹਦੀਆਂ ਹੱਡੀਆਂ ਜਵਾਨੀ ਦੇ ਬਲ ਨਾਲ ਭਰੀਆਂ ਹੋਈਆਂ ਹਨ, ਪਰ ਉਹਦੇ ਨਾ ਖਾਕ ਵਿੱਚ ਜਾ ਲਟੇਗੀ ਤੇ ਬੁਰਾਈ ਉਹਦੇ ਮੂੰਹ ਵਿੱਚ ਮਿੱਠੀ ਲੱਗੇਗੀ ਤੇ ਆਪਣੀ ਜੀਭ ਤੇਠ ਉਹਨੂੰ ਲੁਕਾਵੇ, ਭਾਵੇਂ ਉਸ ਨੂੰ ਬਚਾ ਕੇ ਰੱਖੇ ਤੇ ਛੱਡੇ ਨਾ ਤੇ ਆਪਣੇ ਸੰਗ ਵਿੱਚ ਦਬਾ ਰੱਖੇ ਤਾਂ ਵੀ ਉਹਦੀ ਰੋਟੀ ਉਹਦੀਆਂ ਆਂਦਰਾਂ ਵਿੱਚ ਬਦਲ ਜਾਂਦੀ ਹੈ ਤੇ ਉਹਦੇ ਅੰਦਰ ਸੱਪਾਂ ਦਾ ਜ਼ਹਿਰ ਹੋ ਜਾਂਦਾ ਹੈ। ਉਹ ਦੌਲਤ ਨੂੰ ਨਿਗਲ ਤਾਂ ਗਿਆ ਪਰ ਉਹਨੂੰ ਫਿਰ ਬਲਛੇਗਾ, ਪਰਮੇਸ਼ਰ ਉਹਨੂੰ ਉਹਦੇ ਪੇਟੋਂ ਕੱਢੇਗਾ ਤੇ ਨਾਗਾਂ ਦਾ ਸਿਰ ਚੂਸੇਗਾ ਤੇ ਉਹ ਸੱਪ ਦਾ ਡਾਂਗ ਨੂੰ ਮਾਰ ਸੁੱਟੇਗਾ ਤੇ ਉਹ ਨਦੀਆਂ ਉੱਤੇ ਨਾ ਵੇਖੇਗਾ, ਸ਼ਹਿਦ ਤੇ ਦਹੀਂ ਦੇ ਵਗਦੇ ਹੜਾਂ ਉੱਤੇ। ਉਹ ਆਪਣੀ ਕਸ਼ਟ ਦੀ ਕਮਾਈ ਨੂੰ ਮੋੜ ਦੇਗਾ ਪਰ ਆਪ ਨਿਕਲੇਗਾ ਨਹੀਂ। ਉਹ ਆਪਣੇ ਲੈਣ ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ ਕਿਉਂਕਿ ਉਹਨੇ ਗਰੀਬਾਂ ਨੂੰ ਦਬਾਇਆ ਤੇ ਤਿਆਗ ਦਿੱਤਾ। ਉਹਨੇ ਇੱਕ ਘਰ ਨੂੰ ਖੋਹ ਲਿਆ ਤੇ ਉਹਨੂੰ ਨਾ ਉਸਾਰਿਆ, ਇਸ ਲਈ ਉਸਨੇ ਆਪਣੇ ਅੰਦਰ ਕੋਈ ਸ਼ਾਂਤੀ ਨਾ ਜਾਣੀ। ਉਹ ਆਪਣੇ ਮਨ ਭਾਉਣੀਆਂ ਚੀਜ਼ਾਂ ਨਾ ਬਚਾਏਗਾ, ਉਹਦੇ ਖਾ ਲੈਣ ਦੇ ਪਿੱਛੋਂ ਕੁਛ ਬਾਕੀ ਨਾ ਰਿਹਾ, ਇਸ ਕਾਰਨ ਉਸਦੀ ਖੁਸ਼ਹਾਲੀ ਬਣੀ ਨਹੀਂ ਰਹੇਗੀ। ਉਹ ਆਪਣੀ ਭਰਪੂਰੀ ਦੀ ਵਾਸਰੀ ਵਿੱਚ ਵੀ ਲੋੜਵੰਦ ਰਹੇਗਾ, ਹਰ ਦੁਖਿਆਰੇ ਦਾ ਹੱਥ ਉਹਦੇ ਤੇ ਆ ਪਵੇਗਾ। ਤਦ ਉਹ ਆਪਣਾ ਪੇਟ ਭਰਨ ਹੋਵੇ ਜਦੋਂ ਪਰਮੇਸ਼ਰ ਆਪਣਾ ਤੇਜ ਕ੍ਰੋਧ ਉੱਤੇ ਘੱਲੇਗਾ ਤੇ ਉਹਦੀ ਰੋਟੀ ਖਾਣ ਦੇ ਵੇਲੇ ਉਹਦੇ ਉੱਤੇ ਵਰਾਏਗਾ। ਉਹ ਲੋਹੇ ਦੇ ਹਥਿਆਰ ਤੋਂ ਨੱਠੇਗਾ, ਪਿੱਤਲ ਦੇ ਧਨਕੋਂ ਨੂੰ ਵਿੰਨ ਸੁੱਟੇਗਾ ਤੇ ਉਸ ਤੀਰ ਨੂੰ ਬਾਹਰ ਖਿੱਚਦਾ ਤੇ ਉਸਨੂੰ ਉਸਦੇ ਸਰੀਰ ਚੋਂ ਬਾਹਰ ਆਉਂਦਾ। ਉਹ ਚਮਕਦੀ ਹੋਈ ਨੋਕ ਉਸਦੇ ਪਿੱਤੇ ਤੋਂ ਨਿਕਲਦੀ ਤੇ ਹੌਲ ਉਹਦੇ ਆ ਪੈਂਦਾ। ਸਾਰਾ ਹਨੇਰਾ ਉਹਦੇ ਖਜ਼ਾਨੇ ਲਈ ਇਕੱਠਾ ਹੈ ਤੇ ਅਣਸੁਲਗੀ ਅੱਗ ਉਹਨੂੰ ਭਸਮ ਕਰੇਗੀ। ਜੋ ਕੁਝ ਉਹਦੇ ਤੰਬੂ ਵਿੱਚ ਬਾਕੀ ਉਹਨੂੰ ਭਖ ਲੇਗੀ। ਆਕਾਸ਼ ਉਹਦੀ ਬਦੀ ਨੂੰ ਪ੍ਰਗਟ ਕਰੇਗਾ ਤੇ ਧਰਤੀ ਉਹਦੇ ਵਿਰੁੱਧ ਖੜੀ ਹੋਈ ਤੇ ਘਰ ਦਾ ਮਾਲ ਰੁੜ ਜਾਵੇਗਾ ਤੇ ਉਹਦੇ ਕ੍ਰੋਧ ਦੇ ਦਿਨ ਵਿੱਚ ਉਹ ਵਾਪਸ ਜਾਵੇਗਾ ਤੇ ਪਰਮੇਸ਼ਰ ਵੱਲੋਂ ਦੁਸ਼ਟ ਆਦਮੀ ਦਾ ਹਿੱਸਾ ਹੈ। ਇਹ ਪਰਮੇਸ਼ਰ ਵੱਲੋਂ ਮੁਕਰਰ ਹੋਈ ਮਿਰਾਸ ਹੈ। ਅਯੂਬ ਦੁਸ਼ਟਾਂ ਦੀ ਸਫਲਤਾ ਤੇ ਬਰਬਾਦੀ। ਚੈਪਟਰ 21। ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ ਕਿ ਗੌਰ ਨਾਲ ਮੇਰੀ ਗੱਲ ਸੁਣੋ, ਇਹੋ ਤੁਹਾਡੀ ਤਸੱਲੀ ਹੋਵੇ। ਮੇਰੀ ਸਹਿ ਲਓ ਤੇ ਮੈਂ ਬੋਲਾਂਗਾ, ਮੇਰੇ ਬੋਲਣ ਤੇ ਮਗਰੋਂ ਤੂੰ ਫਿਰ ਠੱਠਾ ਕਰ। ਕੀ ਮੇਰਾ ਗਿਲਾ ਆਦਮੀ ਉੱਤੇ ਇਹ ਫਿਰ ਮੇਰਾ ਆਤਮਾ ਕਿਉਂ ਨਾ ਕਿ ਮੇਰੀ ਵੱਲ ਵੇਖੋ ਤੇ ਹੈਰਾਨ ਹੋ ਜਾਓ ਤੇ ਆਪਣਾ ਹੱਥ ਮੇਰੇ ਆਪਣੇ ਮੂੰਹ ਤੇ ਰੱਖੋ, ਕਿਉਂਕਿ ਜਦ ਮੈਂ ਚੇਤੇ ਕਰਦਾ ਤਾਂ ਮੈਂ ਘਬਰਾ ਜਾਂਦਾ ਤੇ ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ। ਦੁਸ਼ਟ ਕਿਉਂ ਜਿੰਦੇ ਰਹਿੰਦੇ, ਬੁੱਢੇ ਹੋ ਜਾਂਦੇ ਤੇ ਮਨ ਧਨ ਵੀ ਬਲਵਾਨ ਹੋ ਜਾਂਦੇ। ਉਹਨਾਂ ਦੇ ਅੰਸ਼ ਉਹਨਾਂ ਦੇ ਨਾਲ ਉਹਦੇ ਸਨਮੁਖ ਤੇ ਉਹਨਾਂ ਦੀ ਔਲਾਦ ਉਹਨਾਂ ਦੀ ਅੱਖਾਂ ਦੇ ਅੱਗੇ ਦ੍ਰਿੜ ਹੋ ਜਾਂਦੀ। ਉਹਨਾਂ ਦੇ ਘਰ ਭੈ ਤੋਂ ਰਹਿਤ ਤੇ ਸਲਾਮਤ ਹਨ। ਪਰਮੇਸ਼ਰ ਡੰਡਾ ਉਹਨਾਂ ਤੇ ਨਹੀਂ ਤੇ ਉਹਨਾਂ ਦਾ ਸਾਨ ਗੱਭਣ ਕਰ ਦਿੰਦਾ ਹੈ ਤੇ ਥੋਥਾ ਨਹੀਂ ਪੈਂਦਾ ਤੇ ਉਹਨਾਂ ਦੀ ਗਾਂ ਸੁੰਦੀ ਹੈ ਤੇ ਉਹਦਾ ਗੱਭ ਨਹੀਂ ਗੁੱਡੇਗਾ। ਉਹ ਆਪਣੇ ਨਿਆਣੇ ਇੱਜੜ ਵਾਂਗੂ ਬਾਹਰ ਘਾਲਦੇ ਹਨ, ਉਹਨਾਂ ਦੇ ਬੱਚੇ ਨੱਚਦੇ ਹਨ, ਡੱਫ ਤੇ ਬਰਬਾਤਰਾਂ ਗਾਉਂਦੇ ਹਨ ਤੇ ਬੀਨ ਦੀ ਆਵਾਜ਼ ਨਾਲ ਖੁਸ਼ੀਆਂ ਮਨਾਉਂਦੇ ਹਨ। ਉਹ ਅੱਛੇ ਦਿਨ ਕੱਟਦੇ ਹਨ ਤੇ ਫਿਰ ਇੱਕ ਡੇਰੇ ਵਿੱਚ ਪਤਾਲ ਨੂੰ ਉਤਰ ਜਾਂਦੇ ਨੇ। ਪਰਮੇਸ਼ਰ ਨੂੰ ਕਹਿੰਦੇ ਹਨ ਸਾਥੋਂ ਦੂਰ ਹੋ, ਅਸੀਂ ਤੇਰੇ ਰਾਹ ਨੂੰ ਜਾਣਨਾ ਨਹੀਂ ਚਾਹੁੰਦੇ। ਸਰਵਸ਼ਕਤੀਮਾਨ ਹੈ ਕੀ ਤੇ ਆਪਾਂ ਉਹਦੀ ਉਪਾਸਨਾ ਕਿਉਂ ਕਰੀਏ? ਸੋ ਸਾਨੂੰ ਕੀ ਲਾਭ ਜੋ ਆਪਾਂ ਉਹਦੇ ਅੱਗੇ ਅਰਦਾਸ ਕਰੀਏ। ਵੇਖੋ ਉਹਨਾਂ ਦੀ ਭਾਗਵਾਨੀ ਉਹਦੇ ਹੱਥ ਵਿੱਚ ਨਹੀਂ। ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਹੈ। ਦੁਸ਼ਟਾਂ ਦਾ ਦੀਵਾ ਕਿੰਨੀ ਵਾਰੀ ਬੁੱਝ ਜਾਂਦਾ ਤੇ ਉਹਨਾਂ ਦੀ ਵਿਪਤਾ ਉਹਨੂੰ ਤੇ ਆ ਪੈਂਦੀ। ਉਹ ਆਪਣੇ ਕ੍ਰੋਧ ਵਿੱਚ ਦੁੱਖ ਵੰਡਦਾ ਹੈ। ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਗੂ ਹਨ ਤੇ ਉਹ ਭੋ ਵਾਂਗੂ ਹਨ ਜਿਸਨੂੰ ਝੱਖੜ ਝੋਲਾ ਉਡਾ ਕੇ ਲੈ ਜਾਂਦਾ ਹੈ। ਪਰਮੇਸ਼ਰ ਉਹਦੀ ਬਦੀ ਉਹਦੇ ਬੱਚਿਆਂ ਲਈ ਰੱਖ ਛੱਡਦਾ, ਉਹਦਾ ਬਦਲਾ ਉਹਨੂੰ ਉਹ ਦੇਵੇ ਵੀ ਉਹ ਜਾਣ ਲਵੇ ਤੇ ਉਹਦੀਆਂ ਅੱਖੀਆਂ ਉਹਦੀ ਬਰਬਾਦੀ ਨੂੰ ਵੇਖਣ ਅਤੇ ਸਰਵ ਸ਼ਕਤੀਮਾਨ ਦੇ ਕਹਿਰ ਵਿੱਚੋਂ ਪੀਵੇ। ਤਾਂ ਉਹਨੂੰ ਆਪਣੇ ਪਿੱਛੋਂ ਆਪਣੇ ਘਰਾਣੇ ਵਿੱਚ ਕੀ ਖੁਸ਼ੀ ਹੈ ਜਦ ਉਹਦੇ ਮਹੀਨਿਆਂ ਦੀ ਗਿਣਤੀ ਵੀ ਟੁੱਟ ਗਈ।
ਕੀ ਉਹ ਪਰਮੇਸ਼ਰ ਨੂੰ ਸਿੱਖਿਆ ਦੇਵੇਗਾ ਜਾਂ ਉੱਚਾ ਉੱਚਾ ਦਾ ਨਿਆਂ ਕਰਦਾ ਹੈ ਤਾਂ ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਤੇ ਤਦ ਜਦ ਉਹਦੀ ਚੈਨ ਤੇ ਸੁੱਖ ਸੰਪੂਰਨ ਹਨ, ਉਹਦੀਆਂ ਦੋਨੋਂ ਦੁੱਧ ਨਾਲ ਭਰੀਆਂ ਹੋਈਆਂ ਹਨ ਤੇ ਉਹਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਤੇ ਕੋਈ ਆਪਣੀ ਜਾਨ ਦੀ ਕੁੜਤਣ ਵਿੱਚ ਮਰ ਜਾਂਦਾ, ਕੋਈ ਸੁੱਖ ਨਹੀਂ ਭੁਗਦਾ, ਉਦੋਂ ਵੀ ਖਾਕ ਵਿੱਚ ਪੈ ਰਹਿੰਦੇ ਤੇ ਕੀੜੇ ਉਹਨੂੰ ਢੱਕ ਲੈਂਦੇ ਹਨ। ਵੇਖੋ ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਉਹਨਾਂ ਜੁਗਤੇ ਨੂੰ ਵੀ ਜਿਹਨਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ। ਤੁਸੀਂ ਤਾਂ ਕਹਿੰਦੇ ਵੀ ਪਤਵੰਤ ਦਾ ਘਰ ਕਿੱਥੇ ਹੈ, ਉਹ ਤੰਬੂ ਕਿੱਥੇ ਜਿਹਦੇ ਵਿੱਚ ਦੁਸ਼ਟ ਵਸਦੇ ਹਨ। ਕੀ ਤੁਸੀਂ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਉਹਨਾਂ ਦੇ ਨਿਸ਼ਾਨੇ ਨੂੰ ਨਹੀਂ ਸਿਆਣਦੇ ਵੀ ਬੁਰਾਰ ਤਾਂ ਵਿਕਰਾ ਦੇ ਦਿਨ ਲਈ ਰੱਖਿਆ ਜਾਂਦਾ, ਉਹ ਗਜ਼ਬ ਦੇ ਦਿਨ ਲਈ ਲਿਆ ਜਾਂਦਾ ਤੇ ਉਹ ਕੌਣ ਉਹਦੇ ਰਾਹ ਨੂੰ ਸਨਮੁਖ ਦੱਸੇਗਾ ਤੇ ਕੌਣ ਉਹਦੇ ਕੀਤੇ ਦਾ ਬਦਲਾ ਉਹਨੂੰ ਦੇਵੇਗਾ। ਉਹ ਕਬਰ ਵਿੱਚ ਪਹੁੰਚਾਇਆ ਜਾਂਦਾ ਤੇ ਉਹਦੀ ਮੜੀ ਤੇ ਪਹਿਰਾ ਦਿੱਤਾ ਜਾਂਦਾ, ਵਾਦੀ ਦੇ ਡਲੇ ਉਹਨੂੰ ਚੰਗੇ ਲੱਗਦੇ ਹਨ ਤੇ ਸਾਰੇ ਆਦਮੀਆਂ ਦੇ ਪਿੱਛੇ ਚਲਾਣਾ ਕਰਨਗੇ ਜਿਵੇਂ ਉਹਦੇ ਅੱਗੇ ਅਣਗਿਣਤ ਹੈ। ਫਿਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ ਜਦ ਤੁਹਾਡੇ ਉੱਤਰਾਂ ਦੇ ਵਿੱਚ ਤਾਂ ਬੇਈਮਾਨੀ ਹੀ ਰਹਿ ਗਈ ਹੈ। ਅਲੀਫਸ ਜੋਬ ਨੂੰ ਦੋਸ਼ੀ ਠਹਿਰਾਉਂਦਾ ਹੈ ਚੈਪਟਰ 22। ਫਿਰ ਅਲੀਫਸ ਦਾ ਮਨ ਨੂੰ ਉੱਤਰ ਦੇ ਕੇ ਆਖਿਆ, ਭਲਾ ਕੋਈ ਆਦਮੀ ਪਰਮੇਸ਼ਰ ਲਈ ਲਾਭਦਾਇਕ ਹੋ ਸਕਦਾ? ਸੱਚਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ। ਤੇਰੇ ਧਰਮੀ ਹੋਣ ਨਾਲ ਸਰਵਸ਼ਕਤੀਮਾਨ ਨੂੰ ਕੀ ਖੁਸ਼ੀ ਹੈ ਤੇ ਤੇਰੀਆਂ ਪੂਰਨ ਚਾਲਾਂ ਨਾਲ ਉਹਨੂੰ ਕੀ ਲਾਭ ਹੈ? ਭਲਾ ਤੇਰੇ ਡਰਨ ਦੇ ਕਾਰਨ ਤੈਨੂੰ ਝਿੜਕਦਾ ਤੇ ਤੇਰੇ ਮੁਕੱਦਮਾ ਲੜਦਾ? ਕੀ ਤੇਰੀ ਬੁਰਾਈ ਵੱਡੀ ਨਹੀਂ? ਕੀ ਤੇਰੀਆਂ ਬਦੀਆਂ ਦੀ ਕੋਈ ਹੱਦ ਵੀ ਹੈ ਕਿ ਤੂੰ ਆਪਣੇ ਭਰਾਓ ਦੀਆਂ ਵਸਤਾਂ ਤੇ ਗਹਿਣੇ ਰੱਖ ਲਈਆਂ ਹਨ ਤੇ ਨੰਗਿਆਂ ਦੇ ਵੀ ਕੱਪੜੇ ਲਾ ਲਿਆ ਤੇ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਭੁੱਖੇ ਨੂੰ ਰੋਟੀ ਰੋਕ ਛੱਡੀ, ਬਲਵੰਤ ਮੁਲਕ ਨੂੰ ਦੇਸ਼ ਮਿਲ ਗਿਆ ਤੇ ਜਿਹੜਾ ਮੰਨਿਆ ਜਾਂਦਾ ਸੀ ਉਹ ਉਸ ਵਿੱਚ ਵਸ ਗਿਆ ਤੇ ਵਿਧਵਾ ਨੂੰ ਖਾਲੀ ਮੋੜ ਭੁਲਾ ਤੇ ਯਤੀਮਾਂ ਦੀਆਂ ਬਾਹਾਂ ਭੰਨੀਆਂ ਗਈਆਂ। ਇਹ ਇਸ ਲਈ ਫੰਦੇ ਤੇਰੇ ਆਲੇ ਦੁਆਲੇ ਹਨ ਤੇ ਅਚਾਨਕ ਭੈ ਤੈਨੂੰ ਘਬਰਾਉਂਦਾ ਹੈ ਜਦ ਤੂੰ ਹਨੇਰੇ ਨੂੰ ਵੇਖਦਾ ਤੇ ਪਾਣੀ ਦੇ ਹੜ ਨੂੰ ਜਿਹੜਾ ਤੈਨੂੰ ਢੱਕ ਲੈਂਦਾ ਹੈ। ਕੀ ਪਰਮੇਸ਼ਰ ਆਕਾਸ਼ ਦੀ ਉਚਾਈ ਵਿੱਚ ਨਹੀਂ? ਤਾਰਨ ਦੀ ਮਹਾਨਤਾ ਵੇਖ ਕੇ ਉਹ ਕਿੱਡੇ ਉੱਚੇ ਹਨ ਤੇ ਤੂੰ ਆਖਦਾ ਹੈ ਕਿ ਪਰਮੇਸ਼ਰ ਕੀ ਜਾਣਦਾ ਹੈ ਕਿ ਉਹ ਭੁੱਖ ਹਨੇਰੇ ਵਿੱਚੋਂ ਨਿਆਂ ਕਰ ਸਕਦਾ? ਬਦਲ ਦੀਆਂ ਘਟਾਂ ਉਹਦਾ ਪਰਦਾ ਹਨ ਵੀ ਉਹ ਵੇਖ ਨਾ ਸਕੇ ਤੇ ਆਕਾਸ਼ ਮੰਡਲ ਉੱਤੇ ਚੱਲਦਾ ਫਿਰਦਾ। ਭਲਾ ਤੂੰ ਆਪਣੇ ਪੁਰਾਣੇ ਰਾਹ ਨੂੰ ਫੜ ਛੱਡੇਗਾ ਜਿਹਦੇ ਵਿੱਚ ਬੁਰੇ ਆਦਮੀ ਚੱਲਦੇ ਹਨ ਅਤੇ ਆਪਣੇ ਵੇਲੇ ਤੋਂ ਪਹਿਲਾਂ ਚੁੱਕੇ ਗਏ ਜਿਹਨਾਂ ਦੀ ਨੀਂਹ ਦਰਿਆ ਨਾਲ ਟੁੱਟ ਗਈ, ਜਿਹੜੇ ਆਦਮੀ ਨੂੰ ਕਹਿੰਦੇ ਸਾਥੋਂ ਦੂਰ, ਪਰਮੇਸ਼ਰ ਨੂੰ ਕਹਿੰਦੇ ਸਾਥੋਂ ਦੂਰ ਹੋ, ਜੇ ਸਰਵਸ਼ਕਤੀਮਾਨ ਸਾਡਾ ਕੀ ਕਰੂ? ਤਾਂ ਵੀ ਉਹਨਾਂ ਦੇ ਘਰਾਂ ਨੂੰ ਪਦਾਰਥਾਂ ਨਾਲ ਭਰ ਦਿੱਤਾ। ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੈ, ਧਰਮੀ ਵੇਖ ਕੇ ਖੁਸ਼ ਹੁੰਦੇ ਹਨ ਤੇ ਨਿਰਦੋਸ਼ ਉਹਦੀ ਹਾਸੇ ਉਡਾਉਂਦੇ ਹਨ। ਸੱਚਮੁੱਚ ਸਾਡੇ ਵਿਰੋਧੀ ਮਿਟ ਗਏ ਤੇ ਅੱਗ ਨੂੰ ਰਹਿੰਦ ਖੂੰਹਦ ਨੂੰ ਪੱਕ ਲਿਆ। ਉਹਦੇ ਨਾਲ ਮਿਲਿਆ ਰਹੋ ਤੇ ਸੁਖੀ ਰਹੋ, ਨੇਕੀ ਤੇਰੇ ਤੇ ਆਏਗੀ। ਹੁਣ ਉਹਦੇ ਮੂੰਹ ਦੀ ਸਿੱਖਿਆ ਸੁਣ ਅਤੇ ਉਹਦੇ ਬਚਨਾਂ ਨੂੰ ਆਪਣੇ ਦਿਲ ਵਿੱਚ ਰੱਖ। ਜੇ ਤੂੰ ਸਰਵਸ਼ਕਤੀਮਾਨ ਵੱਲ ਮੁੜੇ ਤਾਂ ਉਹ ਬਣਿਆ ਰਹੇਗਾ, ਜੇ ਤੂੰ ਬਦੀ ਕਰੇ ਤਾਂ ਆਪਣੇ ਤੰਬੂਆਂ ਤੋਂ ਦੂਰ ਰਹੇ। ਜੇ ਤੂੰ ਸੋਨਾ ਖੇਹ ਵਿੱਚ ਤੇ ਉਹ ਫਿਰਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ ਦੇਵੇ ਤੇ ਸਰਵਸ਼ਕਤੀਮਾਨ ਤੇਰਾ ਸੋਨਾ ਤੇਰੀ ਅਨਮੋਲ ਚਾਂਦੀ ਦੀ ਹੋਵੇ ਤਾਂ ਤੂੰ ਆਪਣਾ ਸਰਵਸ਼ਕਤੀਮਾਨ ਨਾਲ ਨਿਹਾਲ ਹੋਵੇਗਾ ਤੇ ਆਪਣਾ ਮੂੰਹ ਪਰਮੇਸ਼ਰ ਨਾਲ ਚੁੱਕੇਗਾ। ਤੂੰ ਉਹਦੇ ਕੀ ਬੇਨਤੀ ਕਰੇਗਾ ਤੇ ਤੇਰੀ ਸੁਣੇਗਾ। ਤੂੰ ਆਪਣੇ ਸੁਖਣਾ ਪੂਰੇ ਕਰੇਗਾ, ਜਿਸ ਗੱਲ ਲਈ ਤੇਰੀ ਮਨਸ਼ਾ ਹੋਏਗੀ ਉਹ ਤੇਰੇ ਠੁਰਾਈ ਜਾਵੇਗੀ ਤੇ ਚਾਨਣ ਤੇਰੇ ਰਾਹ ਤੇ ਚਮਕੇਗਾ। ਜਦ ਤੂੰ ਉਹ ਤੈਨੂੰ ਨੀਚਾ ਕਰੂ ਤੂੰ ਆਖੇਗਾ ਵੀ ਇਹ ਤਾਂ ਉੱਚਾ ਹੋਣਾ ਹੀ ਹੈ ਤੇ ਨੀਵੀਆਂ ਅੱਖਾਂ ਵਾਲੇ ਨੂੰ ਬਚਾਵੇਗਾ ਤੇ ਬੇਦੋਸ਼ਾ ਨਹੀਂ ਜਿਹੜਾ ਉਹਨੂੰ ਵੀ ਬਚਾਵੇਗਾ ਅਤੇ ਉਹ ਆਪਣੇ ਹੱਥਾਂ ਦੀ ਸਫਾਈ ਨਾਲ ਤੂੰ ਬਚਾਇਆ ਜਾਵੇਗਾ। ਅਜੂਬ ਮੈਂ ਉਹਨੂੰ ਲੱਭਾਂ ਕਿੱਥੇ? ਤਾਂ ਚੈਪਟਰ 23 ਤਾਂ ਜੂਬ ਨੇ ਉੱਤਰ ਦੇਖਿਆ, ਕਿਹਾ ਅਜੇ ਵੀ ਮੇਰਾ ਗਿੱਲਾ ਕੌੜਾ ਹੈ, ਮੇਰੀ ਮਾਰ ਮੇਰੇ ਹੁੰਗਰ ਨਾਲੋਂ ਭਾਰੀ ਹੈ। ਕਾਸ਼ ਕਿ ਮੈਂ ਜਾਣਦਾ ਵੀ ਮੈਂ ਉਹਨੂੰ ਕਿੱਥੇ ਲੱਭਾਂ ਤਾਂ ਮੈਂ ਉਹਦੇ ਵਿਸੇ ਵਿੱਚ ਠੀਕ ਜਾਂਦਾ। ਮੈਂ ਆਪਣਾ ਦਾਵਾ ਉਹਦੇ ਸਾਹਮਣੇ ਪੇਸ਼ ਕਰਦਾ ਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ। ਮੈਂ ਉਹਨਾਂ ਗੱਲਾਂ ਨੂੰ ਜਾਣ ਲੈਂਦਾ ਜਿਹਨਾਂ ਨਾਲ ਉਹ ਮੈਨੂੰ ਉਤਰ ਦਿੰਦਾ ਤੇ ਸਮਝ ਲੈਂਦਾ ਵੀ ਉਹ ਮੈਨੂੰ ਕੀ ਆਖਦਾ। ਮੈਂ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਉਹ ਮੇਰੇ ਨਾਲ ਵਾਸਤਾ ਲੜਦਾ ਨਹੀਂ, ਸਗੋਂ ਉਹ ਮੇਰੇ ਵੱਲ ਧਿਆਨ ਕਰਦਾ ਅਤੇ ਉਹ ਨੇਕ ਜਨ ਜਿਹਦੇ ਨਾਲ ਬਹਿਸ ਕਰਦਾ ਉੱਥੇ ਵੀ ਸਦਾ ਲਈ ਆਪਣੇ ਨਿਆਂ ਤੋਂ ਛੁਡਾਇਆ ਜਾਂਦਾ। ਵੇਖੋ ਮੈਂ ਅੱਗੇ ਜਾਂਦਾ ਹਾਂ ਪਰ ਉੱਥੇ ਨਹੀਂ, ਮੈਂ ਪਿੱਛੇ ਤੇ ਮੈਂ ਉਹਨੂੰ ਨਹੀਂ ਵੇਖਦਾ। ਖੱਬੇ ਪਾਸੇ ਜਦੋਂ ਕੰਮ ਕਰਦਾ ਹੈ ਤਾਂ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਸੱਜੇ ਪਾਸੇ ਨੂੰ ਮੁੜਦਾ ਤਾਂ ਉਹ ਮੈਂ ਉਹਨੂੰ ਵੇਖਦਾ ਨਹੀਂ। ਉਹ ਤਾਂ ਮੇਰੇ ਰਾਹ ਨੂੰ ਜਾਣਦਾ ਹੈ। ਜਦ ਕਦੀ ਮੈਂ ਉਸ ਮੈਨੂੰ ਤਾਇਆ ਤਾਂ ਮੈਂ ਸੁਣ ਵਾਂਗੂ ਨਿਕਲਾਂਗਾ, ਪਰ ਮੇਰੇ ਪੈਰ ਨੇ ਉਹਦੇ ਕਦਮਾਂ ਨੂੰ ਫੜਿਆ ਅਤੇ ਮੈਂ ਉਹਦੇ ਰਾਹ ਦੀ ਪਾਲਣਾ ਕੀਤੀ ਤੇ ਕੁਰਾਏ ਨਹੀਂ ਪਿਆ। ਮੈਂ ਉਹਦੇ ਬੋਲਾਂ ਤੋਂ ਹੁਕਮ ਤੋਂ ਮੈਂ ਨਹੀਂ ਹਟਿਆ। ਮੈਂ ਉਹਦੇ ਮੂੰਹ ਦੇ ਵਾਕਾਂ ਦੀ ਆਪਣੇ ਜ਼ਰੂਰੀ ਭੋਜਨ ਤੋਂ ਵੀ ਵਧੇਕ ਕਦਰ ਕੀਤੀ। ਉਹ ਤਾਂ ਇੱਕ ਵਾਗਾ ਹੈ ਤੇ ਕੋਈ ਉਹਨੂੰ ਮੋੜ ਨਹੀਂ ਸਕਦਾ, ਜੋ ਉਹਦਾ ਜੀ ਚਾਹੇ ਸੋ ਕਰਦਾ। ਇੰਝ ਉਸ ਮੇਰੇ ਲਈ
ਠੁਰਾਇਆ ਹੈ ਜੋ ਉਹ ਪੂਰਾ ਕਰਦਾ ਹੈ। ਉਹਦੇ ਨਾਲ ਬਹੁਤ ਸਾਰੀਆਂ ਹੋਰ ਅਜਿਹੀਆਂ ਗੱਲਾਂ ਹਨ, ਇਸ ਲਈ ਮੈਂ ਉਹਦੇ ਹਜ਼ੂਰੋਂ ਪੈ ਖਾਂਦਾ ਹਾਂ। ਜਦ ਮੈਂ ਸੋਚਦਾ ਹਾਂ ਕਿ ਉਸ ਤੋਂ ਡਰ ਜਾਂਦਾ, ਪਰਮੇਸ਼ਰ ਨੇ ਮੇਰੇ ਦਿਲ ਨੂੰ ਡਰੂ ਬਣਾ ਦਿੱਤਾ ਹੈ। ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ ਹੈ। ਮੈਂ ਹਨੇਰੇ ਦੇ ਗੋ ਮਿਟਾਇਆ ਤਾਂ ਨਾ ਗਿਆ, ਘੁੱਪ ਹਨੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ। ਅਜੂ ਪਰਮੇਸ਼ਵਰ ਦੁਸ਼ਟਾਂ ਦਾ ਗੌ ਨਹੀਂ ਕਰਦਾ। ਸਰਬ ਚੈਪਟਰ 24। ਸਰਬ ਸ਼ਕਤੀਮਾਨ ਤੋਂ ਵੇਲੇ ਕਿਉਂ ਨਹੀਂ ਠਹਿਰਾਏ ਜਾਂਦੇ? ਉਹਦੇ ਜਾਣੋ ਉਹਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ? ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਤੇ ਜੜ੍ਹਾਂ ਨੂੰ ਖੋਹ ਲੈਂਦੇ ਹਨ ਤੇ ਉਹਨਾਂ ਨੂੰ ਚਾਰਦੇ ਹਨ। ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ ਤੇ ਵਿਧਵਾ ਦਾ ਬਲਦ ਗਹਿਣੇ ਰੱਖ ਲੈਂਦੇ ਹਨ। ਉਹ ਕੰਗਾਲਾਂ ਨੂੰ ਰਾਹ ਤੋਂ ਪਟਾਉਂਦੇ ਹਨ, ਦੇਸ਼ ਦੇ ਮਸਕੀਨ ਇਕੱਠੇ ਲੁਕ ਜਾਂਦੇ ਹਨ। ਵੇਖੋ ਉਜਾੜਦੇ ਜੰਗਲੀ ਗਧੇ ਵਾਂਗੂ ਆਪਣੇ ਕੰਮ ਲਈ ਖਾਦ ਭਾਲਣ ਨੂੰ ਨਿਕਲਦੇ ਹਨ। ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ ਤੇ ਉਹ ਖੇਤ ਵਿੱਚ ਚਾਰਾ ਵੱਢਦੇ ਹਨ, ਅਤੇ ਅੰਗੂਰ ਦੇ ਦੁਸ਼ਟਾਂ ਦੇ ਅੰਗੂਰੀ ਬਾਗ ਦੀ ਰਹਿੰਦ ਖੂਹ ਚੁਗਦੇ ਹਨ। ਉਹ ਬਿਨਾਂ ਕੱਪੜੇ ਦੇ ਨੰਗੇ ਰਾਤ ਕਰਦੇ ਹਨ ਤੇ ਉਹ ਪਾਲੇ ਵਿੱਚ ਉੱਤੇ ਕੁਛ ਲੈਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਤੇ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ ਤੇ ਓਟ ਨਾ ਹੋਣ ਦੇ ਕਾਰਨ ਚਟਾਨਾਂ ਚ ਮੁੜ ਜਾਂਦੇ ਹਨ। ਉਹ ਯਤੀਮ ਨੂੰ ਛਾਤੀ ਤੋਂ ਧੂ ਲੈਂਦੇ ਹਨ ਤੇ ਮਿਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ, ਤੇ ਉਹ ਬਿਨਾਂ ਬਸਤਰੋਂ ਨੰਗੇ ਫਿਰਦੇ ਹਨ ਤੇ ਉਹ ਭੁੱਖੇ ਉਹ ਭਰੀਆਂ ਚੁੱਕਦੇ ਹਨ ਤੇ ਉਹਨਾਂ ਦੇ ਕੰਧਾਂ ਵਿੱਚ ਤੇਲ ਕੱਢਦੇ ਹਨ ਤੇ ਉਹਨਾਂ ਵਿੱਚ ਬੱਚਿਆਂ ਵਿੱਚ ਅੰਗੂਰ ਪੀੜਦੇ ਹਨ ਤੇ ਆਪ ਧਰਾਏ ਰਹਿੰਦੇ ਹਨ ਤੇ ਸ਼ਹਿਰ ਵਿੱਚੋਂ ਲੋਕ ਹੁੰਦੇ ਹਨ ਅਤੇ ਫਟੜਾਂ ਦੀ ਜਾਨ ਦਵਾਈ ਦਿੰਦੇ ਹਨ। ਪਰ ਪਰਮੇਸ਼ਵਰ ਇਸ ਬੇਸ਼ਰਮੀ ਦੀ ਗੌਰ ਨਹੀਂ ਕਰਦਾ, ਤੇ ਇਹ ਉਹ ਹਨ ਜਿਹੜੇ ਚਾਨਣ ਦੇ ਵਿਰੁੱਧ ਆਖੇ ਹਨ ਤੇ ਉਹ ਉਹਦੇ ਰਾਹਾਂ ਨੂੰ ਨਹੀਂ ਜਾਣਦੇ ਤੇ ਨਾ ਹੀ ਉਹਦੇ ਮਾਰਗਾਂ ਵਿੱਚ ਰਹਿੰਦੇ ਹਨ। ਖੂਨੀ ਸਵੇਰੇ ਉੱਠਦਾ ਤੇ ਮਸਕੀਨ ਤੇ ਕੰਗਾਲ ਵੱਢ ਸੁੱਟਦਾ ਤੇ ਰਾਤੀ ਉਹ ਚੋਰ ਜਾਏ ਤੇ ਵਿਚਾਰੇ ਦੀ ਅੱਖ ਸਾਂਝ ਨੂੰ ਉਡੀਕਦੀ ਹੈ। ਉਹ ਕਹਿੰਦਾ ਕਿ ਕੋਈ ਅੱਖ ਮੈਨੂੰ ਨਹੀਂ ਵੇਖੂਗੀ ਤੇ ਆਪਣੇ ਮੂੰਹ ਤੇ ਪਰਦਾ ਪਾ ਲੈਂਦਾ ਤੇ ਹਨੇਰੇ ਨੂੰ ਉਹਨਾਂ ਘਰਾਂ ਵਿੱਚ ਸੰਨਾ ਮਾਰਦੇ ਹਨ। ਉਹ ਦਿਨੇ ਉਹ ਆਪਣੇ ਆਪ ਨੂੰ ਲੁਕਾ ਛੱਡਦੇ ਤੇ ਉਹ ਚਾਨਣ ਨੂੰ ਨਹੀਂ ਜਾਣਦੇ, ਕਿਉਂ ਜੋ ਸਵੇਰ ਉਹਨਾਂ ਸਾਰਿਆਂ ਦੀ ਮੌਤ ਦੇ ਸਾਏ ਜਿਹੀ ਹੈ ਤੇ ਉਹ ਤਾਂ ਮੌਤ ਦੇ ਸਾਏ ਦੇ ਭਜਲਾਂ ਤੋਂ ਜਾਣੂ ਹਨ ਤੇ ਉਹ ਪਾਣੀਆਂ ਉੱਤੇ ਛੇਤੀ ਰੁਕ ਜਾਂਦੇ ਹਨ। ਧਰਤੀ ਵਿੱਚ ਉਹਨਾਂ ਦਾ ਵਿਰਸਾ ਸਰਾਪਿਆ ਹੋਇਆ, ਉਹ ਆਪਣਾ ਮੂੰਹ ਅੰਗੂਰੀ ਬਾਗਾਂ ਦੇ ਰਾਹ ਵੱਲ ਨਹੀਂ ਕਰਦੇ ਤੇ ਖੁਸ਼ਕੀ ਤੇ ਗਰਮੀ ਬਰਫਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ। ਉਹ ਬਤਾਲ ਪਾਪੀਆਂ ਨੂੰ ਵੀ ਕੁੱਖ ਉਹਨੂੰ ਭੁੱਲ ਜਾਵੇਗੀ ਤੇ ਕੀੜਾ ਉਹਨੂੰ ਸਵਾਦ ਨਾਲ ਖਾ ਜਾਵੇਗਾ, ਫਿਰ ਉਹ ਯਾਦ ਨਾ ਕੀਤੀ ਜਾਵੇਗਾ। ਸੋ ਬਦੀ ਰੁੱਖ ਨੂੰ ਤੋੜ ਜਾਵੇਗੀ, ਉਹ ਬਾਂਝ ਜਿਹੜੀ ਜਾਂਦੀ ਨਹੀਂ ਖਾ ਲੈਂਦਾ ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ। ਤਾਂ ਵੀ ਪਰਮੇਸ਼ਰ ਆਪਣੀ ਸ਼ਕਤੀ ਨਾਲ ਤਕੜਿਆ ਨੂੰ ਵੱਡੀ ਮੰਨਦਾ ਅਤੇ ਉਹ ਉੱਠਦਾ ਹੈ ਤੇ ਉਸ ਨੂੰ ਜੀਵਨ ਦਾ ਵਿਸ਼ਵਾਸ ਵੀ ਨਹੀਂ, ਅਤੇ ਉਹ ਉਸਨੂੰ ਅਮਨ ਦਿੰਦਾ ਹੈ ਤੇ ਉਹ ਸਾਂਭਿਆ ਜਾਂਦਾ ਹੈ ਅਤੇ ਉਹਦੀਆਂ ਅੱਖਾਂ ਉਸਦੇ ਰਾਹਾਂ ਉੱਤੇ ਹਨ। ਉਹ ਥੋੜੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਉਹ ਫਿਰ ਹੁੰਦੇ ਹੀ ਨਹੀਂ। ਉਹ ਨਵਾਏ ਜਾਂਦੇ ਹਨ ਤੇ ਦੂਜਿਆਂ ਵਾਂਗੂ ਸਮੇਟੇ ਜਾਂਦੇ ਹਨ ਤੇ ਆਟੇ ਦੇ ਸਿੱਟਿਆਂ ਦੇ ਵਾਂਗੂ ਵੱਢੇ ਜਾਂਦੇ ਹਨ ਤੇ ਇਹ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ ਕਰੇਗਾ ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਕਹੇਗਾ। ਬਿਲਦਦ ਮਨੁੱਖ ਕਿਵੇਂ ਧਰਮੀ ਠਹਿਰੇ। ਚੈਪਟਰ 25। ਤਦ ਬਿਲਦਦ ਸ਼ੂਰੀ ਨੇ ਉੱਤਰ ਦੇ ਕੇ ਆਖਿਆ, ਰਾਤ ਤੇ ਭੈਜਲ ਉਸ ਦੇ ਅੰਗ ਸੰਗ ਹਨ, ਤੂੰ ਆਪਣੇ ਉੱਚੇ ਸਥਾਨਾਂ ਵਿੱਚ ਸੁੱਖ ਸਾਂਦ ਰੱਖਦਾ ਹੈ। ਭਲਾ ਉਹਦੀਆਂ ਫੌਜਾਂ ਦੀ ਗਿਣਤੀ ਵੀ ਹੈਗੀ ਤੇ ਕਿਹਦੇ ਉੱਤੇ ਉਹਦਾ ਚਾਨਣ ਨਹੀਂ ਪੈਂਦਾ। ਮਨੁੱਖ ਫਿਰ ਪਰਮੇਸ਼ਰ ਦੇ ਅੱਗੇ ਕਿਵੇਂ ਧਰਮੀ ਠਹਿਰੂ ਤੇ ਔਰਤ ਦਾ ਜਨਮ ਹੋਇਆ ਕਿਵੇਂ ਨਿਰਮਲ ਹੋ। ਵੇਖ ਚੰਦ ਵਿੱਚ ਵੀ ਚਮਕ ਨਹੀਂ ਤੇ ਉਹਦੀ ਨਿਗਾਹ ਵਿੱਚ ਤਾਰੇ ਵੀ ਨਿਰਮਲ ਨਹੀਂ, ਤੇ ਫਿਰ ਮਨੁੱਖ ਕਿੱਥੇ ਕਿਹੜਾ ਕੀਤਾ ਕੀੜਾ ਹੈ ਅਤੇ ਆਦਮੀ ਦਾ ਪੁੱਤਰ ਫਿਰ ਕਿਹੜਾ ਕਿਰਮ ਹੀ ਹੈਗਾ। ਚੈਪਟਰ 26। ਅਜੂਬ ਪਰਮੇਸ਼ਰ ਦੀ ਸ਼ਕਤੀ ਨੂੰ ਮੰਨਦਾ ਹੈ ਤੇ ਫਿਰ ਅਜੂਬ ਨੇ ਉੱਤਰ ਦੇ ਕੇ ਆਖਿਆ, ਤੈਂ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ, ਬਲਹੀਨ ਬਾਹ ਨੂੰ ਕਿਵੇਂ ਬਚਾਇਆ, ਬੁੱਧਹੀਨ ਨੂੰ ਕਿਹੜੀ ਸਲਾਹ ਦਿੱਤੀ ਤੇ ਅਸਲੀ ਗਿਆਨ ਬਹੁਤ ਸਾਰਾ ਦੱਸਿਆ ਤੇ ਕਿਹਨੂੰ ਗੱਲਾਂ ਦੱਸੀਆਂ ਤੇ ਕਿਹਦਾ ਸਾਹ ਤੇਰੇ ਵਿੱਚੋਂ ਨਿਕਲਿਆ। ਭੂਤ ਨੇ ਕੰਬਦੇ ਹਨ ਪਾਣੀਆਂ ਤੇ ਉਹਨਾਂ ਦੇ ਰਹਿਣ ਵਾਲਿਆਂ ਦੇ ਹੇਠੋਂ ਪਤਾਲ ਦੇ ਅੱਗੇ ਨੰਗਾ ਹੈ ਤੇ ਨਰਕ ਵਿਪਰਦਾ ਹੈ ਤੇ ਉਹ ਉੱਤਰ ਦੇਸ਼ ਨੂੰ ਵੇਲੇ ਥਾਂ ਉੱਤੇ ਫੈਲਾਉਂਦਾ ਹੈ, ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ ਅਤੇ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ। ਬੱਦਲ ਉਹਨਾਂ ਦੇ ਹੇਠ ਪਾਟਦਾ ਨਹੀਂ, ਆਪਣੀ ਰਾਜਗੱਦੀ ਨੂੰ ਢੱਕ ਲੈਂਦਾ ਹੈ, ਆਪਣਾ ਬੱਦਲ ਉਸ ਤੇ ਵਿਛਾਉਂਦਾ ਹੈ, ਪਾਣੀਆਂ ਦੇ ਉੱਤੇ ਕੁੰਡਲ ਅਤੇ ਚੰਨ ਉੱਤੇ ਹਨੇਰੇ ਦੀ ਹੱਦ ਪਾ ਦਿੰਦਾ ਹੈ ਤੇ ਆਕਾਸ਼ ਤੇ ਤਾਂ ਮਿਲਦੇ ਹਨ ਤੇ ਉਹਦੀ ਖਿੜਕੀ ਤੋਂ ਹੈਰਾਨ ਹੁੰਦੇ ਹਨ ਤੇ ਉਹਦੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੰਦਾ ਹੈ ਤੇ ਬੁੱਧੀ ਨਾਲ ਰਹਾਬ ਨੂੰ ਮਾਰ ਸੁੱਟਿਆ ਹੈ ਅਤੇ ਉਸਦੀ ਆਤਮਾ ਦੇ ਨਾਲ ਆਕਾਸ਼ ਸਜਾਇਆ ਜਾਂਦਾ ਹੈ ਤੇ ਉਹਦੇ ਹੱਥ ਨੇ ਉੱਡਣੇ ਸੱਪ ਨੂੰ ਫਿਰ ਸੁੱਟਿਆ ਤੇ ਇਹ ਉਹਦੇ ਰਾਹਾਂ ਦੇ ਹੀ ਕੰਡੇ ਹਨ ਤੇ ਅਸੀਂ ਉਸਦੀ ਕਿੰਨੀ ਹੌਲੀ ਆਵਾਜ਼ ਸੁਣਦੇ ਹਾਂ
ਤੇ ਉਹਦੀ ਸਮਰੱਥਾ ਦੀ ਗਰਜ ਕੌਣ ਸਮਝ ਸਕਦਾ। ਅਯੂਬ ਆਪਣੀ ਖਰਿਆਈ ਉੱਤੇ ਕਾਇਲ ਹੈ। ਚੈਪਟਰ 27। ਫਿਰ ਅਯੂਬ ਨੇ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ, ਜਿਉਂਦੇ ਪਰਮੇਸ਼ਰ ਦੀ ਸਹੁੰ ਜਿਸ ਮੇਰਾ ਨਿਆਂ ਪਲਟਾ ਦਿੱਤਾ, ਸਰਬ ਸ਼ਕਤੀਮਾਨ ਦੀ ਜਿਸਨੇ ਮੇਰੀ ਜਾਨ ਨੂੰ ਕੌੜਾ ਕੀਤਾ। ਜਿੰਨਾ ਚਿਰ ਮੇਰਾ ਸਾਹ ਮੇਰੇ ਵਿੱਚ ਹੈ, ਮੈਂ ਪਰਮੇਸ਼ਰ ਦਾ ਦਮ ਮੇਰੀਆਂ ਨਾਸਾਂ ਵਿੱਚ ਹੈ। ਮੇਰੇ ਬੁੱਲ ਬਦੀ ਦੀਆਂ ਗੱਲਾਂ ਨਹੀਂ ਕਰਨਗੇ, ਨਾ ਮੇਰੀ ਜੀਭ ਮਕਰ ਉਚਰੇਗੀ। ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ। ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ। ਮੈਂ ਆਪਣਾ ਧਰਮ ਤਕੜਾਈ ਨਾ ਛੱਡਿਆ ਤੇ ਮੈਂ ਉਹਨੂੰ ਜਾਣ ਨਾ ਦਿਆਂਗਾ। ਮੇਰਾ ਦਿਲ ਮੈਨੂੰ ਉਮਰ ਭਰ ਉਲਾਂਭਾ ਨਾ ਦੇਵੇਗਾ। ਮੇਰਾ ਵੈਰੀ ਦੁਸ਼ਟ ਵਾਂਗੂ ਹੋਵੇ, ਮੇਰਾ ਵਿਰੋਧੀ ਬੁਰਾਰ ਵਾਂਗੂ। ਨਾਸਤਕ ਨੂੰ ਕੀ ਆਸ਼ਾ ਕਿ ਉਹ ਕੱਟਿਆ ਜਾਵੇ, ਪਰ ਪਰਮੇਸ਼ਰ ਉਹਦੀ ਜਾਨ ਲੈ ਲਵੇ। ਭਲਾ ਪਰਮੇਸ਼ਰ ਉਸਦੀ ਦੁਆਈ ਸੁਣੇਗਾ ਜਦ ਦੁੱਖ ਉਹਦੇ ਉੱਤੇ ਆਵੇ? ਕਿ ਸਰਬ ਸ਼ਕਤੀਮਾਨ ਵਿੱਚ ਮਗਨ ਰਹੇਗਾ ਤੇ ਹਰ ਵੇਲੇ ਪਰਮੇਸ਼ਰ ਨੂੰ ਪੁਕਾਰੇਗਾ। ਮੈਂ ਤੁਹਾਨੂੰ ਪਰਮੇਸ਼ਰ ਦੇ ਹੱਥ ਦੀ ਬਾਬਤ ਸਿਖਾਵਾਂਗਾ। ਜੋ ਕੁਛ ਸਰਬ ਸ਼ਕਤੀਮਾਨ ਦੇ ਲਿਖਿਆ ਮੈਂ ਨਾ ਲੁਕਾਵਾਂਗਾ। ਵੇਖੋ ਤੁਸੀਂ ਸਭਨਾਂ ਨੇ ਡਿੱਠਾ ਤਾਂ ਤੁਸੀਂ ਬਿਲਕੁਲ ਨਿਕੰਮੇ ਹੋ ਗਏ। ਪਰਮੇਸ਼ਰ ਨਾਲ ਦੁਸ਼ਟ ਜਨ ਦਾ ਹਿੱਸਾ ਹੈ ਤੇ ਜ਼ਾਲਮ ਦਾ ਹਿੱਸਾ ਜਿਹੜਾ ਉਹ ਸਰਬ ਸ਼ਕਤੀਮਾਨ ਤੋਂ ਲੈਂਦੇ ਹਨ। ਜੇ ਉਹਦੇ ਪੁੱਤਰ ਬਹੁਤੇ ਹੋ ਜਾਣ ਤਾਂ ਇਹ ਤਲਵਾਰ ਲਈ ਹੈ ਤੇ ਉਹਦੀ ਅੰਸ਼ ਰੁੱਟ ਨਾਲ ਨਾ ਰਚੇਗੀ। ਉਹਦਾ ਬੱਕੀਆ ਮਾਰ ਕੇ ਦੱਬਿਆ ਜਾਵੇਗਾ ਤੇ ਵਿਧਵਾ ਨਾ ਹੋਣਗੀਆਂ। ਜੋ ਖਾਕ ਨੂੰ ਚਾਂਦੀ ਦੇ ਢੇਰ ਲਾ ਲਵੇ ਤੇ ਮਿੱਟੀ ਵਾਂਗੂ ਬਸਤਰ ਤਿਆਰ ਕਰੇ ਤੇ ਤਿਆਰ ਤਾਂ ਕਰੇ ਪਰ ਪਾਉਣਗੇ ਉਹਨੂੰ ਧਰਮੀ। ਤਿਆਰ ਤਾਂ ਉਹ ਕਰੇ ਪਰ ਪਾਉਣਗੇ ਉਹਨੂੰ ਧਰਮੀ। ਤੇ ਚਾਂਦੀ ਬੇਦੋਸ਼ੀ ਵੰਡ ਲੈਣ ਤੇ ਆਪਣੇ ਘਰ ਮੁਕੜੀ ਵਾਂਗੂ ਬਣਾਉਂਦਾ ਤੇ ਇੱਕ ਕੁੱਲੀ ਵਾਂਗੂ ਜਿਸਨੂੰ ਕੋਈ ਰਾਖਾ ਬਣਾਉਂਦਾ ਹੈ। ਉਹ ਧੰਨਿਓ ਕਿ ਲੰਮਾ ਪੈਂਦਾ ਪਰ ਫਿਰ ਉਹ ਨਹੀਂ ਕਿ ਉਹ ਆਪਣੀ ਅੱਖਾਂ ਖੋਲਦਾ ਹੈ ਤੇ ਉਹ ਹੈ ਹੀ ਨਹੀਂ। ਫਿਰ ਉਹਨੂੰ ਪਾਣੀ ਵਾਂਗੂ ਭੇਜਣਾ ਪੈਂਦੇ ਹਨ ਤੇ ਝੱਖੜ ਰਾਤ ਨੂੰ ਉਹ ਉਡਾ ਕੇ ਲੈ ਜਾਂਦੇ ਹਨ। ਪੂਰੇ ਦੀ ਵਾਹ ਉਹਨੂੰ ਚੁੱਕਦੀ ਤੇ ਉਹ ਚਲਾ ਜਾਂਦਾ ਹੈ ਤੇ ਉਹ ਉਸਨੂੰ ਉਸਦੇ ਥਾਂ ਤੇ ਖੋਜ ਕੇ ਲੈ ਜਾਂਦੀ ਤੇ ਉਹ ਉਸ ਉੱਤੇ ਤਰਸ ਖਾਦੇ ਬਿਨਾਂ ਆਪਣੇ ਆਪ ਨੂੰ ਸੁੱਟੇਗੀ ਤੇ ਉਸਦੇ ਹੱਥੋਂ ਸਿਰ ਦੇ ਉੱਤੇ ਉਹ ਹੱਥੋਂ ਸਿਰ ਤੇ ਪੈਰ ਰੱਖ ਕੇ ਨੱਠੇਗਾ ਤੇ ਉਸਦੇ ਉੱਤੇ ਉਸਦੀ ਤੋੜੀ ਵਜਾਈ ਆਏਗੀ ਤੇ ਉਹਦੇ ਉੱਤੇ ਆਪਣੇ ਥਾਂ ਤੋਂ ਛੁਟਕਾਰੇਗੀ। ਪ੍ਰਭੂ ਦਾ ਪੈ ਉਹੀ ਬੁੱਧ ਹੈ। ਚੈਪਟਰ 28। ਨਿਸ਼ੰਗ ਖਾਨ ਚਾਂਦੀ ਲਈ ਹੁੰਦੀ ਹੈ ਅਤੇ ਥਾਂ ਸੋਨੇ ਜਿਸਨੂੰ ਉਹ ਹਰਮਨ ਪਿਆਰੇ ਹਰ ਨਿਰਮਲ ਕਰਦੇ ਹਨ। ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ ਅਤੇ ਪੱਥਰ ਢਾਲ ਕੇ ਤਾਂਬਾ ਹੋ ਜਾਂਦਾ ਹੈ ਤੇ ਇਨਸਾਨ ਹਨੇਰੇ ਦਾ ਅੰਤ ਕਰਦਾ ਤੇ ਸਰਹੱਦ ਦੀ ਹਨੇਰ ਧੁੱਪ ਘੁੱਪ ਤੇ ਸਾਹਿਬ ਵਾਂਗੂ ਮੌਤ ਦੇ ਸਾਹਿਬ ਵਾਂਗੂ ਹੈ। ਮੌਤ ਦੇ ਸਾਹਿਬ ਵਿੱਚ ਪੱਥਰਾਂ ਦੀ ਭਾਲ ਕਰਦਾ ਹੈ। ਉਹ ਆਜ਼ਾਦੀ ਤੋਂ ਦੂਰ ਸੁਰੰਗ ਖੋਲ੍ਹਦੇ ਹਨ ਅਤੇ ਰਾਈਆਂ ਤੋਂ ਵਿਛੜ ਜਾਂਦੇ ਹਨ ਤੇ ਇਨਸਾਨ ਤੋਂ ਦੂਰ ਲਟਕਦੇ ਤੇ ਝੂਲਦੇ ਹਨ। ਧਰਤੀ ਤੋਂ ਰੋਟੀ ਨਿਕਲਦੀ ਹੈ ਤੇ ਉਹਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਤੇ ਉਹਦੇ ਪੱਥਰ ਨੀਲਮ ਦੇ ਥਾਂ ਹਨ ਤੇ ਉਹਦੇ ਵਿੱਚ ਸੋਨੇ ਦੇ ਜ਼ਰੇ ਹਨ। ਸ਼ਿਕਾਰੀ ਪੰਛੀ ਉਸ ਪਹੀਏ ਨੂੰ ਨਹੀਂ ਜਾਣਦਾ, ਨਾ ਬਾਪ ਜੀ ਦੀ ਉਸ ਅੱਖ ਨੇ ਉਸਨੂੰ ਦੇਖਿਆ। ਮਗਰੂਰ ਦਰਿੰਦੇ ਉਸ ਵਿੱਚ ਨਹੀਂ ਚੱਲੇ, ਨਾ ਬੱਬਰ ਸ਼ੇਰ ਦਾ ਉਸ ਉੱਤੇ ਕੋਈ ਜ਼ੋਰ ਚੱਲਿਆ ਹੈ। ਇਨਸਾਨ ਆਪਣਾ ਹੱਥ ਚਕਮਕ ਉੱਤੇ ਲਾਉਂਦਾ ਹੈ ਤੇ ਉਹ ਪਹਾੜਾਂ ਉੱਤੇ ਹੀ ਪਹਾੜਾਂ ਦੇ ਮੁੱਢੋਂ ਲਾ ਦਿੰਦਾ ਤੇ ਚਟਾਨਾਂ ਨਾਲ ਨਾਲੇ ਖੋਲਦਾ ਹੈ। ਉਹਦੀ ਅੱਖ ਹਰ ਬਹੁਮੁੱਲੀ ਵਸਤੂ ਦੇਖਦੀ ਹੈ। ਉਹ ਨਦੀ ਨੂੰ ਬਣ ਜਾਂਦਾ ਤੇ ਉਹ ਚੋਂਦੀਆਂ ਵੀ ਨਹੀਂ। ਫਿਰ ਉਹ ਕਿਸੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲਾਉਂਦਾ ਹੈ। ਪਰ ਬੁੱਧ ਕਿੱਥੇ ਲੱਭੇ ਤੇ ਸਮਝ ਦਾ ਥਾਂ ਕਿੱਥੇ ਹੈ? ਇਨਸਾਨ ਦਾ ਮੂਲ ਨਹੀਂ ਜਾਣਦਾ ਕਿ ਜੋ ਜਿਉਂਦਿਆਂ ਦੇ ਦੇਸ਼ ਵਿੱਚ ਨਹੀਂ ਲੱਭਦੀ। ਡੂੰਘਾਈ ਕਹਿੰਦੀ ਹੈ ਮੇਰੇ ਵਿੱਚ ਵੀ ਨਹੀਂ, ਸਮੁੰਦਰ ਕਹਿੰਦਾ ਉਹ ਮੇਰੇ ਕੋਲ ਵੀ ਨਹੀਂ। ਉਹਦੇ ਬਦਲੇ ਸੋਨਾ ਵੀ ਨਹੀਂ ਦੇਈਦਾ ਤੇ ਨਾ ਉਹਦੇ ਬਦਲੇ ਚਾਂਦੀ ਤੋਲੇ ਦੀ। ਉਹ ਫਿਰ ਦੇ ਸੋਨੇ ਤੋਂ ਉਹਦੀ ਕੀਮਤ ਨਹੀਂ ਭਰ ਹੁੰਦੀ। ਉਹ ਮੁੱਲੇ ਸਲੇਮਾਨੀ ਤੋਂ ਨਾ ਨੀਲਮ ਤੋਂ। ਸੋਨਾ ਤੇ ਕੱਚ ਉਹਦੇ ਤੁਲ ਨਹੀਂ ਹੋ ਸਕਦੇ। ਕੁੰਜਮ ਤੁਲ ਦੇ ਗਹਿਣੇ ਉਸਦੇ ਬਦਲੇ ਆ ਸਕਦੇ ਹਨ। ਮੂੰਗੇ ਤੇ ਬੁਲਾਉਣ ਦਾ ਨਾ ਹੀ ਕੀ ਹੈ, ਸਗੋਂ ਬੁੱਧ ਦਾ ਮੁੱਲ ਮੁਕਤੀਆਂ ਨਾਲ ਵੱਧ ਹੈ। ਸੂਸ਼ ਦਾ ਸੁਨਹਿਰਾ ਉਹਦੇ ਤੁਲ ਨਹੀਂ ਜਾਂ ਖਾਲਿਸ ਸੋਨੇ ਵਿੱਚ ਉਹਦੀ ਕੀਮਤ ਹੋ ਸਕਦੀ ਹੈ। ਬੁੱਧ ਫਿਰ ਕਿੱਥੋਂ ਦੀ ਤੇ ਸਮਝ ਦੀ ਥਾਂ ਕਿੱਥੇ ਹੈ? ਇਹ ਸਭ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ ਤੇ ਆਕਾਸ਼ ਤੇ ਪੰਛੀਆਂ ਤੋਂ ਛਿਪੀ ਹੋਈ ਹੈ। ਹਲਾਕਤ ਤੇ ਮੌਤ ਅਖਤੀਆਂ ਪਲਾਸੀ ਉਸਦੀ ਆਵਾਜ਼ ਆਪਣੀ ਕਰਨੀ ਸੁਣੀ ਹੈ। ਪਰਮੇਸ਼ਰ ਉਹਦਾ ਰਾਹ ਸਮਝਦਾ ਹੈ ਤੇ ਉਹ ਉਸਦਾ ਥਾਂ ਜਾਣਦਾ ਹੈ ਤੇ ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੇ ਇੱਕ ਨਿਗਾਹ ਕਰਦਾ ਹੈ ਤੇ ਜੋ ਕੁਛ ਆਕਾਸ਼ ਦੇ ਹੇਠਾਂ ਵੇਖਦਾ ਹੈ। ਉਸਨੇ ਹਵਾ ਲਈ ਵਜ਼ਨ ਠਹਿਰਾਇਆ ਤੇ ਪਾਣੀ ਨੂੰ ਮਾਪ ਨਾਲ ਮਿਲਿਆ ਤੇ ਉਸਨੇ ਮੀਂਹ ਵਿੱਚ ਵਿਧ ਬਣਾਈ ਅਤੇ ਗਰਜਦੀ ਬਿਜਲੀ ਲਈ ਰਾਹ। ਫਿਰ ਉਸਨੇ ਉਸਨੂੰ ਵੇਖਿਆ, ਦੱਸਿਆ ਕਿ ਉਸਨੇ ਕਾਇਮ ਕੀਤਾ ਜਦੋਂ ਉਹਨੂੰ ਉਸਨੇ ਖੋਜਿਆ। ਤੇ ਫਿਰ ਆਦਮੀ ਨੂੰ ਉਹਨੇ ਆਖਿਆ, ਵੇਖ ਪਰਮੇਸ਼ਰ ਦਾ ਭੈ ਉਹੀ ਬੁੱਧ ਤੇ ਉਸ ਬੁੱਧ ਤੋਂ ਦੂਰ ਰਹਿਣਾ ਸਮਝਦਾ ਹੈ।
चैप्टर 29 अजूब की पहली खुशहाली। अजूब ने अपना आप दृष्टांत देके आख्या, काश के मैं हुंदा जिवें प्राचीन महीनों विच उन्हें परमेश्वर की मेरी पालना करता सी ते दीवा मेरे सिर उत्ते लो करता सी। जद मैं तो चानन नाल हनेरे वल चलदा ते जिवें मैं अपनी वाफरी दे दिनां विच हुंदा सी। परमेश्वर सत्संग मेरे उत्ते सी ते सर्वशक्तिमान जी मेरे नाल ही सी ते मेरे बाल बच्चे ते मेरे नाल ही सन ਅਤੇ ਉਹ ਜਦੋਂ ਮੇਰੇ ਕਦਮ ਦਹੀਂ ਨਾਲ ਟੁੱਟ ਜਾਂਦੇ ਤੇ ਮੇਰੀ ਚਟਾਨ ਮੇਰੇ ਸਿਰਲੇ ਤੇਲ ਦੀਆਂ ਧਾਰਾਂ ਵਗਾਉਂਦੀ। ਤਦ ਮੈਂ ਨਗਰ ਦੇ ਫਟ ਕੋਲ ਜਾਂਦਾ ਤੇ ਮੈਂ ਚੌਕ ਤੇ ਆਪਣੀ ਚੌਕੀ ਤਿਆਰ ਵੇਖਦਾ ਤਾਂ ਜਵਾਨ ਆ ਕੇ ਉਹਨੂੰ ਹਟ ਜਾਂਦੇ ਤੇ ਉਹ ਮੋਢੇ ਪੁੱਟ ਕੇ ਖਲੋ ਜਾਂਦੇ ਤਾਂ ਸਰਦਾਰ ਗੱਲਾਂ ਨੂੰ ਛੱਡ ਦਿੰਦੇ ਤੇ ਆਪਣੇ ਹੱਥ ਉੱਤੇ ਮੂੰਹ ਰੱਖਦੇ ਹਨ ਅਤੇ ਹਾਕਮਾਂ ਦੀ ਆਵਾਜ਼ ਚੁੱਪ ਹੋ ਜਾਂਦੀ ਤੇ ਉਹਨੂੰ ਜੀਵ ਤਾਲਣਾ ਲੱਗ ਜਾਂਦੀ ਤੇ ਕੰਨ ਸੁਣਦਾ ਸੀ ਮੈਨੂੰ ਧੰਨ ਧੰਨ ਆਖਦਾ ਸੀ ਤੇ ਅੱਖ ਜਦ ਵੇਖਦੀ ਸੀ ਮੇਰੀ ਸਾਖੀ ਦਿੰਦੀ ਸੀ ਕਿ ਜੋ ਮਸਕੀਨ ਨੂੰ ਮਛੜਾਉਂਦਾ ਤੇ ਜਦ ਉਹ ਦੁਹਾਈ ਦਿੰਦਾ ਤੇ ਯਤੀਮ ਨੂੰ ਉਹਦਾ ਕੋਈ ਸਹਾਇਕ ਨਹੀਂ ਸੀ ਮਿਲਦਾ। ਨਾ ਸੁਣਨ ਵਾਲੇ ਦੀ ਬਰਕਤ ਮੇਰੇ ਉੱਤੇ ਆਉਂਦੀ ਤੇ ਵਿਧਵਾ ਦਾ ਦਿਲ ਮੇਰੇ ਕੰਨ ਜਕਾਰਾ ਵਜਾਉਂਦਾ ਸੀ। ਮੈਂ ਧਰਮ ਨੂੰ ਪਾਲ ਲੈਂਦਾ ਤੇ ਮੇਰਾ ਲਿਬਾਸ ਹੁੰਦਾ ਸੀ ਉਹ ਮੇਰਾ ਨਿਆਂ ਚੋਗੇ ਅਤੇ ਅਮਾਮੇ ਜਿਹਾ ਸੀ ਤੇ ਇਹ ਮੇਰੀ ਅੰਨ੍ਹਿਆਂ ਲਈ ਅੱਖਾਂ ਸਨ। ਮੈਂ ਤੇ ਲੰਗੜਾਂ ਲਈ ਲੱਤਾਂ ਸਨ ਤੇ ਕੰਗਾਲਾਂ ਲਈ ਪਿੱਤ ਸਨ। तद मैं अपने नाल वाकफ परमेश्वर दी पड़ताल करदा हां ते मैं बुराई दे वड्डे वड्डे काम दे दंद भन चुका ते दंदां तो शिकार कुड़ाउंदा सी ते मैं आख्या भी मैं अपनी कुल्ली विच मरांगा अपने दिन रेत जिन्नी वधावांगा मेरी जड़ा पानी ताईं फैलदियां हन तब तेल मेरी टहनियां दे उत्ते रात भर रहेगा ते मेरे टहनियां ते दिन रात भर पैंदी है। मेरा प्रताप मेरे नाल ताज़ा है। मेरा धुनख मेरे हाथ विच नवां बन जाता है। लोग मेरी सुनते ते मेरी उड़ीक करते हैं मेरी सलाह लई चुप रहिंदे हैं। मेरे बोलण तो मगर उन्हां फिर नहीं बोलते मेरियां गल्लां उन्हां ते टपदियां हन। वो मेरी उड़ीक करते जिवें बरखा दी अपने मूँह खोलदे हैं ते पिछले मींह लई जदों बेगल हुंदे हैं ते उन्हां उत्ते मैं मुस्कुरांदा ते मेरे मुख दा चानण उन्होंने कई बारी कदी भी उन्होंने रद्द ना किया तो मैं उन्होंने राह चुनदा सां ते प्रमुख होके बहिंदा सां ते जे वसदा सी जो मैं उन्हां दा राह चुनदा ਅਤੇ ਪ੍ਰਮੁੱਖ ਹੋ ਕੇ ਬਹਿੰਦਾ ਸਾਂ ਤੇ ਅਜਿਹਾ ਵਸਦਾ ਜਿਵੇਂ ਫੌਜ ਵਿੱਚ ਰਾਜਾ ਤੇ ਉਸ ਵਾਂਗੂ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ। ਅਜੂਬ ਦੀ ਹੁਣ ਦੀ ਪਸਤਹਾਲੀ ਚੈਪਟਰ 30। ਹੁਣ ਉਹ ਸਾਰੇ ਜਿਹੜੇ ਮੇਰੇ ਤੋਂ ਛੁਟੇਰੇ ਹਨ ਮੇਰੇ ਉੱਤੇ ਹੱਸਦੇ ਹਨ ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਮੈਂ ਰੱਦ ਕਰਦਾ ਵੀ ਉਹ ਮੇਰੇ ਇੱਜੜ ਦੇ ਕੁੱਤਿਆਂ ਨਾਲ ਵੀ ਨਾ ਬੈਠਣ। ਭਲਾ ਉਹਨਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ ਜਿਨ੍ਹਾਂ ਵਿੱਚ ਪੁਰਸ਼ਾਰਥ ਦਾ ਨਾਸ਼ ਹੋਇਆ ਹੈ। ਥੁੜ ਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ। ਉਹ ਸੁੱਕੀ ਜ਼ਮੀਨ ਨੂੰ ਚੱਟਦੇ ਹਨ। ਉੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ। ਉਹ ਝਾੜੀਆਂ ਤੋਂ ਨਮਕੀਨ ਸਾਗ ਤੋੜਦੇ ਹਨ ਅਤੇ ਝਾਉ ਦੀਆਂ ਜੜ੍ਹਾਂ ਉਹਨਾਂ ਦੀ ਰੋਟੀ ਹੈ। ਉਹਨਾਂ ਦੇ ਵਿੱਚੋਂ ਉਹ ਧੱਕੇ ਗਏ ਲੋਕ ਉਹਨਾਂ ਉੱਤੇ ਇਉਂ ਚਲਾਉਂਦੇ ਜਿਵੇਂ ਚੋਰ ਉੱਤੇ। ਭਿਆਨਕ ਵਾਦੀਆਂ ਵਿੱਚ ਮਿੱਟੀ ਦੀਆਂ ਪੱਥਰਾਂ ਦੀਆਂ ਗਾਰਾਂ ਵਿੱਚ ਉਹ ਰਹਿੰਦੇ ਹਨ। ਝਾੜੀਆਂ ਦੇ ਵਿੱਚ ਉਹ ਰੀਂਗਦੇ ਹਨ ਅਤੇ ਕੰਡਿਆਂ ਦੇ ਹੇਠ ਉਹ ਇਕੱਠੇ ਪੈ ਰਹਿੰਦੇ ਹਨ। ਉਹ ਮੂਰਖਾਂ ਦੀ ਅੰਸ਼ ਸਗੋਂ ਕੀਰਾਂ ਦੀ ਅੰਸ਼ ਹਨ ਅਤੇ ਉਹ ਦੇਸ਼ ਤੋਂ ਕੁੱਟ ਕੇ ਕੱਢੇ ਗਏ ਹਨ। ਮੈਂ ਉਹਨਾਂ ਦਾ ਗੀਤ ਹੋਇਆ ਹਾਂ ਮੈਂ ਉਹਨਾਂ ਲਈ ਇੱਕ ਬੋਲੀ ਹੋਇਆ। ਉਹ ਮੈਥੋਂ ਘਿਰਣਾ ਕਰਦੇ ਤੇ ਮੈਥੋਂ ਦੂਰ ਰਹਿੰਦੇ ਹਨ। ਉਹ ਮੈਨੂੰ ਵੇਖ ਕੇ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ ਕਿਉਂ ਜੋ ਉਹਨਾਂ ਨੇ ਮੇਰਾ ਚਿੱਲਾ ਢਿੱਲਾ ਕੀਤਾ ਅਤੇ ਮੈਨੂੰ ਅਧੀਨ ਕੀਤਾ। ਉਹ ਮੇਰੇ ਅੱਗੇ ਬੇਲਗਾਮ ਹੋ ਗਏ ਹਨ। ਮੇਰੇ ਸੱਜੇ ਪਾਸੇ ਕੜਮਾਸ ਉੱਠਦੀ ਹੈ ਤੇ ਉਹ ਮੇਰੇ ਪੈਰ ਸਰਕਾ ਦਿੰਦੇ ਹਨ ਤੇ ਮੇਰੇ ਵਿਰੁੱਧ ਆਪਣੇ ਹਲਾਕ ਕਰਨ ਵਾਲੇ ਰਾਵਾਂ ਨੂੰ ਬਣਾਉਂਦੇ ਹਨ। ਉਹ ਮੇਰੇ ਪਹੇ ਨੂੰ ਤੋੜ ਸੁੱਟਦੇ ਹਨ ਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ। ਉਹ ਜਿਨ੍ਹਾਂ ਦਾ ਕੋਈ ਸਹਾਇਕ ਨਹੀਂ ਹੈ ਉਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ ਤੇ ਬਰਬਾਦੀ ਦੇ ਹੇਠੋਂ ਆਪਣੇ ਆਪ ਨੂੰ ਰੋੜਦੇ ਹਨ। ਪੈਜਲ ਮੇਰੇ ਉੱਤੇ ਮੁੜ ਪੈਂਦੇ ਮੇਰੀ ਪੱਤ ਜਿਵੇਂ ਹਵਾ ਨਾਲ ਉਡਾਈ ਜਾਂਦੀ ਤੇ ਮੇਰੀ ਖੁਸ਼ਹਾਲੀ ਬੱਦਲ ਵਾਂਗੂ ਜਾਂਦੀ ਰਹੀ। ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲਦੀ ਹੈ। ਦੁੱਖ ਦੇ ਦਿਨ ਮੈਨੂੰ ਫੜਦੇ ਹਨ। ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਖਿੱਚਦੀ ਹੈ ਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ। ਵੱਡੇ ਜ਼ੋਰ ਨਾਲ ਮੇਰਾ ਭੇਸ ਬਦਲਦੀ ਹੈ। ਮੇਰੇ ਕੁੜਤੇ ਤੇ ਗਲਮੇ ਵਾਂਗੂ ਮੈਨੂੰ ਜਕੜਦੀ ਹੈ। ਉਹਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਤੇ ਮੈਂ ਖਾਕ ਤੇ ਰਾਖ ਵਰਗਾ ਹੋ ਗਿਆ। ਮੈਂ ਤੇਰੇ ਵੱਲ ਦੁਹਾਈ ਦਿੰਦਾ ਹਾਂ ਪਰ ਤੂੰ ਮੈਨੂੰ ਉੱਤਰ ਹੀ ਨਹੀਂ ਦਿੰਦਾ। ਮੈਂ ਖਲੋਂਦਾ ਹਾਂ ਪਰ ਤੂੰ ਮੇਰੇ ਵੱਲ ਝਾਕਦਾ ਹੀ ਨਹੀਂ। ਤੂੰ ਮੇਰੇ ਨਾਲ ਸਖਤੀ ਕਰਨ ਲੱਗਿਆ ਹੈ। ਤੂੰ ਆਪਣੇ ਹੱਥ ਦੇ ਬਲ ਨਾਲ ਮੈਨੂੰ ਸਤਾਉਂਦਾ ਹੈ। ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈ ਤੇ ਮੈਨੂੰ ਹਨੇਰੇ ਵਿੱਚ ਘੱਲ ਦਿੰਦਾ ਹੈ। ਮੈਂ ਜਾਣਦਾ ਹਾਂ
ਕਿ ਮੈਨੂੰ ਮੌਤ ਹੀ ਕਿੱਥੋਂ ਅਪਣਾਏਗਾ, ਕਿਉਂਕਿ ਤੂੰ ਮੈਨੂੰ ਹਨੇਰੇ ਵਿੱਚ ਘੋਲ ਦਿੰਦਾ ਹੈ। ਉਸ ਵਾਸਤਿਕ ਜਿਹੜਾ ਸਾਰੇ ਜਿਉਂਦਿਆਂ ਲਈ ਹੈ। ਭਲਾ ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਏਗਾ ਅਤੇ ਆਪਣੀ ਵਿਪਤਾ ਵਿੱਚ ਦੁਹਾਈ ਨਾ ਦੇਵੇਗਾ। ਕੀ ਮੈਂ ਦੁਖੀਏ ਦੇ ਲਈ ਨਹੀਂ ਸੀ ਰੋਂਦਾ? ਕੀ ਮੇਰੀ ਜਾਨ ਕੰਗਾਲ ਦੇ ਲਈ ਨਹੀਂ ਸੀ ਉਦਾਸ ਹੁੰਦੀ? ਪਰ ਜਦ ਮੈਂ ਭਲਾਈ ਨੂੰ ਤੱਕਿਆ ਤਾਂ ਬੁਰਾਈ ਆਈ, ਜਦ ਮੈਂ ਚਾਨਣ ਨੂੰ ਉਡੀਕਿਆ ਤਾਂ ਹਨੇਰਾ ਆਇਆ। ਮੇਰੀਆਂ ਆਂਦਰਾਂ ਉਬਲ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ। ਬੁਰੇ ਦਿਨ ਮੇਰੇ ਤੇ ਆ ਪਏ ਹਨ। ਮੈਂ ਕਾਲਾ ਹੋ ਕੇ ਫਿਰਦਾ ਹਾਂ, ਬਿਨਾਂ ਧੁੱਪ ਦੇ ਹੋਇਆ। ਮੈਂ ਸਭਾ ਵਿੱਚ ਉੱਠ ਕੇ ਦੁਆਈ ਦਿੰਦਾ ਹਾਂ। ਮੈਂ ਗਿੱਦੜਾਂ ਦਾ ਭਰਾ ਤੇ ਸ਼ੁਤਰ ਮੁਰਗ ਦਾ ਸਾਥੀ ਹਾਂ। ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ। ਸੋ ਮੇਰੀ ਬਰਬਤ ਰੋਣ ਲਈ ਹੈ, ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਆਵਾਜ਼ ਲਈ ਹੈ। ਚੈਪਟਰ 31 ਅਜੂਬ ਦੀ ਭਲ ਮਾਨਸੀ। ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਕਿ ਮੈਂ ਕਿਸੇ ਕੁਆਰੀ ਉੱਤੇ ਅੱਖ ਕਿਸ ਤਰ੍ਹਾਂ ਮਟਕਾਵਾਂ, ਅਤੇ ਕਿਹੜਾ ਭਾਗ ਉੱਪਰੋਂ ਪਰਮੇਸ਼ਰ ਵੱਲੋਂ ਹੈ ਤੇ ਕਿਹੜੀ ਮਰਾਸ ਉਚਾਈ ਤੋਂ ਸਰਵ ਸ਼ਕਤੀਵਾਨ ਵੱਲੋਂ ਹੁੰਦੀ ਹੈ। ਕਿ ਕੁਧਰਮੀਆਂ ਦੇ ਲਈ ਵਿਪਤਾ ਨਹੀਂ, ਕਿ ਕੁਧਰਮੀਆਂ ਦੇ ਲਈ ਨਾਸ਼ ਨਹੀਂ, ਕਿ ਉਹ ਮੇਰਾ ਰਾਹ ਨਹੀਂ ਵੇਖਦਾ ਅਤੇ ਮੇਰੇ ਸਭ ਕਦਮਾਂ ਨੂੰ ਨਹੀਂ ਗਿਣਦਾ। ਜੇ ਮੈਂ ਵਿਅਰਥ ਨਾਲ ਚੱਲਿਆ ਹੋਵਾਂ ਜਾਂ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, ਉਹ ਮੈਨੂੰ ਧਰਮ ਤੁਲਾ ਉੱਤੇ ਤੋਲੇ ਅਤੇ ਪਰਮੇਸ਼ਰ ਮੇਰੀ ਖਰਿਆਈ ਨੂੰ ਜਾਣੇ। ਜੇ ਮੇਰਾ ਕਦਮ ਕੁਰਾਏ ਗਿਆ ਹੋਵੇ ਤੇ ਮੇਰਾ ਦਿਲ ਮੇਰੀਆਂ ਅੱਖਾਂ ਦੇ ਮਗਰ ਲੱਗਾ ਹੋਵੇ ਅਤੇ ਮੇਰੇ ਹੱਥਾਂ ਉੱਤੇ ਕੋਈ ਦਾਗ ਲੱਗਾ ਹੋਵੇ, ਤਾਂ ਮੈਂ ਬੀਜਾਂ ਕੋਈ ਦੂਜਾ ਖਾਵੇ, ਮੇਰੀ ਪੈਦਾਵਾਰ ਕੁੱਟੀ ਜਾਵੇ। ਜੇ ਮੇਰਾ ਦਿਲ ਕਿਸੇ ਹੋਰ ਔਰਤ ਉੱਤੇ ਮੋਹਿਤ ਹੋ ਗਿਆ ਹੋਵੇ, ਤਾਂ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਉੱਤੇ ਸ਼ਹਿ ਕੇ ਜਾ ਬੈਠਾ ਹਾਂ, ਤਾਂ ਮੇਰੀ ਔਰਤ ਪੀਵੇ ਤੇ ਦੂਜਾ ਖਾਵੇ ਤੇ ਮੇਰੀ ਔਰਤ ਉੱਤੇ ਕੋਈ ਦੂਜੇ ਝੁਕਣ। ਕਿਉਂ ਜੋ ਉਹ ਅਤ ਬੁਰਾ ਦੋਸ਼ ਹੁੰਦਾ ਹੈ ਅਤੇ ਉਹ ਕੋਤਵਾਲਾਂ ਦੇ ਸਜ਼ਾ ਦੇਣ ਯੋਗ ਬਦੀ ਹੁੰਦੀ ਹੈ। ਉਹ ਤਾਂ ਇੱਕ ਅੱਗ ਹੈ ਜਿਹੜੀ ਹਲਾਕਤ ਇੱਕ ਭਸਮ ਕਰਦੀ ਹੈ, ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ। ਜੇ ਮੈਂ ਆਪਣੇ ਦਾਸ ਜਾਂ ਆਪਣੀ ਦਾਸ ਨੂੰ ਤੁੱਛ ਜਾਣਿਆ ਹੋਵੇ, ਜਦ ਉਹ ਮੇਰੇ ਵਿਰੁੱਧ ਲੜੇ ਹੋਣ, ਤਾਂ ਜਦ ਪਰਮੇਸ਼ਰ ਉੱਠੇ ਮੈਂ ਕੀ ਕਰਾਂ? ਤੇ ਜਦ ਉਹ ਖਬਰ ਲਵੇ ਤਾਂ ਮੈਂ ਕਿਉਂ ਉਤਰ ਦਿਆਂ? ਜਿਹਨੇ ਮੈਨੂੰ ਕੁੱਖ ਵਿੱਚ ਬਣਾਇਆ, ਕਿ ਉਸਨੇ ਵੀ ਮੈਨੂੰ ਉਹਨੂੰ ਵੀ ਨਹੀਂ ਬਣਾਇਆ? ਕਿ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਪਾਇਆ? ਕਿ ਉਸੇ ਨੇ ਨਹੀਂ ਰਚਿਆ? ਜੇ ਮੈਂ ਗਰੀਬਾਂ ਦੀ ਇੱਛਾ ਨੂੰ ਰੋਕ ਰੱਖਿਆ ਹੋਵੇ, ਵਿਧਵਾ ਦੀਆਂ ਅੱਖੀਆਂ ਮੇਰੇ ਕਾਰਨ ਰਹਿ ਗਈਆਂ ਹੋਣ, ਜਾਂ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ ਤੇ ਯਤੀਮ ਨੇ ਉਸ ਤੋਂ ਕੁਛ ਨਾ ਖਾਧਾ ਹੋਵੇ, ਕਿਉਂ ਜੋ ਮੇਰੀ ਜਵਾਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ, ਅਤੇ ਮੈਂ ਆਪਣੀ ਮਾਂ ਦੀ ਕੁੱਖ ਹੀ ਉਹਦੀ ਅਗਵਾਈ ਕੀਤੀ। ਜੇ ਮੈਂ ਕਿਸੇ ਨੂੰ ਬਿਨਾਂ ਕੱਪੜੇ ਤੇ ਮਰਦੇ ਜਾਂ ਕੰਗਾਲ ਨੂੰ ਬਿਨਾਂ ਓੜਨੇ ਦੇ ਵੇਖਿਆ ਹੋਵੇ, ਜੇ ਉਹਦੀ ਕਮਰ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ ਤੇ ਉਹਦੀਆਂ ਭੇਡਾਂ ਦੀ ਉੱਨ ਤੋਂ ਨਾ ਉਹ ਗਰਮ ਹੋਇਆ ਹੋਵੇ, ਮੇਰੀਆਂ ਭੇਡਾਂ ਦੀ ਉੱਨ ਤੋਂ ਜੇ ਉਹ ਨਾ ਗਰਮ ਹੋਇਆ ਹੋਵੇ, ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਇਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ ਅਤੇ ਮੇਰਾ ਮੋਰ ਮੋਢੇ ਤੋਂ ਫਿਰ ਡਿੱਗ ਜਾਵੇ ਜਾਂ ਮੇਰੀ ਬਾਂਹ ਜੋੜ ਤੋਂ ਹੀ ਟੁੱਟ ਜਾਵੇ, ਕਿਉਂ ਜੋ ਪਰਮੇਸ਼ਰ ਵੱਲੋਂ ਵਿਪਤਾ ਮੈਨੂੰ ਡਰਾਉਂਦੀ ਸੀ ਅਤੇ ਉਹਦੇ ਪ੍ਰਤਾਪ ਦੇ ਕਾਰਨ ਮੈਂ ਕੁਝ ਨਹੀਂ ਕਰ ਸਕਦਾ ਸਾਂ। ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਜੇ ਮੈਂ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, ਜੇ ਮੈਂ ਖੁਸ਼ੀ ਮਨਾਈ ਹੁੰਦੀ ਕਿ ਮੇਰਾ ਧਨ ਬਹੁਤ ਹੈ ਤੇ ਮੇਰੇ ਹੱਥ ਨੇ ਬਥੇਰਾ ਕਮਾਇਆ, ਜੇ ਮੈਂ ਸੂਰਜ ਨੂੰ ਡਿੱਠਾ ਹੁੰਦਾ ਕਿ ਉਹ ਚਮਕਦਾ ਸੀ ਤੇ ਮੈਂ ਚੰਦ ਨੂੰ ਕਿ ਸ਼ਾਨ ਨਾਲ ਚੱਲਦਾ ਸੀ, ਮੇਰਾ ਦਿਲ ਚੁੱਪ ਕੇ ਮੋਹਿਤ ਹੋ ਗਿਆ ਹੁੰਦਾ, ਮੇਰੇ ਮੂੰਹ ਨੇ ਮੇਰੇ ਹੱਥ ਨੂੰ ਚੁੰਮ ਲਿਆ ਹੁੰਦਾ ਤੇ ਇਹ ਕੋਤਵਾਲਾਂ ਦੇ ਸਜ਼ਾ ਦੇਣ ਯੋਗ ਬਦੀ ਹੁੰਦੀ, ਇਸ ਲਈ ਕਿ ਮੈਂ ਸੁਰਗੀ ਪਰਮੇਸ਼ਰ ਦਾ ਇਨਕਾਰ ਕਰ ਦਿੱਤਾ ਹੁੰਦਾ। ਜੇ ਮੈਂ ਆਪਣੇ ਵੈਰੀ ਦੇ ਨਾਸ਼ ਤੋਂ ਆਨੰਦ ਹੋਇਆ ਹੁੰਦਾ ਅਤੇ ਮੁਸੀਬਤ ਵਿੱਚ ਉਸ ਤੇ ਪਈ ਮੈਂ ਖੁਸ਼ੀ ਮਨਾਈ ਹੁੰਦੀ, ਸਗੋਂ ਮੈਂ ਆਪਣੇ ਮੂੰਹ ਨਾਲ ਪਾਪ ਕਰਨ ਨਹੀਂ ਦਿੱਤਾ, ਆਪਣੇ ਮੂੰਹ ਨੂੰ ਵੀ ਉਹਦੀ ਜਾਨ ਦੀ ਸ਼ਰਾਪ ਨਾਲ ਮੰਗਾ। ਜੇ ਮੈਂ ਤੰਬੂ ਦੇ ਆਦਮੀਆਂ ਦੇ ਨਾਂ ਆਖਿਆ ਹੋਵੇ ਕਿ ਵੀ ਕੌਣ ਹੈ ਜਿਹੜਾ ਉਸ ਦੇ ਮਾਸ ਤੋਂ ਨਾ ਰੱਜਿਆ ਹੋਵੇ, ਪਰਦੇਸੀ ਨੂੰ ਜੇ ਮੈਂ ਗਲੀ ਵਿੱਚ ਰਾਤ ਕੱਟਣੀ ਪੈਂਦੀ ਤੇ ਮੈਂ ਆਪਣੇ ਦਰਵਾਜ਼ੇ ਨੂੰ ਨਾ ਖੋਲ੍ਹਿਆ ਹੋਵੇ ਰਾਹੀ ਵਾਸਤੇ, ਤੇ ਜੇ ਮੈਂ ਆਦਮ ਵਾਂਗੂ ਆਪਣੇ ਅਪਰਾਧਾਂ ਨੂੰ ਲੁਕਾਇਆ ਹੋਵੇ ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਛੁਪਾਈ ਹੋਵੇ, ਇਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈ ਖਾਂਦਾ ਸੀ, ਨਾਲੇ ਘਰਾਣੇ ਦੀ ਕਿੰਨੇ ਮੈਨੂੰ ਜਿਹਾ ਡਰਾਇਆ ਵੀ ਮੈਂ ਚੁੱਪ ਵੱਟ ਲਈ ਤੇ ਦਰਵਾਜ਼ੇ ਤੋਂ ਬਾਹਰ ਨਾ ਨਿਕਲਿਆ। ਕਾਸ਼ ਕਿ ਕੋਈ ਮੇਰੀ ਸੁਣਦਾ। ਲਓ ਇਹ ਮੇਰਾ ਅੰਗੂਠਾ ਹੈ, ਸਰਵ ਸ਼ਕਤੀਮਾਨ ਮੈਨੂੰ ਉੱਤਰ ਦੇਵੇ, ਅਤੇ ਕਾਸ਼ ਮੇਰੇ ਮੁਖਾਲਿਫ ਦੀ ਲਿਖਤੀ ਮਿਸਾਲ ਹੁੰਦੀ। ਨਿਸ਼ੰਗ ਮੈਂ ਉਹਨੂੰ ਆਪਣੇ ਮੋਢੇ ਤੇ ਚੁੱਕਦਾ, ਮੈਂ ਉਸਨੂੰ ਆਪਣੇ ਉੱਤੇ ਪਗੜੀ ਵਾਂਗੂ ਬੰਨ੍ਹਦਾ, ਮੈਂ ਉਹਨੂੰ ਆਪਣੇ ਕਦਮਾਂ ਦੀ ਗਿਣਤੀ ਦੱਸਦਾ, ਮੈਂ ਉਹਦੇ ਨੇੜੇ ਦਾ ਹਾਕਮ ਵਾਂਗੂ ਟੁਕਦਾ, ਤੇ ਜੇ ਉਹ ਮੇਰੀ ਜ਼ਮੀਨ ਮੇਰੇ ਵਿਰੁੱਧ ਚਲਾਈ ਹੋਵੇ ਉਸ ਅਤੇ ਉਹਦੇ ਸਿਆੜ ਇਕੱਠੇ ਰੋਏ ਹੋਣ ਅਤੇ ਉਹਦੀ ਉਪਜ ਨੂੰ ਬਿਨਾਂ ਚਾਂਦੀ ਦੇ ਖਾਧਾ ਹੋਵੇ,
ਅਤੇ ਉਹਦੇ ਮਾਲਕਾਂ ਦੀ ਜਾਨ ਲੈਤੀ ਹੋਵੇ, ਜਾਂ ਕਣਕ ਦੇ ਥਾਂ ਪੋਲੀਆਂ ਤੇ ਜੌਂ ਦੇ ਥਾਂ ਘੁਲਾਟ ਨਿਕਲਣ। ਅਯੂਬ ਦੀਆਂ ਗੱਲਾਂ ਮੁੱਕਦੀਆਂ ਹੋਈਆਂ ਸਨ। ਅਲੀਹੂ ਜਵਾਨ ਮਜਬੂਰ ਹੋ ਕੇ ਬੋਲਦਾ ਹੈ। ਚੈਪਟਰ 32। ਇਹਨਾਂ ਤਿੰਨਾਂ ਮਨੁੱਖਾਂ ਨੇ ਅਯੂਬ ਨੂੰ ਉੱਤਰ ਦੇਣਾ ਛੱਡ ਦਿੱਤਾ ਕਿਉਂਕਿ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ। ਇਹ ਬਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਦਾ ਜਿਹੜਾ ਰਾਮ ਦੇ ਟੱਬਰ ਦਾ ਹੈ, ਕ੍ਰੋਧ ਭੜਕਿਆ ਤੇ ਉਹਦਾ ਕ੍ਰੋਧ ਅਯੂਬ ਉੱਤੇ ਭੜਕਿਆ, ਇਸ ਲਈ ਕਿ ਉਹ ਆਪਣੇ ਆਪ ਨੂੰ ਉਸਨੇ ਆਪਣੇ ਆਪ ਨੂੰ ਨਾ ਕਿ ਪਰਮੇਸ਼ਰ ਨੂੰ ਧਰਮੀ ਠਹਿਰਾਇਆ, ਅਤੇ ਉਹਦਾ ਕ੍ਰੋਧ ਉਸਦੇ ਤਿੰਨਾਂ ਮਿੱਤਰਾਂ ਉੱਤੇ ਵੀ ਭੜ ਗਿਆ ਕਿਉਂਕਿ ਉਹਨਾਂ ਨੂੰ ਉਤਰ ਨਾ ਲੱਭਿਆ ਤਾਂ ਵੀ ਉਹਨਾਂ ਨੇ ਅਯੂਬ ਨੂੰ ਦੋਸ਼ੀ ਠਹਿਰਾਇਆ। ਅਲੀਹੂ ਅਯੂਬ ਨਾਲ ਗੱਲਾਂ ਕਰਨ ਲਈ ਠਹਿਰਿਆ ਰਿਹਾ ਕਿਉਂਕਿ ਉਹ ਉਮਰ ਵਿੱਚ ਉਹਦੇ ਨਾਲੋਂ ਬੁੱਢੇ ਸਨ। ਜਦ ਅਲੀਹੂ ਨੇ ਵੇਖਿਆ ਕਿ ਇਹਨਾਂ ਤਿੰਨਾਂ ਮਨੁੱਖਾਂ ਦੇ ਮੂੰਹ ਵਿੱਚ ਉੱਤਰ ਹੈ ਹੀ ਨਹੀਂ ਤੇ ਉਹਦਾ ਕ੍ਰੋਧ ਭੜ ਗਿਆ। ਤਾਂ ਬਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਉੱਤਰ ਦਿੱਤਾ ਤੇ ਆਖਿਆ, ਮੈਂ ਦਿਨਾਂ ਵਿੱਚ ਜਵਾਨ ਹਾਂ, ਤੁਸੀਂ ਵੱਡੀ ਉਮਰ ਦੇ ਹੋ, ਇਸ ਲਈ ਮੈਂ ਤੁਹਾਨੂੰ ਆਪਣਾ ਵਿਚਾਰ ਦੱਸਣ ਤੋਂ ਸੰਗ ਗਿਆ ਤੇ ਡਰ ਗਿਆ। ਮੈਂ ਆਖਿਆ ਕਿ ਦਿਨ ਬੋਲਣ ਤੇ ਵਰੇ ਬਹੁਤ ਬੁੱਧ ਸਿਖਾਉਣ ਤੇ, ਪਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ, ਸਰਬ ਸ਼ਕਤੀਮਾਨ ਸਾਹ ਉਹਨਾਂ ਨੂੰ ਸਮਝ ਦਿੰਦਾ ਹੈ, ਪਰ ਉਹ ਵੱਡੇ ਨਹੀਂ ਜਿਹੜੇ ਬੁੱਧਵਾਨ ਹਨ ਤੇ ਨਾ ਹੀ ਬੁੱਢੇ ਨਿਆਂ ਨੂੰ ਸਮਝਣ ਵਾਲੇ ਹਨ। ਇਸ ਲਈ ਮੈਂ ਆਖਿਆ ਕਿ ਮੇਰੀ ਸੁਣ, ਮੈਂ ਵੀ ਆਪਣਾ ਵਿਚਾਰ ਦੱਸਾਂ। ਵੇਖੋ, ਮੈਂ ਤੁਹਾਡੀਆਂ ਗੱਲਾਂ ਲਈ ਉਡੀਕਿਆ, ਮੈਂ ਤੁਹਾਡੀਆਂ ਦਲੀਲਾਂ ਤੇ ਕੰਨ ਲਾਇਆ। ਜਦੋਂ ਤੁਸੀਂ ਗੱਲਾਂ ਦੀ ਭਾਲ ਕਰਦੇ ਸੋ ਮੈਂ ਤੁਹਾਡੇ ਤੇ ਗੌਰ ਕੀਤਾ। ਤੁਹਾਡੇ ਵਿੱਚ ਕੋਈ ਨਹੀਂ ਸੀ ਜਿਹੜਾ ਅਯੂਬ ਨੂੰ ਕੈਲ ਕਰਦਾ ਜਾਂ ਉਹਦੇ ਆਖਣ ਦਾ ਉੱਤਰ ਦਿੰਦਾ। ਮਤੇ ਤੁਸੀਂ ਆਖੋ ਵੀ ਅਸੀਂ ਬੁੱਧ ਨੂੰ ਲੱਭ ਲਿਆ। ਪਰਮੇਸ਼ਰ ਹੀ ਉਸ ਨੂੰ ਸਭ ਕੁਝ ਸਰ ਕਰ ਸਕਦਾ ਹੈ, ਨਾ ਕਿ ਮਨੁੱਖ। ਨਾ ਤਾਂ ਉਸ ਮੇਰੇ ਵਿਰੁੱਧ ਗੱਲਾਂ ਕੀਤੀਆਂ, ਨਾ ਮੈਂ ਤੁਹਾਡੇ ਬੋਲਾਂ ਵਿੱਚ ਉਹਨੂੰ ਮੋੜ ਦਿਆਂਗਾ। ਉਹ ਘਾਬਰ ਗਏ, ਹੋਰ ਉੱਤਰ ਨਹੀਂ ਦਿੰਦੇ ਸਨ। ਬੋਲਣਾ ਉਹਨਾਂ ਦੇ ਕੋਲੋਂ ਮੁੱਕ ਗਿਆ। ਭਲਾ ਮੈਂ ਠਹਿਰਾਂ ਜਦ ਉਹ ਬੋਲਦੇ ਨਹੀਂ, ਕਿਉਂਕਿ ਉਹ ਖੜੇ ਹਨ ਤੇ ਹੋਰ ਉੱਤਰ ਨਹੀਂ ਦਿੰਦੇ। ਮੈਂ ਵੀ ਆਪਣੀ ਵਾਰ ਦਾ ਉੱਤਰ ਦਿਆਂਗਾ, ਮੈਂ ਵੀ ਆਪਣਾ ਵਿਚਾਰ ਦੱਸਾਂਗਾ। ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ ਅਤੇ ਮੇਰੇ ਅੰਦਰ ਆਤਮਾ ਮੈਨੂੰ ਲਾਚਾਰ ਕਰਦਾ ਹੈ। ਵੇਖੋ, ਮੇਰਾ ਸੀਨਾ ਮੈਦੀ ਨਿਆਈ ਹੈ ਜਿਹੜੀ ਖੋਲੀ ਨਹੀਂ ਗਈ, ਨਵੀਆਂ ਮਾਸ਼ਕਾਂ ਦੀ ਨਿਆਈ ਉਹ ਪਾਟਣ ਵਾਲਾ ਹੈ। ਮੈਂ ਬੋਲਾਂਗਾ ਵੀ ਮੈਨੂੰ ਆਰਾਮ ਆਵੇ, ਮੈਂ ਆਪਣੇ ਬੁੱਲ ਖੋਲਾਂਗਾ ਤੇ ਉੱਤਰ ਦਿਆਂਗਾ। ਮੈਂ ਕਿਸੇ ਮਨੁੱਖ ਦੀ ਪੱਖਪਾਤ ਨਹੀਂ ਕਰਾਂਗਾ। ਮੈਂ ਕਿਸੇ ਆਦਮੀ ਨੂੰ ਲੱਲੋ ਪੱਪੋ ਦੀ ਪਦਵੀ ਨਾ ਹੀ ਦਿਆਂਗਾ, ਕਿਉਂ ਜੋ ਮੈਂ ਲੱਲੋ ਪੱਪੋ ਦੀ ਪਦਵੀ ਦੇਣੀ ਨਹੀਂ ਜਾਣਦਾ। ਮਤੇ ਮੇਰਾ ਕਰਤਾਰ ਪਰਮੇਸ਼ਰ ਮੈਨੂੰ ਛੇਤੀ ਚੁੱਕ ਲਵੇ। ਅਲੀਹੂ ਮਨੁੱਖ ਨੂੰ ਪਾਪ ਤੋਂ ਮੋੜਨਾ ਚਾਹੁੰਦਾ ਹੈ ਪਰਮੇਸ਼ਰ। ਚੈਪਟਰ 33। ਇਸ ਲਈ ਹੇ ਅਯੂਬ, ਜਰਾ ਮੇਰਾ ਬੋਲਣਾ ਸੁਣ ਲੈ, ਮੇਰੀਆਂ ਸਾਰੀਆਂ ਗੱਲਾਂ ਉੱਤੇ ਕੰਨ ਲਾ। ਵੇਖ, ਮੈਂ ਆਪਣਾ ਮੂੰਹ ਖੋਲ੍ਹਿਆ ਹੈ, ਮੇਰੀ ਜੀਭ ਮੇਰੇ ਵਿੱਚ ਬੋਲਦੀ ਹੈ। ਮੇਰਾ ਬੋਲਣਾ ਮੇਰੇ ਦਿਲ ਦੀ ਸਿਧਾਈ ਨੂੰ ਦੱਸੂਗਾ, ਮੇਰੇ ਬੁੱਲਾਂ ਦੇ ਗਿਆਨ ਨੂੰ ਉਹ ਸਫਾਈ ਨਾਲ ਬੋਲਣਗੇ। ਪਰਮੇਸ਼ਰ ਦੇ ਆਤਮਾ ਨੇ ਮੈਨੂੰ ਸਾਜਿਆ, ਸਰਵ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜਿਉਂਦਾ ਰੱਖਿਆ। ਜੇ ਤੂੰ ਉੱਤਰ ਦੇ ਸਕਦਾ ਤਾਂ ਦੇ, ਮੇਰੇ ਸਨਮੁਖ ਬਣ ਸੱਜ ਕੇ ਕਾਇਮ ਹੋ ਜਾ। ਵੇਖ, ਪਰਮੇਸ਼ਰ ਤੇਰੇ ਲਈ ਤੇਰੇ ਜਿਹਾ ਹਾਂ, ਮੈਂ ਪਰਮੇਸ਼ਰ ਲਈ ਤੇਰੇ ਜਿਹਾ ਹਾਂ। ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਾਇਆ ਹੋਇਆ ਹਾਂ। ਅਤੇ ਵੇਖ, ਮੇਰੇ ਭੈ ਤੋਂ ਤੈਨੂੰ ਡਰਨਾ ਨਹੀਂ ਪੈਣਾ, ਮੇਰਾ ਦਾਬਾ ਤੇਰੇ ਉੱਤੇ ਕੋਈ ਭਾਰੀ ਨਹੀਂ ਹੋਣ ਲੱਗਾ। ਸੱਚਮੁੱਚ ਤੈਂ ਮੇਰੇ ਕੰਨਾਂ ਵਿੱਚ ਆਖਿਆ ਹੈ, ਤੇਰੇ ਬੋਲਣ ਦੀ ਆਵਾਜ਼ ਮੈਂ ਸੁਣੀ ਹੈ ਵੀ ਮੈਂ ਸਾਫ਼ ਤੇ ਨਿਰ ਅਪਰਾਧ ਹਾਂ, ਮੈਂ ਪਾਕ ਤੇ ਨਿਰਦੋਸ਼ ਹਾਂ। ਵੇਖ, ਉਹ ਮੇਰੇ ਵਿਰੁੱਧ ਵੇਲਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ। ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ ਤੇ ਉਹ ਮੇਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ। ਵੇਖ, ਮੈਂ ਉੱਤਰ ਦਿੰਦਾ ਹਾਂ ਤੈਨੂੰ, ਤੂੰ ਇਸ ਵਿੱਚ ਧਰਮੀ ਨਹੀਂ। ਕਿਉਂ ਜੋ ਪਰਮੇਸ਼ਰ ਮਨੁੱਖ ਨਾਲੋਂ ਵੱਡਾ ਹੈ, ਕਿਉਂ ਉਹ ਉਹਦੇ ਵਿਰੁੱਧ ਝਗੜਦਾ ਹੈ? ਤੂੰ ਕਿਉਂ ਉਹਦੇ ਵਿਰੁੱਧ ਝਗੜਦਾ ਹੈ? ਉਹ ਤਾਂ ਆਪਣੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ। ਕਿਉਂ ਜੋ ਪਰਮੇਸ਼ਰ ਇੱਕ ਵਾਰੀ ਬੋਲਦਾ ਹੈ, ਸਗੋਂ 2 ਵਾਰ, ਪਰ ਉਹ ਉਹਦੀ ਆਵਾਜ਼ ਨਹੀਂ ਕਰਦਾ, ਉਹਦੀ ਪਰਵਾਹ ਨਹੀਂ ਕਰਦਾ। ਸੁਪਨੇ ਵਿੱਚ, ਰਾਤ ਦੀ ਦ੍ਰਿਸ਼ਟੀ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਜਦੋਂ ਆਪਣੇ ਬਿਸਤਰਿਆਂ ਉੱਤੇ ਸੌਂਦੇ ਹਨ, ਜਦੋਂ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ ਤੇ ਉਹਨਾਂ ਦੀ ਸਿੱਖਿਆ ਉੱਤੇ ਮੋਹਰ ਲਾ ਦਿੰਦਾ ਵੀ ਆਦਮੀ ਨੂੰ ਉਹਦੇ ਕੰਮਾਂ ਤੋਂ ਰੋਕ ਕੇ, ਮਰਦ ਨੂੰ ਹੰਕਾਰ ਤੋਂ ਲੁਕਾਵੇ ਅਤੇ ਉਹਦੀ ਜਾਨ ਨੂੰ ਟੋਏ ਤੋਂ ਰੋਕੀ ਰੱਖਦਾ ਹੈ ਅਤੇ ਉਹਦੀ ਹਯਾਤੀ ਨੂੰ ਤਲਵਾਰ ਨਾਲ ਨਾਸ ਹੋਣ ਤੋਂ। ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ ਤੇ ਆਪਣੀਆਂ ਹੱਡੀਆਂ ਵਿੱਚ ਨਿੱਤੀ ਅਣਬਣ ਨਾਲ ਵੀ ਉਹਦੀ ਹਯਾਤੀ ਰੋਟੀ ਤੋਂ ਸੂਖਦੀ ਹੈ ਤੇ ਉਸਦੀ ਜਾਨ ਸਵਾਦਲੀ ਭੋਜਨ ਤੋਂ ਤੇ ਉਹਦਾ ਮਾਸ ਬਰਬਾਦ ਹੋ ਜਾਂਦਾ ਹੈ ਤੇ ਵਿਖਾਈ ਨਹੀਂ ਦਿੰਦਾ। ਉਹਦੀਆਂ ਹੱਡੀਆਂ ਜਿਹੜੀਆਂ ਵਿਖਾਈ ਨਹੀਂ ਸਨ ਦਿੰਦੀਆਂ ਨਿਕਲ ਆਉਂਦੀਆਂ ਹਨ। ਉਹਦੀ ਜਾਨ ਟੋਏ ਦੇ ਨੇੜੇ ਆ ਗਈ ਹੈ ਅਤੇ ਉਸਦੀ ਹਯਾਤੀ ਮੌਤ ਲਿਆਉਣ ਵਾਲਿਆਂ ਦੇ
ਹੁਣ ਜੇ ਉਹਦੇ ਕੋਲ ਕੋਈ ਦੂਤ ਹੋਵੇ ਹਜ਼ਾਰਾਂ ਵਿੱਚੋਂ ਇੱਕ ਵੀ ਅਰਥ ਕਰਨ ਵਾਲਾ, ਤੇ ਉਹ ਦੱਸੇ ਵੀ ਆਦਮੀ ਦੇ ਲਈ ਠੀਕ ਕੀ ਹੈ, ਤੇ ਉਹ ਉਸ ਤੇ ਦਇਆ ਕਰਦਾ ਤੇ ਕਹਿੰਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ, ਮੈਨੂੰ ਪ੍ਰਾਸ਼ਚਿਤ ਮਿਲ ਗਿਆ ਹੈ, ਉਸ ਦਾ ਮਾਸ ਬਾਲਕ ਨਾਲੋਂ ਵਧੇਕ ਹਰਿਆ ਭਰਿਆ ਹੋ ਜਾਊਗਾ ਅਤੇ ਉਹ ਆਪਣੀ ਜਵਾਨੀ ਵੱਲ ਮੁੜਾਊਗਾ। ਉਹ ਪਰਮੇਸ਼ਰ ਅੱਗੇ ਅਰਦਾਸ ਕਰੂਗਾ ਤੇ ਉਹਨੂੰ ਕਬੂਲ ਕਰ ਲੂਗਾ। ਉਹ ਖੁਸ਼ੀ ਨਾਲ ਉਹਦਾ ਮੂੰਹ ਵੇਖੂਗਾ। ਉਸ ਮਨੁੱਖ ਲਈ ਉਹਦਾ ਧਰਮ ਫੇਰ ਮੋੜ ਦਊਗਾ ਤੇ ਮਨੁੱਖਾਂ ਦੇ ਅੱਗੇ ਉਹ ਗਾਉਣ ਲੱਗੂ ਅਤੇ ਕਹਿਣ ਲੱਗਦਾ, ਮੈਂ ਪਾਪ ਕੀਤਾ ਤੇ ਸਿੱਧੀ ਗੱਲ ਨੂੰ ਲਾ ਦਿੱਤਾ, ਪਰ ਮੈਨੂੰ ਕੁਝ ਭਰਨਾ ਨਹੀਂ ਪਿਆ। ਉਹਨੇ ਤਾਂ ਮੇਰੀ ਜਾਨ ਨੂੰ ਟੋਏ ਵਿੱਚ ਲੰਘਣ ਤੋਂ ਬਚਾ ਲਿਆ। ਮੇਰੀ ਹਯਾਤੀ ਚਾਨਣਾ ਵੇਖੂਗੀ। ਵੇਖ, ਇਹ ਸਾਰੇ ਕੰਮ ਪਰਮੇਸ਼ਰ ਕਰਦਾ। ਉਹ ਮਰਦ ਨਾਲੋਂ 2 ਵਾਰ ਸਗੋਂ 3 ਵਾਰ ਵੀ ਉਹਦੀ ਜਾਨ ਨੂੰ ਟੋਏ ਵਿੱਚ ਪੈਣ ਤੋਂ ਮੋੜ ਲਿਆਵੇ, ਤਾਂ ਜੋ ਉਹ ਜਿਉਂਦਿਆਂ ਦੇ ਚਾਨਣ ਨਾਲ ਪ੍ਰਕਾਸ਼ਿਤ ਹੋ ਜਾਵੇ। ਇਹ ਜੁਗ ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ। ਜੇ ਤੂੰ ਕੁਝ ਬੋਲਣਾ ਤੇ ਮੈਨੂੰ ਉੱਤਰ ਦੇ, ਬੋਲ, ਕਿਉਂ ਜੇ ਮੈਂ ਤੈਨੂੰ ਧਰਮੀ ਠਹਿਰਾਉਣਾ ਚਾਹੁੰਦਾ ਹੈ। ਜੇ ਨਹੀਂ ਤਾਂ ਫਿਰ ਤੂੰ ਮੇਰੀ ਗੱਲ ਸੁਣ, ਚੁੱਪ ਵੱਟ, ਮੈਂ ਤੈਨੂੰ ਬੁੱਧ ਸਿਖਾਉਣਾ ਹੈ। ਅਲੀਹੂ ਪਰਮੇਸ਼ਰ ਦੇ ਨਿਆਂ ਦਾ ਪ੍ਰਮਾਣ ਦਿੰਦਾ ਹੈ। ਚੈਪਟਰ 34। ਤਾਂ ਅਲੀਹੂ ਨੇ ਉੱਤਰ ਦੇ ਕੇ ਆਖਿਆ, ਮੇਰੀਆਂ ਗੱਲਾਂ ਸੁਣੋ ਹੇ ਬੁੱਧ ਵਾਲਿਓ, ਬੁੱਧ ਵਾਲੋਂ, ਤੁਸੀਂ ਜਿਹੜੀ ਜਾਣਦੇ ਹੋ ਮੇਰੇ ਵੱਲ ਕੰਨ ਲਾਓ, ਕਿਉਂ ਜੋ ਗੱਲਾਂ ਕੰਨ ਪਰਖਦੇ ਹਨ, ਜਿਵੇਂ ਤਾਲੂ ਭੋਜਨ ਦੇ ਸਵਾਦ ਨੂੰ। ਠੀਕ ਹੈ, ਅਸੀਂ ਆਪਣੇ ਲਈ ਚੁਣ ਲਈਏ ਜੋ ਚੰਗਾ ਹੈ, ਅਸੀਂ ਆਪਣੇ ਵਿੱਚ ਜਾਣ ਲਈਏ। ਕਿਉਂਕਿ ਅਯੂਬ ਨੇ ਆਖਿਆ ਕਿ ਮੈਂ ਧਰਮੀ ਹਾਂ ਅਤੇ ਪਰਮੇਸ਼ਰ ਨੇ ਮੇਰਾ ਨਿਆਂ ਇੱਕ ਤਰਫਾ ਕੀਤਾ ਹੈ, ਅਤੇ ਮੈਂ ਧਰਮ ਉੱਤੇ ਹਾਂ ਪਰ ਝੂਠਾ ਠਹਿਰਦਾ। ਮੇਰਾ ਜ਼ਖਮ ਬੇਇਲਾਜਾ ਹੈ, ਪਰ ਮੈਂ ਭਾਵੇਂ ਨਿਰਪਰਾਧ ਹੀ ਹਾਂ। ਅਯੂਬ ਵਰਗਾ ਮਰਦ ਕੌਣ ਹੈਗਾ ਜਿਹੜਾ ਠੱਠਿਆਂ ਨੂੰ ਪਾਣੀ ਵਾਂਗੂ ਪੀਂਦਾ, ਕੁਕਰਮੀਆਂ ਦੀ ਸੰਗਤ ਵਿੱਚ ਚੱਲਦਾ ਤੇ ਦੁਸ਼ਟਾਂ ਮਨੁੱਖਾਂ ਨਾਲ ਫਿਰਦਾ? ਕਿਉਂ ਜੋ ਉਸਨੇ ਆਖਿਆ ਕਿ ਮਰਦ ਨੂੰ ਕੋਈ ਲਾਭ ਨਹੀਂ ਕਿ ਉਹ ਪਰਮੇਸ਼ਰ ਨਾਲ ਮਗਨ ਰਵੇ। ਇਸ ਲਈ ਹੇ ਬੁੱਧਵਾਨੋ, ਮੇਰੀ ਸੁਣੋ, ਇਹ ਪਰਮੇਸ਼ਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਾਈ ਕਰੇ, ਕਿਉਂਕਿ ਉਹ ਆਦਮੀ ਦੇ ਕੰਮਾਂ ਦੇ ਅਨੁਸਾਰ ਉਹਨੂੰ ਬਦਲਾ ਦੇਵੇਗਾ। ਹਰ ਮਨੁੱਖ ਨੂੰ ਉਹਦੇ ਚਾਲ ਚੱਲਣ ਮੁਤਾਬਿਕ ਫਲ ਦਵਾਵੇਗਾ। ਇਹ ਸੱਚੀ ਗੱਲ ਹੈ। ਨਾ ਤਾਂ ਪਰਮੇਸ਼ਰ ਦੁਸ਼ਟਪੁਣਾ ਕਰਦਾ, ਨਾ ਸਰਬ ਸ਼ਕਤੀਮਾਨ ਪੁੱਠੇ ਨਿਆਂ ਕਰਦਾ। ਕਿਹਨੂੰ ਉਸ ਧਰਤੀ ਉੱਤੇ ਇਖਤਿਆਰ ਦਿੱਤਾ? ਕਿਹਨੇ ਉਸ ਨੂੰ ਜਗਤ ਉੱਤੇ ਠਹਿਰਾਇਆ? ਕਿਹਨੇ? ਜੇ ਉਹ ਆਪਣੇ ਕੋਲ ਉਹਦਾ ਮਨ ਰੱਖ ਲਵੇ, ਜੇ ਆਪਣੇ ਕੋਲ ਉਹਦਾ ਆਤਮਾ ਉਸਦਾ ਸਾਹ ਇਕੱਠਾ ਕਰ ਲਵੇ, ਤਾਂ ਸਾਰੇ ਬਸ਼ਰ ਇਕੱਠੇ ਫਨਾਹ ਹੋ ਜਾਣਗੇ ਤੇ ਆਦਮੀ ਖਾਕ ਵਿੱਚ ਮੁੜ ਜਾਊਗਾ। ਜੇ ਸਮਝ ਹੈ ਤਾਂ ਇਸ ਨੂੰ ਸੁਣ, ਆਪਣਾ ਕੰਨ ਮੇਰੀਆਂ ਗੱਲਾਂ ਦੀ ਆਵਾਜ਼ ਵੱਲ ਲਾ। ਕੀ ਜਿਹੜਾ ਨਿਆਂ ਨਾਲ ਘਿਰਨਾ ਕਰਦਾ ਹੈ ਰਾਜ ਕਰੂਗਾ? ਕੀ ਤੂੰ ਧਰਮੀ ਤੇ ਜੁਰਮਾਨੇ ਨੂੰ ਦੋਸ਼ੀ ਠਹਿਰਾਏਗਾ? ਭਲਾ ਪਾਤਸ਼ਾਹ ਨੂੰ ਕਦੀ ਆਖੀਦਾ ਹੈ ਕਿ ਤੂੰ ਨਕਮਾ ਹੈ, ਜਾਂ ਪਤਵੰਤਾਂ ਨੂੰ ਕਿ ਤੁਸੀਂ ਦੁਸ਼ਟ ਹੋ? ਜਿਹੜਾ ਸਰਦਾਰਾਂ ਦੀ ਪੱਖਵਾਦੀ ਨਹੀਂ ਕਰਦਾ, ਨਾ ਧਨੀ ਨੂੰ ਗਰੀਬ ਨਾਲੋਂ ਵੱਧ ਮੰਨਦਾ, ਕਿਉਂ ਜੋ ਉਹ ਸਾਰੇ ਦਾ ਸਾਰਾ ਉਸਦੇ ਹੱਥ ਦਾ ਕੰਮ ਹੈ। ਉਹ ਇੱਕਦਮ ਅੱਧੀ ਰਾਤ ਨੂੰ ਮਰ ਜਾਂਦੇ, ਲੋਕ ਹਿਲਾਏ ਜਾਂਦੇ ਹਨ ਤੇ ਉਹ ਲੰਘ ਜਾਂਦੇ, ਜੁਰਮਾਨੇ ਹੱਥ ਦੇ ਬਿਨਾਂ ਲੈ ਜਾਂਦੇ। ਉਸ ਦੀਆਂ ਅੱਖਾਂ ਮਨੁੱਖ ਦੇ ਮਾਰਗਾਂ ਉੱਤੇ ਹਨ। ਉਹ ਉਹਦੇ ਸਾਰੇ ਕਦਮਾਂ ਨੂੰ ਵੇਖਦਾ ਹੈ। ਨਾ ਕੋਈ ਹਨੇਰਾ, ਨਾ ਮੌਤ ਪਰਛਾਵਾਂ ਜਿੱਥੇ ਕੁਕਰਮੀ ਲੁਕ ਜਾਣ। ਕਿਉਂ ਜੋ ਉਹਨੇ ਅਜਿਹੇ ਕਿਸੇ ਆਦਮੀ ਲਈ ਵੇਲਾ ਨਹੀਂ ਠਹਿਰਾਇਆ ਵੀ ਪਰਮੇਸ਼ਰ ਕੋਲ ਨਿਆਂ ਲਈ ਜਾਵੇ। ਉਹ ਜੁਰਮਾਨਿਆਂ ਦੇ ਨਾਮਲੂਮ ਤੌਰ ਨਾਲ ਟੋਟੇ ਕਰ ਦਿੰਦਾ ਤੇ ਉਹ ਉਹਨਾਂ ਦੇ ਥਾਂ ਤੇ ਦੂਜਿਆਂ ਨੂੰ ਖੜਾ ਕਰ ਦਿੰਦਾ। ਇਸ ਲਈ ਉਹਦੇ ਕੰਮਾਂ ਦਾ ਚੇਤਾ ਰੱਖਦਾ ਹੈ। ਉਹ ਉਹਨਾਂ ਨੂੰ ਰਾਤ ਨੂੰ ਉਲਾਦ ਦਿੰਦਾ ਹੈ ਤਾਂ ਉਹ ਭੰਨੇ ਜਾਂਦੇ ਹਨ। ਉਹ ਉਹਨਾਂ ਨੂੰ ਦੁਸ਼ਟਾਂ ਵਾਂਗੂ ਮਾਰਦਾ ਹੈ ਜਿੱਥੇ ਵੇਖਣ ਵਾਲੇ ਹੋਣ, ਇਸ ਲਈ ਕਿ ਉਹ ਉਹਦੇ ਮਗਰ ਚੱਲਣ ਤੋਂ ਫਿਰ ਗਏ। ਉਹਨਾਂ ਨੇ ਉਹਦੇ ਕਿਸੇ ਤਰ੍ਹਾਂ ਦੀ ਪਰਵਾਹ ਨਹੀਂ ਕੀਤੀ, ਇੱਥੋਂ ਤੱਕ ਕਿ ਉਹਨਾਂ ਨੇ ਗਰੀਬਾਂ ਦੀ ਦੁਹਾਈ ਉਹਦੇ ਕੋਲ ਪਹੁੰਚਾਈ, ਜੋ ਮਸਕੀਨਾਂ ਦੀ ਦੁਹਾਈ ਉਹਨੇ ਸੁਣੀ। ਜਦੋਂ ਚੈਨ ਦੇਵੇ ਤਾਂ ਕੌਣ ਉਹਨੂੰ ਦੋਸ਼ੀ ਠਹਿਰਾਓ? ਜਦੋਂ ਆਪਣਾ ਮੂੰਹ ਲੁਕਾ ਲਵੇ ਤਾਂ ਉਹਨੂੰ ਕੌਣ ਵੇਖੂ? ਭਾਵੇਂ ਕੌਮ ਲਈ ਹੋਵੇ, ਭਾਵੇਂ ਇੱਕ ਆਦਮੀ ਲਈ ਹੋਵੇ, ਪਰ ਅਧਰਮੀ ਆਦਮੀ ਰਾਜ ਨਾ ਕਰੇ, ਨਾ ਲੋਕਾਂ ਨੂੰ ਆਪਣੇ ਜਾਲ 'ਚ ਫਸਾਵੇ। ਭਲਾ ਕਦੀ ਕਿਸੇ ਨੇ ਪਰਮੇਸ਼ਰ ਨੂੰ ਆਖਿਆ ਕਿ ਮੈਂ ਦੰਡ ਝੱਲ ਲਿਆ ਤੇ ਫਿਰ ਮੈਂ ਬਦੀ ਨਹੀਂ ਕਰੂੰਗਾ? ਜੇ ਮੈਨੂੰ ਵਿਖਾਈ ਨਹੀਂ ਦਿੰਦਾ ਜੋ ਉਹ ਮੈਨੂੰ ਸਿਖਾ, ਜੇ ਮੈਂ ਬੁਰਾਈ ਕੀਤੀ ਹੋਵੇ ਤਾਂ ਮੈਂ ਫਿਰ ਨਹੀਂ ਕਰਾਂਗਾ। ਭਲਾ ਉਹ ਮੇਰੀ ਮਨਸ਼ਾ ਅਨੁਸਾਰ ਇਸ ਲਈ ਬਦਲਾ ਦਊ ਕਿ ਮੈਂ ਉਸ ਨੂੰ ਨਾਮਨਜ਼ੂਰ ਕੀਤਾ? ਕਿਉਂ ਜੋ ਇਸ ਦੀ ਚੋਣ ਤੈਅ ਕਰਨੀ ਹੈ, ਨਾ ਕਿ ਮੈਂ। ਸੋ ਤੂੰ ਜਾਣਦਾ ਹੈ, ਬੋਲਦੇ ਕਿ ਕਰਨੀ ਮੈਨੂੰ ਆਖਣਗੇ। ਤੇ ਬੁੱਧਵਾਨ ਮਰਦ ਮੇਰੀ ਸੁਣ ਕੇ ਕਹੇਗਾ, ਜੋ ਬਿਨਾਂ ਸਮਝਦੇ ਬੋਲਦਾ,
ਤੇ ਉਸ ਦਾ ਬੋਲ ਗਿਆਨ ਤੋਂ ਖਾਲੀ ਹੈ। ਕਾਸ਼ ਕਿ ਅਜੂਬ ਅੰਤ ਤੀਕ ਪਰਤਾਇਆ ਜਾਂਦਾ, ਇਸ ਲਈ ਕਿ ਉਹ ਕੁਕਰਮੀਆਂ ਦੇ ਵਾਂਗੂ ਮੋੜ ਕਰਦਾ ਹੈ। ਉਹ ਤਾਂ ਆਪਣੇ ਪਾਪ ਉੱਤੇ ਅਪਰਾਧ ਜੋੜਦਾ ਹੈ, ਸਾਡੇ ਵਿਰੁੱਧ ਤਾੜੀ ਮਾਰਦਾ ਹੈ ਤੇ ਪਰਮੇਸ਼ਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਈ ਜਾਂਦਾ ਹੈ। ਚੈਪਟਰ 35 ਪਰਮੇਸ਼ਰ ਵਿਅਰਥ ਦੁਆਈ ਨਹੀਂ ਸੁਣਦਾ। ਅਲੀਹੂ ਨੇ ਉੱਤਰ ਦੇ ਕੇ ਫੇਰ ਆਖਿਆ, ਭਲਾ ਤੂੰ ਇਹਨੂੰ ਠੀਕ ਸਮਝਦਾ ਬਈ ਤੈਂ ਆਖਿਆ ਮੇਰਾ ਧਰਮ ਪਰਮੇਸ਼ਰ ਨਾਲੋਂ ਵਧੇਕ ਹੈ? ਕਿਉਂ ਜੋ ਤੂੰ ਕਹਿੰਦਾ ਹੈ ਕਿ ਮੈਨੂੰ ਕੀ ਲਾਭ ਹੈ, ਮੈਨੂੰ ਪਾਪ ਕਰਨ ਨਾਲੋਂ ਹੁਣ ਕੀ ਫਾਇਦਾ ਹੈ? ਮੈਂ ਇਹ ਗੱਲਾਂ ਦਾ ਤੈਨੂੰ ਮੋੜ ਦਿਆਂਗਾ, ਤੇਰੇ ਨਾਲ ਤੇਰੇ ਸੱਜਣਾਂ ਨੂੰ ਵੀ। ਆਕਾਸ਼ ਵੱਲ ਤੱਕ ਵੇਖ, ਬੱਦਲਾਂ ਵੱਲ ਧਿਆਨ ਕਰ ਜੋ ਤੇਰੇ ਨਾਲੋਂ ਉੱਚੇ ਹਨ। ਜੇ ਤੈਂ ਪਾਪ ਕੀਤਾ ਤਾਂ ਉਸ ਉੱਤੇ ਕੀ ਅਸਰ ਪਾਉਣਾ ਹੈ? ਤੇਰੇ ਅਪਰਾਧ ਵੱਧ ਜਾਣ ਤਾਂ ਉਹਦੇ ਲਈ ਕੀ ਕਰਦਾ ਹੈ? ਤੂੰ ਧਰਮੀ ਹੈ ਤਾਂ ਉਹਨੂੰ ਕੀ ਦੇਣਾ ਹੈ? ਉਹ ਤੇਰੇ ਹੱਥੋਂ ਕੀ ਲੈਂਦਾ? ਤੇਰੀ ਬਦੀ ਤੇਰੇ ਵਰਗੇ ਆਦਮੀ ਲਈ ਹੈ, ਤੇਰਾ ਧਰਮ ਆਦਮ ਵੰਸ਼ ਲਈ ਹੈ। ਬਹੁਤੇ ਦਾਬਿਆਂ ਦੇ ਕਾਰਨ ਉਹ ਚਲਾਉਂਦੇ ਹਨ, ਜੁਰਵਾਣਿਆਂ ਦੀ ਪੂਜਾ ਦੇ ਕਾਰਨ ਉਹ ਦੁਹਾਈ ਦਿੰਦੇ ਹਨ, ਪਰ ਕੋਈ ਨਹੀਂ ਕਹਿੰਦਾ ਪਰਮੇਸ਼ਰ ਮੇਰਾ ਕਰਤਾਰ ਕਿੱਥੇ ਹੈ, ਜਿਹੜਾ ਰਾਤ ਨੂੰ ਬਿਹਾਗ ਦਾ ਰਾਗ ਬਖਸ਼ਦਾ, ਜਿਹੜਾ ਸਾਨੂੰ ਧਰਤੀ ਦੇ ਡੰਗਰਾਂ ਨਾਲੋਂ ਆਕਾਸ਼ ਦੇ ਪੰਛੀਆਂ ਨਾਲੋਂ ਵਧੇਕ ਬੁੱਧ ਦਿੰਦਾ। ਉੱਥੇ ਉਹ ਦੁਹਾਈ ਦਿੰਦੇ ਹਨ ਪਰ ਉਤਰ ਨਹੀਂ ਦਿੰਦਾ। ਉਹ ਬੁਰਿਆਂ ਦੇ ਹੰਕਾਰ ਦੇ ਕਾਰਨ ਪਰਮੇਸ਼ਰ ਸੱਚਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ। ਸਰਬ ਸ਼ਕਤੀ ਉਸ ਉੱਤੇ ਧਿਆਨ ਨਹੀਂ ਕਰਦਾ, ਖਾਸ ਕਰਕੇ ਜਦ ਤੂੰ ਕਹਿੰਦਾ ਹੈ ਕਿ ਮੈਂ ਉਹਨੂੰ ਨਹੀਂ ਵੇਖਦਾ। ਮੁਕੱਦਮਾ ਉਹਦੇ ਅੱਗੇ ਹੈ ਤੇ ਉਹਦੀ ਉਡੀਕ ਵਿੱਚ ਹੈ ਤੂੰ। ਫਿਰ ਇਸ ਲਈ ਹੁਣ ਬਈ ਉਹ ਆਪਣੇ ਕ੍ਰੋਧ ਵਿੱਚ ਨਹੀਂ ਆਇਆ ਤੇ ਹੰਕਾਰ ਉੱਤੇ ਉਸ ਚਿੱਤ ਨਹੀਂ ਲਾਇਆ, ਤਾਂ ਅਜੂਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲਦਾ ਹੈ ਤੇ ਬੁੱਧਹੀਨ ਗੱਲਾਂ ਨੂੰ ਵਧਾਉਂਦਾ ਹੈ। ਪਰਮੇਸ਼ਰ ਨਿਆਂ ਅਨੁਸਾਰ ਦੁੱਖ ਢਾਉਂਦਾ ਹੈ। 36 ਚੈਪਟਰ। ਫਿਰ ਅਲੀਹੂ ਨੇ ਆਖਿਆ, ਮੇਰੇ ਲਈ ਜਰਾ ਠਹਿਰ ਤੇ ਮੈਂ ਤੈਨੂੰ ਦੱਸਦਾ ਵੀ ਪਰਮੇਸ਼ਰ ਲਈ ਹੋਰ ਵੀ ਗੱਲਾਂ ਹਨ। ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਮੈਂ ਆਪਣੇ ਕਰਤਾਰ ਨੂੰ ਧਰਮੀ ਠਹਿਰਾਵਾਂਗਾ, ਕਿਉਂਕਿ ਸੱਚਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ। ਸੰਪੂਰਨ ਗਿਆਨੀ ਤੇਰੇ ਨਾਲ ਹੈ। ਵੇਖ, ਪਰਮੇਸ਼ਰ ਮਹਾਨ ਹੈ, ਉਹ ਕਿਸ ਨੂੰ ਤੁੱਛ ਨਹੀਂ ਜਾਣਦਾ। ਉਹ ਬਲ ਤੇ ਬੁੱਧੀ ਵਿੱਚ ਮਹਾਨ ਹੈ। ਉਹ ਦੁਸ਼ਟ ਨੂੰ ਜਿਉਂਦਾ ਨਹੀਂ ਰੱਖਦਾ, ਉਹ ਮਸਕੀਨਾਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ। ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ। ਉਹ ਰਾਜਿਆਂ ਨਾਲ ਰਾਜਗੱਦੀ ਉੱਤੇ ਉਹਨਾਂ ਨੂੰ ਸਦਾ ਲਈ ਬਹਾਉਂਦਾ ਤੇ ਉਹ ਉੱਚੇ ਕੀਤੇ ਜਾਂਦੇ ਹਨ। ਜੇ ਉਹ ਬੇੜੀਆਂ ਨਾਲ ਨਰੱਡੇ ਜਾਣ ਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨੇ ਜਾਣ ਤਾਂ ਉਹ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦੱਸਦਾ ਹੈ। ਉਹਨਾਂ ਦੇ ਅਪਰਾਧ ਲਈ ਕਿ ਉਹ ਘਮੰਡੀ ਹਨ। ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲ ਦਿੰਦਾ ਹੈ ਤੇ ਫਰਮਾਉਂਦਾ ਹੈ ਵੀ ਬੁਰਾਈ ਤੋਂ ਮੁੜੋ। ਜੇ ਉਹ ਸੁਣ ਲੈਣ, ਉਹਦੀ ਸੇਵਾ ਕਰਨ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਤੇ ਪੂਰੇ ਕਰਨਗੇ। ਪਰ ਆਪਣੇ ਵਰੇ ਖੁਸ਼ਹਾਲੀ ਵਿੱਚ ਜੋ ਨਾ ਸੁਣਨ ਤਾਂ ਤਲਵਾਰ ਨਾਲ ਮਰਨਗੇ। ਉਹ ਗਿਆਨ ਤੋਂ ਬਿਨਾਂ ਨਾਸ਼ ਹੋਣਗੇ, ਪਰ ਦਿਲ ਦੇ ਨਾਸਤਕ ਕ੍ਰੋਧ ਰੱਖ ਛੱਡਦੇ ਹਨ ਤੇ ਦੁਹਾਈ ਨਹੀਂ ਦਿੰਦੇ। ਉਹ ਉਹਨਾਂ ਨੂੰ ਨਰੜਦਾ ਹੈ। ਉਹ ਜਵਾਨੀ ਵਿੱਚ ਹੀ ਜਾਨ ਛੱਡ ਜਾਂਦੇ ਹਨ ਤੇ ਮੁੰਡੇ ਬਾਜ਼ਾਂ ਵਿੱਚ ਹੀ ਉਹਨਾਂ ਦਾ ਜੀਵਨ ਮੁੱਕ ਜਾਂਦਾ ਹੈ। ਉਹ ਦੁਖਿਆਰੇ ਨੂੰ ਉਹਦੇ ਦੁੱਖ ਦੇ ਵਸੀਲੇ ਛੁਡਾ ਲੈਂਦਾ ਹੈ ਤੇ ਉਹਨਾਂ ਦੇ ਕੰਨ ਜ਼ੁਲਮ ਦੇ ਵਸੀਲੇ ਖੋਲ ਦਿੰਦਾ ਹੈ। ਹਾਂ, ਉਹਨੇ ਤੈਨੂੰ ਦੁੱਖ ਦੇ ਕੇ ਮੂੰਹ ਤੋਂ ਪ੍ਰੇਰ ਕੇ ਵੀ ਛੁਡਾਇਆ, ਖੁੱਲੇ ਥਾਂ ਵਿੱਚ ਜਿੱਥੇ ਕੋਈ ਤੰਗੀ ਨਹੀਂ ਸੀ। ਤੇਰੀ ਮੇਜ਼ ਦੀਆਂ ਰੱਖੀਆਂ ਹੋਈਆਂ ਚੀਜ਼ਾਂ ਚਰਬੀ ਨਾਲ ਭਰੀਆਂ ਹੋਈਆਂ ਸਨ। ਤੂੰ ਦੁਸ਼ਟਾਂ ਦੇ ਫਤਵੇ ਨਾਲ ਭਰਿਆ ਹੋਇਆ ਹੈ। ਫਤਵਾ ਤੇ ਨਿਆਂ ਤੈਨੂੰ ਫੜਦੇ ਹਨ। ਖਬਰਦਾਰ, ਮਤੇ ਕਹਿਰ ਤੈਨੂੰ ਠੱਠੇ ਲਈ ਪ੍ਰੇਰੇ, ਨਾ ਪ੍ਰਾਸ਼ਚਿਤ ਦੀ ਲੜਾਈ ਤੈਨੂੰ ਕੁਰਾਏ ਪਾਵੇ। ਭਲਾ ਤੇਰੀ ਦੁਹਾਈ ਜਾਂ ਸ਼ਕਤੀ ਦਾ ਸਾਰਾ ਜ਼ੋਰ ਪ੍ਰਬੰਧ ਕਰੂ ਬਈ ਤੂੰ ਦੁੱਖ ਵਿੱਚ ਨਾ ਪਵੇਂ। ਉਸ ਰਾਤ ਲਈ ਨਾ ਲੋਚ, ਜਦ ਲੋਕ ਆਪਣੇ ਸਥਾਨਾਂ ਤੋਂ ਉਤਾਂਹ ਚਲੇ ਜਾਂਦੇ ਹਨ। ਚੌਕਸ ਰਹੋ, ਬੁਰਾਈ ਵੱਲ ਨਾ ਫਿਰ, ਕਿਉਂ ਜੋ ਜੇ ਤਾਂ ਇਹਨੂੰ ਚੁਣਿਆ ਹੈ ਨਾ ਕਿ ਮੁਸੀਬਤ ਨੂੰ। ਅਤੇ ਪਰਮੇਸ਼ਰ ਆਪਣੀ ਸਮਰੱਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ। ਉਹਦੇ ਤੁਲ ਗੁਰੂ ਕੌਣ ਹੈ? ਕਿਸ ਨੇ ਉਹਦੇ ਲਈ ਉਹਦਾ ਰਸਤਾ ਬਣਾਇਆ? ਜਾਂ ਕੌਣ ਕਹਿ ਸਕਦਾ ਵੀ ਤੈਂ ਬਦੀ ਕੀਤੀ? ਚੇਤੇ ਕਰ, ਉਹਦੇ ਕਰਤੱਵ ਦੀ ਵਡਿਆਈ ਕਰੇ ਜਿਹਨੂੰ ਮਨੁੱਖ ਗਾਉਂਦੇ ਹਨ। ਸਾਰੇ ਆਦਮੀਆਂ ਨੇ ਉਹਨੂੰ ਦੇਖਿਆ। ਆਦਮੀ ਉਹਨੂੰ ਦੂਰੋਂ ਤੱਕਦਾ ਹੈ। ਪਰਮੇਸ਼ਰ ਮਹਾਨ ਹੈਗਾ, ਅਸੀਂ ਉਹਨੂੰ ਨਹੀਂ ਜਾਣਦੇ। ਉਹਦੇ ਵਰਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ। ਉਹ ਤਾਂ ਪਾਣੀ ਦੀਆਂ ਬੂੰਦਾਂ ਨੂੰ ਤਾਂ ਖਿੱਚਦਾ ਹੈ ਜਿਹੜੀਆਂ ਉਹਦੀ ਭਾਫ ਤੋਂ ਮੀਂਹ ਬਣ ਕੇ ਵਰਦੀਆਂ ਹਨ। ਜਿਨ੍ਹਾਂ ਨੂੰ ਪਰਮੇਸ਼ਰ ਡੋਲਦੇ ਹਨ, ਜਿਨ੍ਹਾਂ ਨੂੰ ਬੱਦਲ ਡੋਲਦਾ, ਉਹ ਆਦਮੀ ਉੱਤੇ ਬਹੁਤਾਤ ਨਾਲ ਟਪਕਦੀਆਂ ਹਨ। ਅਤੇ ਭਲਾ ਕੋਈ ਘਟਾ ਦਾ ਫਲਾਉ ਸਮਝ ਸਕਦਾ? ਉਹਦੇ ਮੰਡਪ ਦੀਆਂ ਗਰਜਾਂ ਵੀ
ਵੇਖ ਉਹਦੇ ਉੱਤੇ ਆਪਣਾ ਚਾਨਣ ਫੈਲਾਉਂਦਾ ਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਕੱਜਦਾ। ਉਹ ਤਾਂ ਇਹਨਾਂ ਦੇ ਰਾਹੀ ਹੋਣ ਦਾ ਇਨਸਾਫ ਕਰਦਾ। ਉਹ ਵਾਫਰੀ ਨਾਲ ਭੋਜਨ ਦਿੰਦਾ, ਆਪਣਾ ਹੱਥ ਬਿਜਲੀ ਨਾਲ ਕੱਜਦਾ। ਉਹਨੂੰ ਹੁਕਮ ਦਿੰਦਾ ਕਿ ਉਹ ਵਿਰੋਧੀ ਨੂੰ ਮਾਰੇ ਅਤੇ ਕੜਕ ਉਹਦੀ ਖਬਰ ਦਿੰਦੀ ਹੈ। ਪਸ਼ੂ ਵੀ ਉਹਦੀ ਚੜ੍ਹਤ ਦੀ ਖਬਰ ਦਿੰਦੇ ਹਨ। ਚੈਪਟਰ 37 ਸਰਬ ਸ਼ਕਤੀ ਨੂੰ ਅਸੀਂ ਨਹੀਂ ਭਾਲ ਸਕਦੇ। ਹਾਂ, ਇਸ ਉੱਤੇ ਵੀ ਮੇਰਾ ਦਿਲ ਕੰਬਦਾ। ਮੈਂ ਆਪਣੇ ਥਾਂ ਤੋਂ ਉਛਲਦਾ ਹਾਂ। ਸੁਣੋ ਨਾ ਉਹਦੇ ਗੱਜਣ ਦੀ ਆਵਾਜ਼ ਨੂੰ। ਉਹਦੀ ਗੂੰਜ ਜਿਹੜੀ ਮੇਰੇ ਮੂੰਹੋਂ ਨਿਕਲਦੀ ਹੈ, ਉਹ ਉਸ ਨੂੰ ਸਾਰੇ ਆਕਾਸ਼ ਦੇ ਹੇਠ ਛੱਡ ਦਿੰਦਾ ਹੈ। ਉਹ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੇ ਉਹਦੇ ਮਗਰ ਇੱਕ ਆਵਾਜ਼ ਗੱਜਦੀ ਹੈ। ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗੜਕਦਾ ਹੈ। ਉਹ ਬਿਜਲੀਆਂ ਨੂੰ ਨਹੀਂ ਰੋਕਦਾ ਜਦ ਉਹਦੀ ਆਵਾਜ਼ ਸੁਣਾਈ ਦਿੰਦੀ। ਪਰਮੇਸ਼ਰ ਆਪਣੀ ਆਵਾਜ਼ ਨਾਲ ਅਜੀਬ ਤੌਰ ਤੇ ਗੜਕਦਾ ਹੈ। ਉਹ ਵੱਡੇ ਵੱਡੇ ਕੰਮ ਕਰਦਾ ਜਿਹੜੇ ਅਸੀਂ ਸਮਝਦੇ ਨਹੀਂ। ਉਹ ਤਾਂ ਬਰਫ਼ ਨੂੰ ਆਖਦਾ ਧਰਤੀ ਉੱਤੇ ਡਿੱਗ, ਨਾਲੇ ਮੀਂਹ ਦੀਆਂ ਫੁਹਾਰਾਂ ਨੂੰ ਅਤੇ ਮੁਹਾਲੇਦਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ। ਉਹ ਹਰ ਆਦਮੀ ਦੇ ਹੱਥ ਉੱਤੇ ਮੋਹਰ ਲਾਉਂਦਾ ਵੀ ਉਹਦੇ ਸਾਰੇ ਬਣਾਏ ਹੋਏ ਮਨੁੱਖ ਉਹਨੂੰ ਜਾਣਨ। ਉਹ ਦਰਿੰਦੇ ਖੁੰਦਰਾਂ ਵਿੱਚ ਜਾਂਦੇ ਹਨ ਅਤੇ ਘੁਰਨਿਆਂ ਵਿੱਚ ਜਾ ਵਸਦੇ ਹਨ। ਉਹ ਕੋਠੜੀ ਤੋਂ ਝੱਖੜ ਆਉਂਦਾ ਹੈ ਅਤੇ ਫਿਰ ਖਿਲਾਰਨ ਵਾਲੀਆਂ ਹਵਾਵਾਂ ਵਿੱਚ ਪਾੜਾ ਲਿਆਉਂਦਾ ਹੈ। ਤੇ ਫਿਰ ਪਰਮੇਸ਼ਰ ਦੇ ਸਾਹ ਨਾਲ ਬਰਫ਼ ਦਿੱਤੀ ਜਾਂਦੀ ਹੈ ਤੇ ਚੌੜੇ ਪਾਣੀ ਜੰਮ ਜਾਂਦੇ ਹਨ। ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ। ਉਹ ਆਪਣੀ ਬਿਜਲੀ ਨੂੰ ਬੱਦਲ ਵਾਂਗੂ ਫੈਲਾਉਂਦਾ ਹੈ। ਉਹ ਉਸ ਦੀ ਅਗਵਾਈ ਨਾਲ ਸਾਰੇ ਆਲੇ ਦੁਆਲੇ ਫਿਰਦਾ ਹੈ। ਜੋ ਕੋਈ ਉਹ ਹੁਕਮ ਦੇਵੇ ਬਈ ਉਹ ਵਸੇ ਹੋਏ ਜਗਤ ਉੱਤੇ ਪੂਰਾ ਕਰਨ, ਭਾਵੇਂ ਤਾੜਨ ਲਈ, ਆਪਣੀ ਧਰਤੀ ਲਈ, ਭਾਵੇਂ ਦਇਆ ਲਈ ਹੀ ਉਹਨੂੰ ਪਹੁੰਚਾਵੇ। ਹੇ ਅਜੂਬ, ਇਸ ਵੱਲ ਕੰਨ ਲਾ, ਖੜਾ ਹੋ, ਪਰਮੇਸ਼ਰ ਦੇ ਅਚੰਭਿਆਂ ਨੂੰ ਜ਼ਰਾ ਗੌਰ ਨਾਲ ਸੋਚ। ਕੀ ਤੂੰ ਜਾਣਦਾ ਹੈ ਕਿ ਪਰਮੇਸ਼ਰ ਕਿਵੇਂ ਉਹਨਾਂ ਉੱਤੇ ਹੁਕਮ ਚਲਾਉਂਦਾ ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ? ਕੀ ਤੂੰ ਬੱਦਲਾਂ ਦਾ ਤੋਲਣਾ ਸਮਝਦਾ ਜੋ ਅਚੰਭੇ ਦੇ ਗਿਆਨ ਵਿੱਚ ਸੰਪੂਰਨ ਹੈ? ਤੂੰ ਜਿਹਦੇ ਕੱਪੜੇ ਗਰਮ ਹਨ ਜਾਂ ਦੱਖਣੀ ਹਵਾ ਤੋਂ ਧਰਤੀ ਸੁੰਨ ਹੈ, ਭਲਾ ਤੂੰ ਉਹਦੇ ਨਾਲ ਆਕਾਸ਼ ਮੰਡਲ ਤਾਣ ਸਕਦਾ ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਗੂ ਨਿੱਗਰ ਹੈ? ਸਾਨੂੰ ਸਮਝਾ ਵੀ ਆਪਾਂ ਉਹਨੂੰ ਕੀ ਆਖੀਏ। ਅਸੀਂ ਆਪਣੀਆਂ ਗੱਲਾਂ ਨੂੰ ਹਨੇਰੇ ਦੇ ਨਾਲ ਸਵਾਰ ਨਹੀਂ ਸਕਦੇ। ਭਲਾ ਤੂੰ ਉਹਨੂੰ ਦੱਸਿਆ ਕਿ ਮੈਂ ਬੋਲਾਂਗਾ? ਕਿ ਮਨੁੱਖ ਕਦੀ ਆਖ ਬੈਠੇ ਕਿ ਮੈਂ ਨਿਗਲ ਲਿਆ ਜਾਵਾਂ? ਉਹ ਤਾਂ ਉਸ ਚਾਨਣੇ ਵੱਲ ਨਹੀਂ ਵੇਖ ਸਕਦੇ ਜਿਹੜਾ ਬੱਦਲ ਵਿੱਚ ਚਮਕਦਾ, ਪਰ ਹਵਾ ਲੰਘ ਕੇ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈ। ਉੱਤਰ ਵੱਲੋਂ ਸੁਨਹਿਰੀ ਝਲਕ ਆਉਂਦੀ ਹੈ। ਪਰਮੇਸ਼ਰ ਤੇ ਪੈਮਾਨ ਤੇਜ ਹੈਗਾ। ਸਰਵ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸਕਦੇ। ਉਹ ਸ਼ਕਤੀ ਵਿੱਚ ਮਹਾਨ ਹੈਗਾ। ਉਹ ਨਿਆਂ ਤੇ ਧਰਤੀ ਦੀ ਵਾਫਰੀ ਨੂੰ ਨਿਰਬਲ ਨਹੀਂ ਕਰੂਗਾ। ਇਸ ਲਈ ਮਨੁੱਖ ਉਸ ਤੋਂ ਡਰਦੇ ਹਨ। ਉਸ ਦੇ ਦਿਲ ਦੇ ਚਾਤਰਾਂ ਦੀ ਪਰਵਾਹ ਨਹੀਂ ਕਰਦਾ। ਯਹੋਵਾ ਆਪਣੇ ਆਪ ਅਜੂਬ ਨੂੰ ਉੱਤਰ ਦਿੰਦਾ ਹੈ। ਚੈਪਟਰ 38 ਤਾਂ ਯਹੋਵਾ ਨੇ ਅਜੂਬ ਨੂੰ ਵਾਹ ਵਰੋਲੇ ਵਿੱਚੋਂ ਦੀ ਉੱਤਰ ਦਿੱਤਾ ਤੇ ਆਖਿਆ, ਇਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਣ ਗੱਲਾਂ ਨਾਲ ਹਨੇਰੇ ਵਿੱਚ ਰੱਖਦਾ? ਮਰਦ ਵਾਂਗੂ ਜਰਾ ਆਪਣੀ ਕਮਰ ਤੱਕ ਕੱਸ। ਮੈਂ ਤੈਥੋਂ ਸਵਾਲ ਕਰਦਾ, ਮੈਨੂੰ ਸਮਝਾ। ਤੂੰ ਕਿੱਥੇ ਸੀ ਜਦੋਂ ਮੈਂ ਧਰਤੀ ਦੀ ਨੀਂਹ ਰੱਖੀ? ਦੱਸ ਜੇ ਤੂੰ ਸਮਝ ਰੱਖਦਾ ਕਿਹਨੇ ਉਹਨੂੰ ਨਾਪ ਠਹਿਰਾਇਆ? ਤੂੰ ਜ਼ਰੂਰ ਜਾਣ ਹੀ ਲਿਆ ਹੋਵੇ। ਜਾਂ ਕਿਹਨੇ ਉਹਦੇ ਤੇ ਜ਼ਰੀਬ ਖਿੱਚੀ? ਕਾਹਦੇ ਉੱਤੇ ਉਹਦੀਆਂ ਟੇਕਾਂ ਰੱਖੀਆਂ ਗਈਆਂ? ਜਾਂ ਕਿਹਨੇ ਉਹਦੇ ਸਿਰੇ ਦਾ ਪੱਥਰ ਧਰਿਆ? ਜਾਂ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਹਨ? ਪਰਮੇਸ਼ਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਹਨ। ਤਾਂ ਕਿਸ ਸਮੁੰਦਰ ਨੂੰ ਕਵਾੜਾ ਨਾਲ ਬੰਦ ਕੀਤਾ ਜਦ ਉਹ ਕੁੱਖੋਂ ਫੁੱਟ ਨਿਕਲਿਆ? ਜਦ ਮੈਂ ਬੱਦਲ ਉਹਦਾ ਲਿਬਾਸ ਤੇ ਹਨੇਰੇ ਘੁੱਟ ਨੂੰ ਉਹਦਾ ਪੁਤੜਾ ਬਣਾਇਆ ਤੇ ਉਹਦੀਆਂ ਹੱਦਾਂ ਠਹਿਰਾਈਆਂ ਤੇ ਅਰਲ ਤੇ ਕਵਾੜ ਲਾਏ ਅਤੇ ਆਖਿਆ, ਇੱਥੋਂ ਤੇ ਕਰਾਈ ਵਧੀ ਨਾ, ਇੱਥੇ ਤੇਰੀਆਂ ਆਫਰੀਆਂ ਹੋਈਆਂ ਲਫਾ ਰੁਕ ਜਾਣ। ਕੀ ਤੇ ਆਪਣੇ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ? ਕੀ ਤੂੰ ਸਾਂਝਰੇ ਨੂੰ ਉਹਦਾ ਥਾਂ ਸਿਖਾਇਆ ਵੀ ਉਹ ਧਰਤੀ ਦੇ ਖੰਭਾਂ ਨੂੰ ਫੜ ਲਵੇ ਤੇ ਦੁਸ਼ਟ ਉਹਦੇ ਤੋਂ ਝਾੜੇ ਜਾਣ? ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਰ ਦੇ ਹੇਠੋਂ। ਉਹ ਖਲੋ ਜਾਂਦੇ ਹਨ ਜਿਵੇਂ ਬਸਤਰਾਂ ਵਿੱਚ ਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣਾ ਰੋਕ ਲਿਆ ਜਾਂਦਾ ਹੈ ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ। ਕਿ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ ਜਾਂ ਡੂੰਘਾਈ ਦੇ ਗੁੱਝੇ ਹਿੱਸਿਆਂ ਵਿੱਚ ਚੱਲਿਆ? ਕਿ ਮੌਤ ਦੇ ਫਾਟਕ ਤੇਰੇ ਲਈ ਨੰਗੇ ਕੀਤੇ ਗਏ ਜਾਂ ਮੌਤ ਦੇ ਸਾਏ ਦੇ ਫਾਟਕਾਂ ਨੂੰ ਤੂੰ ਵੇਖਿਆ? ਕਿ ਤੂੰ ਧਰਤੀ ਦੇ ਵਿਸਥਾਰ ਨੂੰ ਸਮਝ ਲਿਆ? ਜੇ ਦੱਸ ਤੂੰ ਸਾਰੇ ਦਾ ਸਾਰਾ ਜਾਣ ਲਿਆ ਹੈ ਤਾਂ ਚਾਨਣ ਦੀ ਵਸੋਂ ਦਾ ਰਾਹ ਕਿੱਧਰ ਹੈ? ਹਨੇਰੇ ਦਾ ਸਥਾਨ ਕਿੱਥੇ ਹੈ? ਜੇ ਤੂੰ ਉਹਨੂੰ ਉਹਦੀਆਂ ਹੱਦਾਂ ਤੱਕ ਪਹੁੰਚਾਵੇਂ, ਉਹਦੇ ਘਰ ਦੇ ਪਿਆਂ ਨੂੰ ਸਮਝੇ,
ਤੂੰ ਜਾਣਦਾ ਹੈ ਕਿ ਤੂੰ ਉਸ ਵੇਲੇ ਜੰਮਿਆ ਹੋਇਆ ਸੈਂ? ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ ਨਾ ਕਿ ਤੂੰ ਬਰਫ਼ ਦੇ ਖਜ਼ਾਨਿਆਂ ਕੋਲ ਗਿਆ, ਕਿ ਗੜਿਆਂ ਤੇ ਖਜ਼ਾਨਿਆਂ ਨੂੰ ਵੇਖਿਆ ਜਿਨ੍ਹਾਂ ਨੂੰ ਮੈਂ ਦੁੱਖ ਦੇ ਵੇਲੇ ਲਈ ਬਚਾ ਕੇ ਰੱਖਿਆ, ਲੜਾਈ ਤੇ ਯੁੱਧ ਦੇ ਦਿਨਾਂ ਵਾਸਤੇ। ਚਾਨਣ ਦੀ ਵੰਡ ਦਾ ਰਾਹ ਕਿਹੜਾ? ਜਾਂ ਪੁਰੇ ਦੀ ਹਵਾ ਦਾ ਧਰਤੀ ਉੱਤੇ ਖਿਲਾਰਨਾ ਕਿਵੇਂ ਹੈ? ਕਿਹਨੇ ਹੜ੍ਹਾਂ ਲਈ ਨਾਲੀ ਪੁੱਟੀ ਜਾਂ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ? ਮਨੁੱਖ ਤੋਂ ਖਾਲੀ ਧਰਤੀ ਉੱਤੇ ਮੀਂਹ ਵਰਾਵੇ ਤਾਂ ਜੋ ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ, ਵੀ ਉਜੜੇ ਤੇ ਸੁੰਝੇ ਦੇਸ਼ ਨੂੰ ਰਜਾਵੇ ਤੇ ਹਰਾ ਘਾਹ ਉਗਾਵੇ। ਮੀਂਹ ਦਾ ਪਿਓ ਕੌਣ ਹੈ? ਤਰੇਲ ਦੀਆਂ ਬੂੰਦਾਂ ਕਿੱਥੋਂ ਜੰਮੀਆਂ? ਬਰਫ਼ ਕਿਹਦੇ ਗਰਭ ਤੋਂ ਜੰਮੀ? ਆਕਾਸ਼ ਦਾ ਕੱਕਰ ਕਿੱਥੋਂ ਜੰਮਿਆ? ਪਾਣੀ ਪੱਥਰ ਵਾਂਗੂ ਜੰਮ ਜਾਂਦਾ ਤੇ ਡੂੰਘਾਈ ਦੀ ਤਹਿ ਉੱਤੇ ਜਮਾਓ ਹੋ ਜਾਂਦਾ। ਕੀ ਤੂੰ ਕੱਚ ਪੱਚਿਆਂ ਦੇ ਬੰਧਨਾਂ ਨੂੰ ਬੰਨ੍ਹ ਸਕਦਾ ਜਾਂ ਸਪਤਰਿਖ ਤੇ ਰੱਸਿਆਂ ਨੂੰ ਖੋਲ ਸਕਦਾ? ਕੀ ਤੂੰ ਰੁੱਤ ਸਿਰ ਮੁਜ਼ਰੋਥ ਨੂੰ ਕੱਢ ਸਕਦਾ ਜਾਂ ਜ਼ਬਾਰ ਉਹਦੇ ਬੱਚਿਆਂ ਸਣੇ ਅਗਵਾਈ ਕਰ ਸਕਦਾ? ਕੀ ਤੂੰ ਆਕਾਸ਼ ਦੀਆਂ ਵਿਧੀਆਂ ਨੂੰ ਜਾਣਦਾ? ਕੀ ਤੂੰ ਉਹਦਾ ਰਾਜ ਧਰਤੀ ਤੇ ਕਾਇਮ ਕਰ ਸਕਦਾ? ਕੀ ਤੂੰ ਆਪਣੀ ਆਵਾਜ਼ ਨੂੰ ਬੱਦਲਾਂ ਤੀਕ ਉੱਚੀ ਕਰ ਸਕਦਾ ਵੀ ਪਾਣੀ ਦੀ ਵਾਫਰੀ ਤੈਨੂੰ ਕੱਜ ਲਵੇ? ਕੀ ਤੂੰ ਬਜਲੀਆਂ ਨੂੰ ਘੱਲ ਸਕਦਾ ਵੀ ਉਹ ਚੱਲੀਆਂ ਜਾਣ? ਕੀ ਉਹ ਤੈਨੂੰ ਆਖਣ ਅਸੀਂ ਹਾਜ਼ਰ ਹਾਂ ਜੀ? ਘਟਾਂ ਵਿੱਚ ਬੁੱਧੀ ਕਿਹਨੇ ਰੱਖੀ ਜਾਂ ਟੁੱਟਦੇ ਤਾਰੇ ਨੂੰ ਕਿਹਨੇ ਸਮਝ ਬਖਸ਼ੀ? ਕੌਣ ਬੱਦਲਾਂ ਨੂੰ ਬੁੱਧੀਆਂ ਗਿਣ ਸਕਦਾ? ਆਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਲ ਸਕਦਾ? ਜਾਂ ਧੂੜ ਮਿਲ ਕੇ ਕਹਾਣੀ ਬਣ ਜਾਂਦੀ ਹੈ ਤੇ ਡਲੇ ਘੁਰ ਜਾਂਦੇ ਹਨ। ਕੀ ਤੂੰ ਬੱਬਰ ਸ਼ੇਰ ਲਈ ਸ਼ਿਕਾਰ ਮਾਰ ਸਕਦਾ? ਕੀ ਤੂੰ ਸ਼ੇਰ ਦੇ ਬੱਚਿਆਂ ਦੀ ਆਜ਼ਾਦੀ ਨੂੰ ਰਜਾ ਸਕਦਾ? ਉਹ ਆਪਣੀਆਂ ਖੁੰਦਰਾਂ ਵਿੱਚ ਦਬਕੇ ਬੈਠੇ ਹਨ ਅਤੇ ਅੜਕਲੇ ਵਿੱਚ ਸ਼ਹਿ ਲਾ ਕੇ ਰਹਿੰਦੇ ਹਨ। ਕੌਣ ਪਹਾੜੀ ਕਾਂ ਲਈ ਉਹਦਾ ਚੋਗਾ ਤਿਆਰ ਕਰਦਾ? ਉਹਦੇ ਬੱਚੇ ਪਰਮੇਸ਼ਰ ਅੱਗੇ ਚਲਾਉਂਦੇ ਹਨ ਤਾਂ ਉਹ ਖਾਜੇ ਤੋਂ ਬਿਨਾਂ ਭੌਂਦੇ ਫਿਰਦੇ ਹਨ। ਸ੍ਰਿਸ਼ਟੀ ਵਿੱਚ ਯਹੋਵਾ ਦੀ ਸ਼ਕਤੀ ਚੈਪਟਰ 39। ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ? ਕੀ ਤੂੰ ਹਿਰਨੀਆਂ ਦੀ ਪੀੜ ਨੂੰ ਵੇਖਦਾ ਕਿ ਉਹ ਮਹੀਨੇ ਵਿੱਚ ਜਿਹੜੇ ਪੂਰੇ ਕਰਦੀਆਂ ਹਨ ਕਿਵੇਂ ਗਿਣ ਸਕਦਾ? ਉਹ ਵੇਲਾ ਜਦੋਂ ਸੌਂਦੀਆਂ ਹਨ ਤੂੰ ਜਾਣਦਾ? ਉਹ ਝੁਕ ਜਾਂਦੀਆਂ ਹਨ ਤਾਂ ਆਪਣੇ ਬੱਚੇ ਜਾਣਦੀਆਂ ਹਨ। ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ, ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ ਹਨ ਤੇ ਉਹ ਰਾੜ ਵਿੱਚ ਪਲਦੇ ਹਨ। ਉਹ ਨਿਕਲ ਜਾਂਦੇ ਹਨ ਤੇ ਮੁੜ ਉਹਦੇ ਕੋਲ ਨਹੀਂ ਆਉਂਦੇ। ਕਿਹਨੇ ਜੰਗਲੀ ਖੋਤੇ ਨੂੰ ਖੁੱਲ੍ਹਾ ਛੱਡਿਆ? ਕਿਹਦੇ ਬਣ ਦੇ ਗਧੇ ਦੇ ਬੰਦ ਖੋਲੇ? ਜਿਹਦਾ ਨਿਵਾਸ ਮੈਂ ਖੁੱਲੇ ਮੈਦਾਨ ਨੂੰ ਠਹਿਰਾਇਆ ਤੇ ਉਹਦਾ ਵਸੇਬਾ ਕਲ ਰਾਸ਼ੀ ਭੌਂ ਨੂੰ। ਉਹ ਨਗਰ ਦੇ ਰੌਲੇ ਤੇ ਹੱਸਦਾ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ। ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ। ਉਹ ਹਰ ਇੱਕ ਚੀਜ਼ ਦੀ ਭਾਲ ਕਰਦਾ। ਹਰੀ ਭਲਾ ਜੰਗਲੀ ਸਾਨ ਤੇਰੀ ਸੇਵਾ ਕਰੂਗਾ ਜਾਂ ਤੇਰੀ ਖੁਰਲੀ ਤੇ ਰਾਤ ਕੱਟੂਗਾ? ਕੀ ਤੂੰ ਜੰਗਲੀ ਸਾਨ ਨੂੰ ਰੱਸਿਆਂ ਨਾਲ ਬੰਨ ਕੇ ਆਪਣੇ ਵਾਹਣ ਵਿੱਚ ਚਲਾ ਸਕਦਾ ਤੇ ਦੂਣਾ ਉੱਤੇ ਉਹ ਤੇਰੇ ਪਿੱਛੇ ਸੁਹਾਗਾ ਫੇਰੂ? ਭਲਾ ਤੂੰ ਉਹਦੇ ਵੱਡੇ ਬਲ ਦੇ ਕਾਰਨ ਉਹਦੇ ਉੱਤੇ ਭਰੋਸਾ ਕਰੇਗਾ? ਆਪਣਾ ਕੰਮ ਧੰਦਾ ਉਹਦੇ ਉੱਤੇ ਛੱਡੇਗਾ? ਕੀ ਤੂੰ ਉਹਦੇ ਤੇ ਤੇਜਾ ਕਰੇਗਾ ਵੀ ਉਹ ਤੇਰਾ ਵੀ ਬੀਅ ਮੋੜ ਲਿਆਵੇ, ਤੇਰੇ ਪੇੜ ਵਿੱਚ ਇਕੱਠਾ ਕਰੇ? ਸ਼ੁਤਰ ਮੁਰਗੀ ਹੰਕਾਰ ਨਾਲ ਆਪਣੇ ਪਰ ਮਾਰਦੀ? ਕੀ ਉਹ ਮਿਹਰਬਾਨੀ ਦੇ ਖੰਭ ਤੇ ਪਰ ਹਨ ਤਾਂ ਕੀ ਆਪਣੇ ਅੰਡੇ ਧਰਤੀ ਦੇ ਹਵਾਲੇ ਕਰ ਦਿੰਦੀ ਤੇ ਖਾਕ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ ਤੇ ਖੇਤ ਦਾ ਜਾਨਵਰ ਉਹਨਾਂ ਨੂੰ ਮਿੱਧ ਸਕਦਾ? ਉਹ ਆਪਣੇ ਬੱਚਿਆਂ ਨਾਲ ਸਖਤੀ ਕਰਦੀ ਹੈ ਜਿਵੇਂ ਉਹਦੇ ਹੈ ਹੀ ਨਹੀਂ। ਉਹ ਉਸਦੀ ਮਿਹਨਤ ਭਾਵੇਂ ਅਖਾਰਤ ਜਾਵੇ, ਉਹ ਬੇਚਿੰਤ ਹੈ। ਕਿਉਂ? ਜੋ ਪਰਮੇਸ਼ਰ ਨੇ ਉਸ ਤੋਂ ਬੁੱਧੀ ਭੁਲਾ ਦਿੱਤੀ ਤੇ ਉਹਨੂੰ ਸਮਝ ਨਹੀਂ ਵੰਡੀ। ਜਦ ਉਹ ਨੱਠਣ ਲਈ ਉੱਠਦੀ ਹੈ ਤਾਂ ਘੋੜੇ ਉਹਦੇ ਉੱਤੇ ਅਸਵਾਰ ਉੱਤੇ ਹੱਸਦੀ ਹੈ। ਭਲਾ ਤੈਂ ਘੋੜੇ ਨੂੰ ਸ਼ਕਤੀ ਦਿੱਤੀ? ਕੀ ਤੂੰ ਉਹਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪਵਾਈ? ਕੀ ਤੂੰ ਟਿੱਡੀ ਵਾਂਗੂ ਉਹਨੂੰ ਟਪਾਇਆ? ਉਹਦੇ ਫਰਾਟੇ ਦੀ ਸ਼ਾਨ ਭਿਆਨਕ ਹੈ। ਉਹ ਵਾਦੀ ਵਿੱਚ ਟਾਪ ਮਾਰਦਾ ਤੇ ਆਪਣੇ ਬਲ ਨਾਲ ਵਿੱਚ ਖੁਸ਼ ਹੁੰਦਾ। ਉਹ ਸ਼ਸਤਰਾਂ ਦੇ ਟਾਕਰੇ ਲਈ ਨਿਕਲਦਾ। ਉਹ ਡਰ ਉੱਤੇ ਹੱਸਦਾ ਤੇ ਘਬਰਾਉਂਦਾ ਨਹੀਂ। ਉਹ ਤਲਵਾਰ ਅੱਗੇ ਮੂੰਹ ਨਹੀਂ ਮੋੜਦਾ। ਉਹਦੇ ਉੱਤੇ ਤਰਕਸ਼ ਖੜਕਦਾ। ਚਮਕਦਾ ਹੋਇਆ ਬਰਸ਼ਾ ਤੇ ਸਾਂਗ ਵੀ ਉਹ ਤੁੰਦੀ ਅਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦੇ। ਜਦ ਤੁਰੀ ਦੀ ਆਵਾਜ਼ ਆਉਂਦੀ ਉਹ ਖੜਾ ਨਹੀਂ ਰਹਿੰਦਾ। ਜਦ ਤੁਰੀ ਵੱਜਦੀ ਉਹ ਹਿਣਕਦਾ ਹੈ। ਲੜਾਈ ਨੂੰ ਦੂਰੋਂ ਹੀ ਸੁੰਘ ਲੈਂਦਾ। ਸਰਦਾਰਾਂ ਦੀ ਗੱਜ ਅਤੇ ਲਲਕਾਰ ਨੂੰ ਵੀ ਕਿ ਬਾਜ ਤੇਰੀ ਸਮਝ ਨਾਲ ਉੱਡਦਾ। ਕਿ ਦੱਖਣ ਵੱਲ ਆਪਣੇ ਖੰਭਾਂ ਨੂੰ ਜਦੋਂ ਫੈਲਾਉਂਦਾ, ਕਿ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਤੇ ਉਹ ਉੱਚਾਈ ਨਾਲ ਆਪਣਾ ਆਲਣਾ ਬਣਾਵੇ। ਉਹ ਟਿੱਲੇ ਉੱਤੇ ਵਸਦਾ ਤੇ ਰਹਿੰਦਾ ਹੈ। ਟਿੱਲੇ ਦੀ ਟੀਸੀ ਉੱਤੇ ਪੱਕੇ ਸਥਾਨ ਵਿੱਚ ਜਦੋਂ ਉਹ ਆਪਣਾ ਖਾਜਾ ਲੱਭ ਲੈਂਦਾ, ਉਹਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ। ਉਹਦੇ ਬੱਚੇ ਲਹੂ ਚੂਸਦੇ ਹਨ ਤੇ ਜਿੱਥੇ ਵੱਡੇ ਹੋਏ ਹਨ ਉੱਥੇ
ਉਹ ਵੀ ਹੈ ਥਹੇਰੋਬ ਯਹੋਵਾ ਦੀ ਸ਼ਕਤੀ ਦਾ ਨਿਸ਼ਾਨ। ਚੈਪਟਰ 40 ਤੇ ਯਹੋਵਾ ਨੇ ਅਯੂਬ ਨੂੰ ਉੱਤਰ ਦਿੱਤਾ ਤੇ ਆਖਿਆ, ਭਲਾ ਝਗੜਾਲੂ ਸਰਵ ਸ਼ਕਤੀ ਨਾਲ ਝਗੜੇ, ਜਿਹੜਾ ਪਰਮੇਸ਼ਰ ਨਾਲ ਬਹਿਸ ਕਰਦਾ ਉਹ ਉੱਤਰ ਦਵੇ। ਤਾਂ ਅਯੂਬ ਯਹੋਵਾ ਨੂੰ ਉੱਤਰ ਦੇ ਕੇ ਆਖਿਆ, ਵੇਖ ਮੈਂ ਨਿਕੰਮਾ ਆ, ਮੈਂ ਕੀ ਉੱਤਰ ਦੇਵਾਂ? ਮੈਂ ਆਪਣਾ ਹੱਥ ਆਪਣੇ ਮੂੰਹ ਤੇ ਰੱਖਦਾ ਆ। ਇੱਕ ਵਾਰ ਮੈਂ ਬੋਲ ਚੁੱਕਿਆ ਤੇ ਮੈਂ ਉੱਤਰ ਨਹੀਂ ਦਿਆਂਗਾ, ਸਗੋਂ 2 ਵਾਰ ਫਿਰ ਬਸ। ਅੱਗੋਂ ਯਹੋਵਾ ਨੇ ਅਯੂਬ ਨੂੰ ਵਾਹ ਫਰੋਲੇ ਵਿੱਚੋਂ ਦੇ ਉੱਤਰ ਦੇ ਕੇ ਆਖਿਆ, ਮਰਦ ਵਾਂਗੂ ਜ਼ਰਾ ਆਪਣੀ ਕਮਰ ਤਾਂ ਕੱਸ, ਮੈਂ ਤੇਥੋਂ ਸਵਾਲ ਕਰਦਾ ਤੇ ਤੂੰ ਮੈਨੂੰ ਸਮਝਾ। ਕੀ ਤੂੰ ਮੇਰੇ ਨਿਯਮਾਂ ਨੂੰ ਰੱਦ ਕਰੇਗਾ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਵੀ ਤੂੰ ਧਰਮੀ ਬਣੇ? ਕੀ ਤੇਰੀ ਪੂਜਾ ਪਰਮੇਸ਼ਰ ਵਰਗੀ ਹੈ ਤੇ ਉਹਦੇ ਵਰਗੀ ਆਵਾਜ਼ ਨਾਲ ਤੂੰ ਗੱਜ ਸਕਦਾ ਹੈ? ਆਪਣੇ ਆਪ ਨੂੰ ਮਹਿਮਾ ਤੇ ਪ੍ਰਤਾਪ ਨਾਲ ਸਜਾ ਤੇ ਤੇਜ ਨੂੰ ਤੇ ਉਪਮਾ ਨੂੰ ਪਹਿਨ ਲੈ। ਆਪਣੇ ਕਹਿਰ ਨੂੰ ਹੜਾਂ ਨੂੰ ਵਗਾ ਦੇ ਤੇ ਹਰ ਹੰਕਾਰੀ ਨੂੰ ਵੇਖ ਤੇ ਅਧੀਨ ਕਰ। ਹਰ ਹੰਕਾਰੀ ਨੂੰ ਵੇਖ ਤੇ ਨੀਵਾਂ ਕਰ। ਦੁਸ਼ਟਾਂ ਨੂੰ ਉਹਨਾਂ ਦੇ ਥਾਂ ਵਿੱਚ ਮਿੱਧ ਸੁੱਟ, ਉਹਨਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇ, ਓਲੇ ਵਿੱਚ ਉਹਨਾਂ ਦੇ ਮੂੰਹ ਬੰਨ ਦੇ। ਤਾਂ ਮੈਂ ਵੀ ਮੰਨ ਲਵਾਂਗਾ ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ। ਜ਼ਰਾ ਦਰਿਆਈ ਘੋੜੇ ਨੂੰ ਵੇਖ ਤਾਂ, ਜਿਹਨੂੰ ਮੈਂ ਤੇਰੇ ਨਾਲ ਹੀ ਬਣਾਇਆ। ਉਹ ਬਲਦ ਵਾਂਗੂ ਘਾਹ ਹੀ ਖਾਂਦਾ ਹੈ। ਵੇਖ ਤਾਂ ਉਹਦਾ ਬਲ ਤੇ ਉਹਦੀ ਕਮਰ ਵਿੱਚ ਤੇ ਉਹਦਾ ਜ਼ੋਰ ਉਹਦੇ ਢਿੱਡ ਤੇ ਪੱਠਿਆਂ ਵਿੱਚ। ਉਹ ਆਪਣੀ ਪੂਛ ਦਿਆਰ ਵਾਂਗੂ ਹਿਲਾਉਂਦਾ ਤੇ ਉਹਦੇ ਪੱਟਾਂ ਦੀਆਂ ਨਾੜਾਂ ਵਿੱਚ ਇੱਕ ਦੂਜੀ ਨਾਲ ਮਿਲੀਆਂ ਹੋਈਆਂ ਹਨ। ਉਹ ਆਪਣੀਆਂ ਹੱਡੀਆਂ ਪਿੱਤਲ ਦੀਆਂ ਤੇ ਨਾਲੀਆਂ ਨਾਲ, ਉਹਦੇ ਅੰਗ ਲੋਹੇ ਦੇ ਅਰਲਾਂ ਵਾਂਗੂ ਹਨ। ਉਹ ਪਰਮੇਸ਼ਰ ਦੇ ਕੰਮਾਂ ਦਾ ਆਰੰਭ ਹੈ, ਤਾਂ ਕਰਤਾਰ ਹੀ ਆਪਣੀ ਤਲਵਾਰ ਉਹਦੇ ਨੇੜੇ ਲਿਆ ਸਕਦਾ ਹੈ। ਬਸ ਪਹਾੜ ਤਾਂ ਉਹਦੇ ਲਈ ਖਾਜਾ ਚੁੱਕੀ ਬੈਠੇ ਆ। ਜਿਹੜੇ ਖੇਤ ਦੇ ਸਾਰੇ ਜਾਨਵਰ ਹੱਸਦੇ ਫਿਰਦੇ ਆ। ਕੰਮੀਆਂ ਦੇ ਫੁੱਲਾਂ ਹੇਠ ਉਹ ਲੇਟਦਾ। ਕਾਨਿਆਂ ਤੇ ਖੋਬਿਆਂ ਦੀ ਓਟ ਵਿੱਚ ਕੰਮੀਆਂ ਦੇ ਬੂਟੇ ਉਸ ਨੂੰ ਆਪਣੇ ਸਾਏ ਵਿੱਚ ਲੁਕਾਉਂਦੇ ਹਨ। ਨਾਲੇ ਦੀਆਂ ਬੈਂਤਾਂ ਉਹਨੂੰ ਘੇਰ ਲੈਂਦੀਆਂ ਹਨ। ਵੇਖ, ਜੇ ਦਰਿਆ ਧੱਕੇ ਧੋੜੇ ਵੀ ਮਾਰੇ ਤਾਂ ਉਹ ਨਹੀਂ ਕੰਬਦਾ, ਭਾਵੇਂ ਜਰਦਨ ਮੂੰਹ ਚੜ ਜਾਵੇ ਉਹ ਬੇਖੌਫ ਰਹਿੰਦਾ। ਉਹਦੇ ਵੇਖਦਿਆਂ ਕੌਣ ਉਹਨੂੰ ਫੜ ਸਕਦਾ ਜਾਂ ਝਾਬੂ ਨਾਲ ਉਹਨੂੰ ਨੱਥ ਸਕਦਾ। ਚੈਪਟਰ 41 ਮਗਰਮੱਛ ਵੀ ਯਹੋਵਾ ਦੀ ਸ਼ਕਤੀ ਦਾ ਨਿਸ਼ਾਨ ਹੈ। ਕੀ ਤੂੰ ਮਗਰਮੱਛ ਨੂੰ ਕੁੰਡੇ ਨਾਲ ਬਾਹਰ ਖਿੱਚ ਸਕਦਾ ਜਾਂ ਖੱਬੀ ਨਾਲ ਉਹਦੀ ਜੀਭ ਨੂੰ ਦਬਾ ਸਕਦਾ? ਭਲਾ ਤੂੰ ਉਹਦੇ ਨੱਕ ਵਿੱਚ ਰੱਸਾ ਪਾ ਸਕਦਾ? ਭਲਾ ਤੂੰ ਉਹਦੇ ਜੁਬਾੜੇ ਨੂੰ ਮੇਖ ਨਾਲ ਵਿੰਨ ਸਕਦਾ? ਕੀ ਉਹ ਤੇਰੇ ਅੱਗੇ ਬਹੁਤੀਆਂ ਰਜੋਈਆਂ ਕਰੂ ਜਾਂ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੂ? ਕੀ ਉਹ ਤੇਰੇ ਨਾਲ ਨੇਮ ਬੰਨੂ ਵੀ ਤੂੰ ਉਹਨੂੰ ਆਪਣਾ ਗੁਲਾਮ ਸਦਾ ਤੱਕ ਰੱਖੇ? ਕੀ ਉਹਦੇ ਨਾਲ ਉਵੇਂ ਖੇਡੇਗਾ ਜਿਵੇਂ ਪੰਛੀ ਨਾਲ, ਜਾਂ ਆਪਣੀਆਂ ਕੁੜੀਆਂ ਲਈ ਤੂੰ ਉਹਨੂੰ ਬੰਨ ਰੱਖੇਗਾ? ਭਲਾ ਸ਼ਿਕਾਰੀ ਉਹਦੀ ਸੁਦਾਗਰੀ ਕਰਨਗੇ? ਕੀ ਉਹ ਵਪਾਰੀਆਂ ਵਿੱਚ ਉਹਨੂੰ ਵੰਡਣਗੇ? ਕੀ ਤੂੰ ਉਹਦੀ ਖਲ ਨੂੰ ਬਰਸ਼ੇ ਨਾਲ ਭਰੇਗਾ ਜਾਂ ਫਿਰ ਉਹਦੇ ਸਿਰ ਨੂੰ ਮੱਛੀ ਤਰਸੂਲਾਂ ਨਾਲ? ਆਪਣਾ ਹੱਥ ਉਸ ਤੇ ਧਰ ਜਰਾ, ਉਸ ਲੜਾਈ ਨੂੰ ਯਾਦ ਕਰ। ਤੂੰ ਫਿਰ ਇਉਂ ਨਾ ਕਰੇਗਾ। ਵੇਖ, ਉਹਦੀ ਆਸਾ ਰੱਖਣੀ ਵਿਅਰਥ ਹੈ। ਭਲਾ ਕੋਈ ਉਹਨੂੰ ਵੇਖਦੇ ਸਾਰੇ ਡਿੱਗ ਨਾ ਪਊ? ਕੋਈ ਇੰਨੀ ਤੱਤੀ ਤਬੀਅਤ ਦਾ ਨਹੀਂ ਜੋ ਉਹਨੂੰ ਛੇੜਨ ਦਾ ਹਿਆਉ ਕਰੇ। ਫਿਰ ਕੌਣ ਹੈ ਜੋ ਮੇਰੇ ਸਨਮੁਖ ਖਲੋ ਸਕੇ? ਕਿਹਨੇ ਪਹਿਲਾਂ ਮੈਨੂੰ ਕੁਝ ਦਿੱਤਾ ਵੀ ਮੈਂ ਉਹਨੂੰ ਮੋੜ ਦਿਆਂ? ਜੋ ਕੁਝ ਆਕਾਸ਼ ਦੇ ਹੇਠ ਸੀ ਹੈ ਉਹ ਮੇਰਾ ਹੈ, ਔਰ ਮੈਂ ਉਹਦੇ ਅੰਗਾਂ ਦੇ ਵਿਖੇ ਚੁੱਪ ਨਹੀਂ ਰਹਾਂਗਾ, ਨਾ ਉਹਦੇ ਮਹਾਬਲ ਦਾ ਉਹਦੇ ਢਾਂਚੇ ਦੇ ਸੁਹੱਪਣ ਵਿਖੇ। ਕੌਣ ਉਹਦੇ ਉੱਪਰ ਦਾ ਲਿਬਾਸ ਉਤਾਰ ਸਕਦਾ? ਕੌਣ ਉਹਦੇ ਦੋਹਾਂ ਜੁਬਾੜਿਆਂ ਵਿੱਚ ਆ ਸਕਦਾ? ਕੌਣ ਉਹਦੇ ਮੂੰਹ ਦੇ ਕਬਾੜਾਂ ਨੂੰ ਖੋਲ ਸਕਦਾ? ਉਹਦੇ ਦੰਦਾਂ ਦਾ ਘੇਰਾ ਭਿਆਨਕ ਹੈ, ਉਹਦਾ ਘੁਮੰਡ ਉਹਦੇ ਛਿਲਕੇ ਦੀਆਂ ਧਾਰੀਆਂ ਹੈ। ਉਹ ਘੁੱਟ ਕੇ ਮੋਹਰ ਨਾਲ ਜੁੜੀਆਂ ਹੋਈਆਂ ਹਨ। ਉਹ ਇੱਕ ਦੂਜੇ ਦੇ ਨੇੜੇ ਹਨ ਅਤੇ ਹਵਾ ਉਹਨਾਂ ਦੇ ਵਿੱਚ ਨਹੀਂ ਆ ਜਾ ਸਕਦੀ। ਉਹ ਇੱਕ ਦੂਜੇ ਦੇ ਨਾਲ ਨਾਲ ਹਨ। ਉਹ ਇਉਂ ਸੁੱਟੀਆਂ ਹੋਈਆਂ ਹਨ ਜਿੱਦਾਂ ਉਹ ਜੁਦਾ ਨਹੀਂ ਹੋ ਸਕਦੀਆਂ। ਉਹਦੀਆਂ ਛਿੱਕਾਂ ਤੋਂ ਚਾਨਣਾ ਲਿਸ਼ਕ ਉੱਠਦਾ ਹੈ। ਉਹਦੀਆਂ ਅੱਖਾਂ ਫਜਰ ਦੀਆਂ ਪਲਕਾਂ ਹਨ ਤੇ ਉਹਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿਕਲ ਆਉਂਦੀਆਂ ਹਨ ਅਤੇ ਅੱਗ ਦੀਆਂ ਚਿੰਗਾੜੀਆਂ ਉੱਡਦੀਆਂ ਹਨ। ਉਹਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਦਾ ਜਿਵੇਂ ਉਬਲਦੀ ਦੇਗ ਜਾਂ ਧੁਖਨਿਆਂ ਕਾਨਿਆਂ ਤੋਂ। ਉਹਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਤੇ ਉਹਦੇ ਮੂੰਹੋਂ ਛੋਲੇ ਨਿਕਲਦੇ ਹਨ। ਉਹਦੀ ਧੌਣ ਵਿੱਚ ਬਲ ਟਿਕਦਾ ਤੇ ਭੈ ਉਹਦੇ ਅੱਗੇ ਨੱਚਦਾ ਫਿਰਦਾ। ਉਹਦੇ ਮਾਸ ਦੀਆਂ ਤਹਿਆਂ ਸਿੱਟੀਆਂ ਹੋਈਆਂ ਹਨ। ਉਹ ਉਹਦੇ ਉੱਤੇ ਜੰਮੀਆਂ ਹੋਈਆਂ ਹਨ। ਉਹ ਹਿੱਲ ਨਹੀਂ ਸਕਦੀਆਂ। ਉਹਦਾ ਦਿਲ ਪੱਥਰ ਵਾਂਗੂ ਪੱਕਾ ਹੈ।
ਉਹ ਚੱਕੀ ਦੇ ਹੇਠਲੇ ਪੁੜ ਵਰਗਾ ਪੱਕਾ ਹੈ। ਜਦੋਂ ਉੱਠਦਾ ਹੈ ਤਾਂ ਦੇਵਤੇ ਵੀ ਡਰਦੇ ਹਨ। ਉਹ ਘਬਰਾਹਟ ਨਾਲ ਪਾਗਲ ਹੋ ਜਾਂਦੇ ਹਨ। ਜਿਵੇਂ ਤਲਵਾਰ ਦੇ ਕੋਲ ਉਹ ਪੁੱਜੇ, ਉਸ ਤੋਂ ਕੁਝ ਬਣਦਾ ਨਹੀਂ, ਨਾ ਬਰਸ਼ੀ, ਨਾ ਭਾਲੇ, ਨਾ ਬਲਮ ਤੋਂ। ਉਹ ਲੋਹੇ ਨੂੰ ਤਾਂ ਭੋ ਸਮਝਦਾ ਤੇ ਪਿੱਤਲ ਨੂੰ ਗਲੀ ਹੋਈ ਲੱਕੜ। ਤੀਰ ਉਹਨੂੰ ਨਹੀਂ ਨਿਠਾ ਸਕਦੇ। ਗੋਪੀ ਦਾ ਪੱਥਰ ਉਹਦੇ ਲਈ ਤਿੱਖਣੇ ਹੀ ਬਣ ਜਾਂਦੇ ਹਨ। ਲਾਠੀਆਂ ਤਿੱਖਣੇ ਦੇ ਤੁਲ ਗਿਣੀਆਂ ਜਾਂਦੀਆਂ ਹਨ। ਸੌਂਗ ਦੀ ਥਾਂ ਸਾਂਸਾਂ ਤੇ ਉਹ ਹੱਸਦਾ ਹੈ। ਉਹਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਗੂ ਹਨ। ਉਹ ਜਾਣੋ ਚਿੱਕੜ ਉੱਤੇ ਫੱਲਾ ਫੇਰਦਾ ਹੈ। ਉਹ ਡੂੰਘਿਆਈ ਨੂੰ ਦੇਗ ਵਾਂਗੂ ਉਬਾਲ ਦਿੰਦਾ ਹੈ। ਉਹ ਸਮੁੰਦਰ ਨੂੰ ਮਲਮ ਦੇ ਡੱਬੇ ਵਾਂਗੂ ਬਣਾ ਦਿੰਦਾ ਹੈ ਅਤੇ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ ਵੀ ਜਾਣੋ ਡੂੰਘਿਆਈ ਉੱਤੇ ਧੌਲੇ ਆਏ ਹੋਏ ਹੋਣ। ਪ੍ਰਿਥਵੀ ਉੱਤੇ ਉਹਦੇ ਤੁੱਲ ਕੋਈ ਨਹੀਂ। ਉਹ ਬਿਨਾਂ ਖੌਫ ਦੇ ਬਣਾਇਆ ਗਿਆ। ਉਹ ਹਰ ਉਚਾਈ ਨੂੰ ਵੇਖਦਾ ਹੈ। ਉਹ ਮਗਰੂਰਾਂ ਦੀ ਕੁੱਲ ਅੰਸ਼ ਉੱਤੇ ਪਾਤਸ਼ਾਹ ਹੈ। ਚੈਪਟਰ 42 ਅਜੂਬ ਦਾ ਪਛਤਾਵਾ। ਫਿਰ ਅਜੂਬ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ, ਮੈਂ ਜਾਣਦਾ ਹਾਂ ਵੀ ਤੂੰ ਸਭ ਕੁਝ ਕਰ ਸਕਦਾ, ਤੇਰੇ ਕੋਈ ਪ੍ਰਯੋਜਨ ਨਹੀਂ ਰੋਕ ਸਕਦਾ। ਇਹ ਕੌਣ ਹੈ ਜਿਹੜਾ ਗਿਆਨਤਾ ਨੂੰ ਸਲਾਹ ਨਾਲ ਢੱਕਦਾ ਹੈ? ਇਸ ਲਈ ਮੈਂ ਉਹ ਬਕਿਆ ਜਿਹਨੂੰ ਮੈਂ ਨਹੀਂ ਸਮਝਿਆ। ਮੇਰੇ ਲਈ ਅਚਰਜ ਗੱਲਾਂ ਸਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ। ਜਰਾ ਸੁਣ ਤੇ ਮੈਂ ਬੋਲਾਂਗਾ। ਮੈਂ ਤੇਥੋਂ ਸਵਾਲ ਕਰਦਾ, ਮੈਨੂੰ ਸਮਝਾ। ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਕੀਤੀਆਂ। ਮੈਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ। ਇਸ ਲਈ ਮੈਂ ਆਪਣੇ ਆਪ ਤੋਂ ਘਿਰਨਾ ਕਰਦਾ ਹਾਂ। ਮੈਂ ਖਾਕ ਅਤੇ ਸੁਆਹ ਵਿੱਚ ਪਛਤਾਉਂਦਾ ਹਾਂ। ਮੈਂ ਇਉਂ ਸਮਝਿਆ, ਇਉਂ ਹੋਇਆ। ਯਹੋਵਾ ਇਹ ਗੱਲਾਂ ਜਦੋਂ ਅਜੂਬ ਨਾਲ ਬੋਲ ਚੁੱਕਿਆ ਤਾਂ ਯਹੋਵਾ ਨੇ ਅਲੀਫਜ਼ ਤੇ ਮਾਨੀ ਨੂੰ ਆਖਿਆ, ਮੇਰਾ ਕ੍ਰੋਧ ਤੇਰੇ ਉੱਤੇ, ਤੇਰੇ ਦੋਵਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ। ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਜੂਬ ਬੋਲਿਆ। ਹੁਣ ਆਪਣੇ ਲਈ 7 ਬਲ ਤੇ 7 ਛਤਰੇ ਲਓ ਤੇ ਮੇਰੇ ਦਾਸ ਅਜੂਬ ਕੋਲ ਚੱਲੋ ਤੇ ਆਪਣੇ ਲਈ ਹੋਮ ਦੀ ਬਲੀ ਚੜਾਓ। ਮੇਰਾ ਦਾਸ ਅਜੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ। ਮੈਂ ਤਾਂ ਉਹਨੂੰ ਮੰਨਾਂਗਾ ਵੀ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾ ਅਨੁਸਾਰ ਨਾ ਕਰਾਂ, ਕਿਉਂਕਿ ਤੁਸੀਂ ਮੇਰੇ ਵਿਖੇ ਸੱਚ ਹੀ ਨਹੀਂ ਬੋਲੇ ਜਿਵੇਂ ਮੇਰਾ ਦਾਸ ਅਜੂਬ ਬੋਲਿਆ। ਤਾਂ ਅਲੀਫਜ਼ ਤੇ ਮਾਨੀ ਬਿਲ ਸ਼ੂਹੀ ਅਤੇ ਸੋਫਰ ਨਾਮਾਤੀ ਗਏ ਅਤੇ ਜਿਵੇਂ ਯਹੋਵਾ ਨੇ ਉਹਨਾਂ ਨੂੰ ਆਗਿਆ ਦਿੱਤੀ ਉਹ ਬੋਲਿਆ, ਤਿਵੇਂ ਹੀ ਉਹਨਾਂ ਨੇ ਕੀਤਾ। ਯਹੋਵਾ ਨੇ ਅਜੂਬ ਦੀਆਂ ਗੱਲਾਂ ਨੂੰ ਮੰਨ ਲਿਆ। ਸਗੋਂ ਅਜੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ ਜਦੋਂ, ਤਾਂ ਯਹੋਵਾ ਨੇ ਅਜੂਬ ਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ। ਜੋ ਕੁਝ ਅਜੂਬ ਦੇ ਕੋਲ ਨਹੀਂ ਸੀ, ਜੋ ਕੁਝ ਵੀ ਉਹਦੇ ਕੋਲ ਸੀ, ਯਹੋਵਾ ਨੇ ਉਸਨੂੰ ਦੁੱਗਣਾ ਕਰ ਦਿੱਤਾ। ਤਾਂ ਉਹਦੇ ਕੋਲ ਉਸਦੇ ਸਾਰੇ ਭਰਾ, ਉਸਦੀਆਂ ਸਾਰੀਆਂ ਭੈਣਾਂ, ਉਸਦੇ ਸਾਰੇ ਅਗਲੇ ਜਾਣ ਪਛਾਣ ਵਾਲੇ ਆਏ ਅਤੇ ਉਹਨੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਪ੍ਰਸ਼ਾਦ ਛਕਿਆ, ਮੁਕਾਣ ਦਿੱਤੀ ਉਹ ਸਾਰੀ ਬੁਰਾਈ ਦਿੱਤੀ ਜਿਹੜੇ ਯਹੋਵਾ ਨੇ ਉਸਦੇ ਉੱਤੇ ਆਉਣ ਦਿੱਤੀ। ਉਸਨੂੰ ਤਸੱਲੀ ਦਿੱਤੀ ਅਤੇ ਉਸਨੇ ਹਰ ਇੱਕ ਨੂੰ ਇੱਕ ਸਿੱਕਾ ਹਰ ਕਿਸੇ ਨੇ ਉਹਨੂੰ ਦਿੱਤਾ ਅਤੇ ਹਰ ਕਿਸੇ ਨੇ ਉਹਨੂੰ ਇੱਕ ਸੋਨੇ ਦੀ ਅੰਗੂਠੀ ਦਿੱਤੀ। ਸੋ ਯਹੋਵਾ ਨੇ ਅਜੂਬ ਦੀ ਆਖਰੀ ਵਿਵਸਥਾ ਉਸਦੀ ਪਹਿਲੀ ਵਿਵਸਥਾ ਤੋਂ ਵੱਧ ਬਰਕਤ ਨਾਲ ਭਰ ਦਿੱਤੀ ਅਤੇ ਉਹਦੇ ਕੋਲ 14,000 ਇੱਜੜ, 6,000 ਊਠ, 1,000 ਜੋੜੀ ਬਲਦ ਅਤੇ 1,000 ਗਧੀਆਂ ਹੋ ਗਈਆਂ ਅਤੇ ਉਹਦੇ 7 ਪੁੱਤਰ ਤੇ 3 ਧੀਆਂ ਹੋਏ। ਉਹਨੇ ਪਹਿਲੀ ਦਾ ਨਾਂ ਜਮੀਆ, ਦੂਜੀ ਦਾ ਨਾਂ ਕਸੀਆ ਤੇ ਤੀਜੀ ਦਾ ਨਾਂ ਕਰਨ ਹਪੂਕ ਰੱਖਿਆ। ਅਤੇ ਸਾਰੇ ਦੇਸ਼ ਵਿੱਚ ਅਜੂਬ ਦੀਆਂ ਧੀਆਂ ਨਾਲ ਰੂਪਵੰਤ ਇਸਤਰੀਆਂ ਨਾ ਮਿਲ ਸਕੀਆਂ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਵਿੱਚ ਮਿਲਕ ਦਿੱਤੀ। ਇਹਦੇ ਪਿੱਛੋਂ ਅਜੂਬ 140 ਵਰ੍ਹੇ ਹੋਰ ਜਿਉਂਦਾ ਰਿਹਾ ਤੇ ਉਸਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜ੍ਹੀ ਤੱਕ ਵੇਖੇ। ਤਾਂ ਅਜੂਬ ਬੁੱਢਾ ਤੇ ਸਮਾਪੂਰਨ ਹੋ ਕੇ ਚਲਣਾ ਕਰ ਗਿਆ। ਆਮੀਨ, ਆਮੀਨ ਐਂਡ ਆਮੀਨ।